ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਂ ਹੈ ਪੰਜਾਬ ਫੋਕਸ, ਤੁਹਾਡਾ ਸਾਰਿਆਂ ਦਾ ਸਵਾਗਤ। ਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਆਮ ਤੌਰ 'ਤੇ ਉਹ ਵਿਸ਼ੇ ਲੈਂਦੇ ਹਾਂ ਜਿਹੜੇ ਪੰਜਾਬ ਨਾਲ ਸੰਬੰਧਿਤ ਹੋਣ ਜਾਂ ਨਾਲ ਦੇ ਸੂਬਿਆਂ ਨਾਲ ਸੰਬੰਧਿਤ ਅਤੇ ਫਿਰ ਦੇਸ਼ਾਂ ਵਿਦੇਸ਼ਾਂ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਮੁਹੱਈਆ ਕਰਦੇ ਹਾਂ। ਤਾਂ ਮੈਂ ਹੁਣ ਇਹੀ ਪੁੱਛਾਂਗਾ ਇਹਨਾਂ ਨੂੰ, ਖੰਨਾ ਜੀ ਨੂੰ, ਕਿ ਅੱਜ ਕਿਹੜਾ ਵਿਸ਼ਾ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੀ ਨਜ਼ਰ ਕਰਨਾ ਹੈ ਉਹ ਕਿਹੜਾ ਹੈ? ਅਮਰੀਕਾ ਚੱਲਦੇ ਹਾਂ ਜੀ। ਗੁੱਡ, ਬਹੁਤ ਵਧੀਆ। ਹਾਂ, ਗ੍ਰੀਨ ਕਾਰਡ ਦੀ ਆਪਾਂ ਗੱਲ ਕਰਾਂਗੇ। ਅਮਰੀਕਾ ਦੇ ਬੜੇ ਵੱਡੇ ਉਪਾਸ਼ਕ ਔਰ ਬੜੇ ਇੰਟਰਸਟਡ ਜੇ ਉੱਥੇ ਉਸ ਦੇਸ਼ ਨਾਲ। ਯੈਸ, ਅਮਰੀਕਾ ਇਜ਼ ਦ ਲੈਂਡ ਆਫ ਓਪਰਚੁਨਿਟੀ ਕਿਹਾ ਜਾਂਦਾ ਹੈ ਜੀ। ਸੁਪਰ ਕੰਟਰੀ ਹੈ। ਔਰ ਚਾਰਲੀ ਚੈਪਲਨ ਆਪਣੇ ਜੋ ਬਹੁਤ ਪਿਆਰੇ ਫਿਲਮ ਅਦਾਕਾਰ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ, ਅਮਰੀਕਾ ਇਜ਼ ਅ ਲਾਈਨ ਇਜ਼ ਅ ਪਲੇਸ ਫॉर ਦੋਜ਼ ਪੀਪਲ ਜਿਹੜੇ ਖੁਦ ਜਾ ਕੇ ਉੱਥੇ ਮਿਹਨਤ ਕਰਨਾ ਚਾਹੁੰਦੇ ਨੇ ਆਪਣੇ ਹੱਥੀਂ। ਇਟਸ ਅ ਲੈਂਡ ਆਫ ਓਪਰਚੁਨਿਟੀ। ਸੋ ਗ੍ਰੀਨ ਕਾਰਡ ਵਾਸਤੇ ਜੋ ਭਾਰਤੀ ਹਮੇਸ਼ਾ, ਤੁਹਾਨੂੰ ਪਤਾ ਕਿੰਨਾ ਉਹਨਾਂ ਨੂੰ ਚਾਹ ਰਹਿੰਦਾ ਗ੍ਰੀਨ ਕਾਰਡ, PR ਬਣਨਾ ਇਹ। ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਰੁਕਾਵਟ ਪਤਾ ਕੌਣ ਪਾ ਰਹੇ ਨੇ? ਪਾਕਿਸਤਾਨ, ਈਰਾਨ, ਉਹ ਰੁਕਾਵਟ ਪਾ ਰਹੇ ਨੇ ਸਾਡੇ ਭਾਰਤੀਆਂ ਨੂੰ PR ਬਣਨ ਦੇ ਵਿੱਚ, ਗ੍ਰੀਨ ਕਾਰਡ ਲੈਣ ਦੇ ਵਿੱਚ। ਹਾਂ, ਇਹ ਆਮ ਵੇਖਣ ਵਿੱਚ ਆਇਆ। ਸਾਡੇ ਜਿੰਨੇ ਵੀ ਸਿਆਸਤਦਾਨ ਆ ਜਾਂ ਜਿੱਥੋਂ ਦੇ ਰਾਜਦੂਤ ਨੇ, ਤਰਨਜੀਤ ਸੰਧੂ ਜੀ ਔਰ ਹੋਰ ਵੀ ਲੋਕ ਨੇ ਜਿਹੜੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿ ਜਦੋਂ ਵੀ ਸਾਡੇ ਪ੍ਰਵਾਸੀ ਭਾਰਤੀ ਜਦੋਂ ਗ੍ਰੀਨ ਵੀਜ਼ੇ ਲਈ ਅਪਲਾਈ ਕਰਦੇ ਆ ਜਾਂ ਜੋ ਕੁਛ ਉਹਨਾਂ ਨੇ ਕਾਰਡ ਲੈਣਾ ਹੁੰਦਾ, ਉਹਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਉੜੀਕਾ ਡਾ ਦਿੰਦੇ ਆ। ਇਸ ਕਰਕੇ ਕਿ ਜਦੋਂ ਕਿਤੇ ਅੰਬੈਸੀ 'ਚ ਕੰਮ ਹੁੰਦਾ ਜਾਂ ਕੁਛ ਹੁੰਦਾ, ਜਦੋਂ ਉਹਨਾਂ ਨੂੰ ਬੰਦੇ ਚਾਹੀਦੇ ਆ, ਉਹਦੇ ਆਪਣੇ ਲੇਬਰ ਦੇ ਤੌਰ 'ਤੇ ਮੁਹੱਈਆ ਬੰਦੇ ਕਰ ਦਿੰਦੇ ਆ। ਉੱਧਰੋਂ ਇਰਾਨ ਵਾਲੇ ਵੀ ਔਰ ਪਾਕਿਸਤਾਨ ਦੇ ਵੀ, ਔਰ ਕਈ ਤਰ੍ਹਾਂ ਦੇ ਉੜੀਕੇ ਜਿਹੜੇ ਸਿਆਸਤ ਦੇ ਤੌਰ 'ਤੇ ਵੀ ਇਹਨਾਂ ਨੇ ਬੜੇ ਇਸ ਤਰ੍ਹਾਂ ਦੇ ਲਾਏ ਆ। ਜਦੋਂ ਕਿ ਗੱਲ ਵਾਈਟ ਹਾਊਸ ਤੱਕ ਵੀ ਗਈ ਆ। ਇਸ ਵੇਲੇ 5 ਲੱਖ ਦੇ ਕਰੀਬ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਆ, ਉਹਨਾਂ ਕੋਲ ਵੀਜ਼ਾ ਹੈਗਾ ਔਰ ਉਹਨਾਂ ਨੂੰ 25 ਮਹੀਨੇ ਬਾਅਦ ਫਿਰ ਰਿਨਿਊ ਕਰਾਉਣਾ ਪੈਂਦਾ ਅੰਬੈਸੀ ਦੇ ਰਾਹੀਂ। ਔਰ ਉਹਦੇ ਵਿੱਚ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਜਿੰਨੇ ਲੋਕ ਨੇ ਡੋਮੀਨੇਟਿੰਗ ਹੈ, ਉਹ ਜ਼ਿਆਦਾ ਵੱਧ ਤੋਂ ਵੱਧ ਪੰਜਾਬੀ ਬੈਠੇ ਉੱਤੇ USA ਦੀ ਧਰਤੀ 'ਤੇ। ਔਰ ਜ਼ਿਆਦਾ ਪਾਕਿਸਤਾਨ ਤੋਂ ਇਹਨੇ ਖਾਸ ਲੋਕ ਨਹੀਂ ਗਏ, ਇਰਾਨ ਤੋਂ ਕਾਫੀ ਲੋਕ ਉੱਥੇ ਬੈਠੇ ਆ। ਵੈਸੇ ਤਾਂ ਜੇ ਵੇਖਿਆ ਜਾਵੇ ਤਾਂ ਉੱਥੇ ਹਰ 6ਵਾਂ ਬੰਦਾ ਕਿਸੇ ਨਾ ਕਿਸੇ ਦੂਜੀ ਕੰਟਰੀ ਨਾਲ ਰਿਲੇਟਡ ਆ, ਜਾਂ ਫਿਰ ਦੂਸਰੇ ਲੋਕ ਆ ਜਿਹੜੇ ਉੱਥੋਂ ਦੇ ਵਸਨੀਕ ਆ ਥੋੜ੍ਹੇ, ਜਾਂ ਫਿਰ ਬਾਕੀ ਜਿਹੜੇ ਉਹ ਹੈਗੇ ਅਫਰੀਕਨ ਬਹੁਤ ਹੈ। ਔਰ ਬਹੁਤਾ ਵੇਖਿਆ ਜਾਵੇ ਬਹੁਤ ਮਾਰ ਧਾੜ ਜਾਂ ਜਿਹੜਾ ਗਨ ਕਲਚਰ ਆ, ਜਾਂ ਇਹ ਬਾਹਰਲੇ ਲੋਕਾਂ ਨੇ ਵੀ ਬਹੁਤ ਉਹਨੂੰ ਵਧਾਇਆ। ਔਰ ਇਹ USA ਦੇ ਵਿੱਚ ਖਾਸ ਤੌਰ 'ਤੇ ਮਿਕਸ ਜਿਹੜੀ ਆ ਰੇਸ ਆ, ਕਈ ਤਰ੍ਹਾਂ ਦੇ ਲੋਕ ਉੱਥੇ ਆ। ਇੱਕ ਕਮਿਊਨਿਟੀ ਨਹੀਂ। ਜੇ ਅਸੀਂ ਕਹਿ ਲਈਏ ਕਿ ਉੱਥੋਂ ਦੇ ਅਮਰੀਕਨ ਲੋਕ ਜਾਂ ਉੱਥੋਂ ਦੇ ਮੂਲ ਨਿਵਾਸੀ ਜਾਂ ਉੱਥੋਂ ਦੇ ਜਿਹੜੇ ਬਸਿੰਦੇ ਨੇ, ਜਿਹੜੇ ਖਾਸ ਤੌਰ 'ਤੇ ਉੱਥੋਂ ਦੇ ਨਾਗਰਿਕਤਾ ਲੈ ਕੇ ਬੈਠੇ, ਉਹ ਨਹੀਂ, ਬਾਹਰੋਂ ਲੋਕ ਬਹੁਤ ਆਏ ਆ। ਕਿਉਂਕਿ ਇਹਦਾ ਨਾਂ ਤਾਂ ਯੂਨਾਈਟਿਡ ਸਟੇਟ ਹੀ ਆ, ਕਈ ਸਟੇਟ ਇਕੱਠੇ ਕੀਤੇ ਇਹਨਾਂ ਨੇ। ਜ਼ਿਆਦਾਤਰ ਇੱਥੇ ਇਮੀਗ੍ਰੈਂਟਸ ਹੀ ਆ, ਸਾਰੇ ਇਮੀਗ੍ਰੈਂਟਸ ਦੇ ਨਾਲ ਹੀ ਇਹ ਕੰਟਰੀ ਬਣਿਆ। ਬਿਲਕੁਲ। ਸੋ ਇਸ ਕਰਕੇ ਹਰੇਕ ਨੂੰ ਇਹ ਰਹਿੰਦਾ ਕਿ ਅਸੀਂ ਇੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਬਣ ਜਾਈਏ। ਫੈਸਿਲਿਟੀਜ਼ ਬਹੁਤ ਨੇ, ਅਮੀਰ ਮੁਲਕ ਹੈ। ਹਾਂ, ਖੈਰ ਹੁਣ ਉੱਥੇ ਵੀ ਬਹੁਤ ਜ਼ਿਆਦਾ ਮਹਿੰਗਾਈ ਹੈ, ਬਹੁਤ। ਸੋ ਇਹ ਸਭ ਚੀਜ਼ਾਂ ਤਾਂ ਹੈਗੀਆਂ ਹੀ ਨੇ, ਪਰ ਅਟਰੈਕਸ਼ਨ ਤਾਂ ਹਮੇਸ਼ਾ ਰਹੀ ਹੈ ਸਾਡੀ, ਹਮੇਸ਼ਾ ਅਮਰੀਕਾ ਨੂੰ ਲੈ ਕੇ। ਕੈਨੇਡਾ ਤਾਂ ਹੈ ਹੀ ਆ, ਅਮਰੀਕਾ ਨੂੰ ਲੈ ਕੇ ਸਾਡੀ ਖਾਸ ਅਟਰੈਕਸ਼ਨ ਰਹੀ ਹੈ। ਔਰ ਸਟੂਡੈਂਟਸ ਅਜੇ ਵੀ ਸਭ ਤੋਂ ਜ਼ਿਆਦਾ ਨੇ। ਚੀਨ ਅਤੇ ਸਾਡੇ 'ਚ ਮੁਕਾਬਲਾ ਚੱਲਦਾ ਰਹਿੰਦਾ ਕਿ ਕਿੱਥੋਂ ਦੇ ਸਟੂਡੈਂਟਸ ਜ਼ਿਆਦਾ ਨੇ। ਸੋ ਹੁਣ ਇਹ ਦਿੱਕਤਾਂ ਤਾਂ ਆ ਰਹੀਆਂ ਨੇ, ਪਰ ਇਹ ਅੰਬੈਸੀ ਦੇ ਹੱਥ ਵੀ ਬਹੁਤ ਕੁਛ ਹੈ ਅਤੇ ਗੌਰਮੈਂਟ ਵੱਲੋਂ ਵੀ ਹੈ, ਕਿਉਂਕਿ ਕੈਪਿੰਗ ਖਤਮ ਕਰਦੇ ਪਏ ਨੇ ਗ੍ਰੀਨ ਕਾਰਡ ਨੂੰ ਲੈ ਕੇ। ਕਿ ਪਹਿਲਾਂ ਤਾਂ ਇੱਕ ਪਰਸੈਂਟੇਜ ਹੁੰਦੀ ਸੀ ਨਾ, ਉਸ ਦੇ ਉੱਤੇ ਹੁਣ ਸਾਰਾ ਬਿੱਲ ਵੀ ਪਾਸ ਹੋਣਾ, ਉਸ ਦੇ ਉੱਤੇ ਸਾਰੀ ਬਹਿਸ ਵੀ ਹੋ ਰਹੀ ਹੈ। ਕੈਪਿੰਗ ਖਤਮ ਕੀਤੀ ਜਾਏ ਤਾਂ ਦੇਖੋ ਅੱਗੇ ਕੀ ਨਜ਼ਾਰਾ ਬਣਦਾ। ਬਟ ਇਹ ਹੈ ਕਿ ਅਸੀਂ ਚਾਹਾਂਗੇ ਕਿ ਦੇਖੋ, ਇੰਡੀਅਨਸ ਹੋਣ ਦੇ ਨਾਤੇ ਸਾਨੂੰ ਇਹ ਵੀ ਹੈ ਕਿ ਸਾਡੇ ਵੱਧ ਤੋਂ ਵੱਧ ਲੋਕ ਆਪਣੇ ਫਾਇਦੇ ਵਾਸਤੇ ਵੀ ਕਹਿ ਲਓ, ਇੱਕ ਗੋਲਡਨ ਓਪਰਚੁਨਿਟੀ ਕਹਿ ਸਕਦੇ ਹੋ, ਇੱਕ ਸੁਨਹਿਰਾ ਭਵਿੱਖ ਕਹਿ ਸਕਦੇ ਹੋ, ਉਹਦੇ ਵਾਸਤੇ ਅਮਰੀਕਾ ਸੈਟਲ ਹੋਣਾ ਚਾਹੁੰਦੇ ਨੇ, ਜਿੱਥੇ ਉਹਨਾਂ ਦੀ ਟੈਲੈਂਟ ਨੂੰ ਸਹੀ ਮਤਲਬ ਪੁੱਛ ਮਿਲਦੀ ਹੈ, ਟੈਲੈਂਟ ਨੂੰ ਸਹੀ ਰਿਸਪੌਂਸ ਮਿਲਦਾ। ਬਾਕੀ ਦੂਸਰੇ ਕੰਟਰੀਜ਼ ਦੇ ਵੀ ਲੋਕ ਹਮੇਸ਼ਾ ਟਰਾਈ ਤਾਂ ਕਰਨਗੇ। ਹੁਣ ਦੇਖੋ ਇਹ ਕਿੱਥੇ ਤੱਕ ਟਕਰਾਅ। ਜਿਸ ਤਰ੍ਹਾਂ ਇਹਨਾਂ ਨੂੰ ਹੁਣ ਚਾਹੀਦਾ ਵਾਈਟ ਹਾਊਸ ਜਿਹੜਾ ਕਿ ਇਹਨਾਂ ਨੇ ਕਾਨੂੰਨ ਜਿਹੜਾ ਪਾਸ ਕਰਨਾ, ਉਹਦੇ 'ਚ ਇਹਨਾਂ ਨੇ ਵੇਖਣਾ, ਇਹਨਾਂ ਨੇ ਪਰ ਕੰਟਰੀ ਜਿਹੜਾ ਉਸ ਰੇਸ਼ੋ ਨਾਲ ਲੈਣਾ, ਕੋਈ ਰਿਪਰੈਜ਼ੈਂਟੇਸ਼ਨ ਹੋਣੀ ਦੇਣੀ ਆ। ਪਹਿਲਾਂ ਵੀ ਆਲਰੇਡੀ ਦਿੱਤੀ ਸੀ, ਕੋਈ ਇੱਦਾਂ ਦੀ ਸਮੱਸਿਆ ਨਹੀਂ ਸੀ ਪਹਿਲਾਂ। ਪਰ ਹੁਣ ਜਦੋਂ ਇਹਨਾਂ ਨੇ ਡਿੱਕਾ ਡਾਹਿਆ ਪਾਕਿਸਤਾਨ ਨੇ ਔਰ ਇਰਾਨ ਨੇ, ਉਦੋਂ ਥੋੜ੍ਹਾ ਜਿਹਾ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਆ, ਜਿਹੜੇ ਉੱਥੇ ਦੇ ਸਿਟੀਜ਼ਨ ਆ, ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ, ਉਹਨਾਂ ਨੂੰ ਥੋੜ੍ਹੀ ਜਿਹੀ ਔਖਿਆਈ ਆਈ ਆ। ਇਸੇ ਕਰਕੇ ਫਿਰ ਇਹ ਜਿਹੜਾ ਮੀਡੀਆ ਇਹਦੇ 'ਤੇ ਖਬਰ ਛਾਇਆ ਹੋ ਗਈ ਆ
ਇਲੈਕਟ੍ਰੋਨਿਕਸ ਮੀਡੀਆ 'ਤੇ ਵੀ ਆ ਰਹੀ ਹੈ, ਪ੍ਰਿੰਟ ਮੀਡੀਆ 'ਤੇ ਵੀ ਆ ਰਹੀ ਹੈ। ਖਾਸ ਤੌਰ 'ਤੇ ਜਿਹੜੇ ਉੱਥੋਂ ਦੇ ਲੋਕ ਉਸ ਧਰਤੀ 'ਤੇ ਬੈਠੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਆਹ ਸਮੱਸਿਆ ਨੂੰ ਅਸੀਂ ਚੱਲ ਰਹੇ ਹਾਂ। ਪਰ ਜਦੋਂ ਕਿ ਪਾਕਿਸਤਾਨ ਦੇ ਨਾਲ ਸਾਡਾ ਰਵੱਈਆ ਵੈਸੇ ਕੋਈ ਇੰਨਾ ਮਾੜਾ ਨਹੀਂ ਰਿਹਾ, ਇਰਾਨ ਨਾਲ ਵੀ ਕੋਈ ਇਸ ਤਰ੍ਹਾਂ ਦੀ ਨਹੀਂ ਰਹੀ, ਜਦੋਂ ਕਿ ਅਸੀਂ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਉਹਨਾਂ ਲਈ ਕਦੀ ੜਿੱਕਾ ਨਹੀਂ ਲਾਉਂਦੇ, ਕਦੀ ਉਹਨਾਂ ਦੇ ਲਈ ਜੋ ਉਹਨਾਂ ਦੇ ਨਾਗਰਿਕਤਾ ਦੇ ਲਈ ਹੈ ਜਾਂ ਉੱਥੋਂ ਦੇ PR ਲਈ ਹੈ, ਕਦੀ ਇਹਨਾਂ ਨੇ ਨਹੀਂ ਕਿਹਾ। ਐਕਚੁਅਲੀ ਉਹ ਬੰਦਿਆਂ ਨੂੰ ਜਿਹੜਾ ਗ੍ਰੀਨ ਕਾਰਡ ਮਿਲਦਾ ਜਿਹੜੇ ਉੱਥੋਂ ਦੇ ਪ੍ਰੋਫੈਸ਼ਨਲੀ ਜਿਹੜੇ ਕੰਮ 'ਚ ਨਿਪੁੰਨ ਨੇ, ਜਿਹੜੇ ਆਰਟ ਜਾਣਦੇ ਆ, ਤੇ ਜਿਹੜੇ ਲੇਬਰ ਹੀ ਇਕੱਲੇ ਜਾਣਦੇ ਜਿਨ੍ਹਾਂ ਨੇ ਧੱਕਾਜੋਰੀ ਕੰਮ ਕਰਨਾ, ਉਹਨਾਂ ਨੂੰ ਤਾਂ ਕੁਝ ਨਹੀਂ ਮਿਲੂਗਾ। EVZ ਦਾ ਵੀ ਇਹੀ ਹਾਲ ਰਿਹਾ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਪੰਜਾਬ ਨੇ ਕੀਤਾ। ਇੰਡੀਆ ਦੇ ਬਾਕੀ ਕੇਰਲਾ 'ਚੋਂ, ਮਦਰਾਸ 'ਚੋਂ ਵੀ ਪੜ੍ਹੇ ਲਿਖੇ ਮੁੰਡੇ ਜਾ ਰਹੇ ਆ, ਬਾਕੀ ਕੰਟਰੀਆਂ 'ਚ ਵੀ ਆ, ਔਰ ਚੈਨੀ ਤੇ ਬੈਠੇ ਹੀ ਹੈ ਉੱਥੇ, ਉਹ ਤਾਂ ਹਰ ਕੰਟਰੀ 'ਚ ਹੈ। ਉਹਨਾਂ ਦਾ ਵੈਸੇ ਵਪਾਰ ਚੱਲਦਾ ਪਾਕਿਸਤਾਨ ਨਾਲ, ਉਹਨਾਂ ਦੇ ਮੋਬਾਈਲ ਫੋਨ ਵੀ ਜਾ ਰਹੇ ਆ, ਚਿਪ ਵੀ ਜਾ ਰਹੀਆਂ, SIM ਕਾਰਡ ਜਾ ਰਹੇ ਆ, ਬੜਾ ਕੁਝ ਜਾ ਰਿਹਾ, ਔਰ ਸਾਰਾ ਕੁਝ ਉੱਥੇ ਜੋ ਵਿਕਦਾ ਜਾਂ ਕਰਦੇ ਆ। ਇਸੇ ਤਰ੍ਹਾਂ ਜਿਹੜਾ ਪਾਕਿਸਤਾਨ ਦੇ ਡਿਫੈਂਸ ਦਾ ਬਜਟ ਜਿੰਨਾ ਹੈਗਾ ਅਮਰੀਕਾ ਦਿੰਦਾ। ਇਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਇਹਦੇ ਵਿੱਚ ਸਾਰਾ ਟੈਂਕ ਖਰੀਦ ਲੈਣਗੇ, ਉਹਦੇ ਵਿੱਚ ਮਿਜ਼ਾਈਲਾਂ ਖਰੀਦ ਲੈਣਗੇ। ਇਹ ਪੈਸਾ ਸਾਰਾ ਉੱਥੋਂ ਆ ਰਿਹਾ। ਇਹ ਟਰੰਪ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਉਹ ਟੋਟਲੀ ਜਦੋਂ ਡਿਫੈਂਸ ਦਾ ਬਜਟ ਹੁੰਦਾ ਉਹਦੇ ਵਿੱਚ ਅਮਰੀਕਾ ਦਾ ਯੋਗਦਾਨ ਹੁੰਦਾ। ਅਤੇ ਫਿਰ ਇਹ ਇਸੇ ਕਰਕੇ ਛੜੱਪੇ ਮਾਰ ਰਹੇ ਆ ਕਿ ਉਹਨਾਂ ਨਾਲ ਇਹਨਾਂ ਦੀ ਗੱਲ ਹੈ। ਉਹ ਵੀ F-16 ਜਿਹੜੇ ਐਰੋਪਲੇਨਸ ਨੇ ਉਹਨਾਂ ਦਾ ਵੀ ਚੱਕਰ ਪਿਆ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ ਅਸੀਂ ਮੇਨਟੇਨੈਂਸ ਵਾਸਤੇ ਅਮਰੀਕਾ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਨੂੰ ਦਿੱਤਾ ਹੈ, ਪਰ ਸਾਡੇ ਇੰਡੀਆ ਦੇ ਜੋ ਫੋਰਨ ਮਿਨਿਸਟਰ ਨੇ ਜੈ ਸ਼ੰਕਰ ਸਾਹਿਬ ਜੋ ਨੇ ਉਹਨਾਂ ਨੇ ਨੋਟਿਸ ਲਿੱਤਾ ਕਿ ਨਹੀਂ ਇਹ ਕੁਝ ਹੋਰ ਗੱਲ ਹੈ। ਔਰ ਚਲੋ ਖੈਰ ਸਾਰੀਆਂ ਪਾਲਿਸੀਜ਼ ਚੱਲਦੀਆਂ ਨੇ, ਵੀ ਬਦਲ ਦਿੰਦਾ। ਇਹ ਅਮਰੀਕਾ ਕੀ ਕਰਦਾ ਦੇਖੋ, ਇੱਕਦਮ ਹੀ ਇਮਰਾਨ ਖਾਨ ਨੂੰ ਚੱਕ ਕੇ ਨੁਕਰੇ ਲਾਤਾ ਉਹਨਾਂ ਨੇ। ਜਿਹੜੀ ਉਹਨਾਂ ਦੀ ਤਹਿਰੀਕੇ ਇਨਸਾਫ ਕਮੇਟੀ ਪਾਰਟੀ ਸੀ ਉਹ ਲੱਭੀ ਨਹੀਂ, ਕਿਉਂਕਿ ਉਹਦੇ ਵਿੱਚ ਇਹ ਉਹਨਾਂ ਦੇ ਪੱਖ 'ਚ ਘੱਟ ਬੋਲਦਾ ਸੀ ਇਮਰਾਨ ਖਾਨ। ਫਿਰ ਜਿਹੜਾ ਨਵਾਜ਼ ਸ਼ਰੀਫ ਆ ਉਹ ਪਹਿਲੋਂ ਸੀਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਫਿਰ ਸ਼ਾਹਬਾਜ਼ ਸ਼ਰੀਫ ਆ ਗਏ ਉਹਦੇ ਬ੍ਰਦਰ, ਔਰ ਪੰਜਾਬ 'ਤੇ ਵੀ ਉਹਨਾਂ ਦਾ ਹੋਲਡ ਆ। ਪੰਜਾਬ 'ਚ ਵੀ ਉਹਨਾਂ ਦਾ ਬੇਟਾ ਜਿਹੜਾ ਉਹ ਮੁੱਖ ਮੰਤਰੀ ਆ ਔਰ ਆਪ ਪਾਕਿਸਤਾਨ ਦੇ ਜਿਹੜੇ ਮੁੱਖ ਪ੍ਰਧਾਨ ਮੰਤਰੀ। ਔਰ ਇਹਦੇ ਵਿੱਚ ਪਤਾ ਕੀ ਹੁੰਦਾ, ਇਹਦੇ ਵਿੱਚ ਆਰਮੀ ਦਾ ਬਹੁਤ ਬੈਕਗਰਾਊਂਡ ਹੁੰਦੀ ਹੈ, ਜਿਹਦੇ ਵਿੱਚ ਪਹਿਲੇ ਜਿਹੜੇ ਚੀਫ ਆਫ ਦੀ ਆਰਮੀ ਸਟਾਫ ਸੀ ਬਾਜਵਾ ਜੀ, ਉਹਨਾਂ ਨੇ ਬੜਾ ਕੰਮ ਕੀਤਾ ਸੀ। ਉਹਨਾਂ ਦਾ ਵੀ ਪਿੱਠ ਜਿਹੜੀ ਸੀ ਉਹਨਾਂ ਦੀ ਅਮਰੀਕਾ ਨਾਲ ਸੀਗੀ, ਔਰ ਅਮਰੀਕਾ ਇਸੇ ਕਰਕੇ ਤੇ ਸਾਰਾ ਫੰਡਿੰਗ ਕਰਦਾ ਸਾਰਾ ਕੁਝ। ਔਰ ਇਸੇ ਕਰਕੇ ਹੁਣ ਟਿੱਕਾ ਲਾ ਕੇ ਬੈਠੇ ਆ ਕਿ ਭਾਰਤ ਦੇ ਲੋਕਾਂ ਨੂੰ ਜਿਹੜਾ ਗ੍ਰੀਨ ਕਾਰਡ ਇਹ ਘੱਟ ਮਿਲੇ, ਸਾਡੇ ਜ਼ਿਆਦਾ ਮਿਲ ਜੇ। ਅਸਲ 'ਚ ਮੁਸਲਿਮ ਕਮਿਊਨਿਟੀ ਜਿਹੜੀ ਹੈਗੀ ਕਈ ਵਾਰੀ ਇੰਡੀਆ ਨਾਲ ਇੱਦਾਂ ਦਾ ਕੋਈ ਨਾ ਕੋਈ ਧੋਖਾ ਕਰ ਜਾਂਦੀ। ਚਲੋ ਆਪਾਂ ਹੁਣ ਅੱਗੇ ਵਧਦੇ ਹਾਂ ਜੀ। ਅੱਗੇ ਵੀ ਆਪਾਂ ਅਮਰੀਕਾ ਦੀ ਨਿਊਜ਼ ਹੀ ਲਵਾਂਗੇ। ਵਾਹ ਵਾਹ ਵਾਹ। ਅਮਰੀਕਾ ਦੀ ਧਰਤੀ ਤੇ ਦੇਖੋ ਡਰਿੰਕ ਤਾਂ ਹਰ ਥਾਂ ਦੇ ਲੋਕ ਕਰਦੇ ਨੇ, ਇਹ ਤਾਂ ਹੈ। ਤੇ ਅਮਰੀਕਾ ਦੀ ਧਰਤੀ ਤੇ ਜੋ ਡਰਿੰਕ ਕਰਨ ਵਾਲੇ ਨੇ ਉਹਨਾਂ ਤੋਂ ਜ਼ਿਆਦਾ ਪਰਸੈਂਟੇਜ ਕਿੰਨਾਂ ਦੀ ਹੁੰਦੀ ਜਾ ਰਹੀ ਹੈ, ਜਿਹੜੇ ਭੰਗ ਪੀਂਦੇ ਨੇ ਤੇ ਗਾਂਜਾ ਪੀਂਦੇ ਨੇ। ਇੱਕ ਆਪਣੇ ਆਪ 'ਚ ਨਵੇਕਲੀ ਗੱਲ ਲੱਗ ਰਹੀ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਭੰਗ ਪੀਣ ਵਾਲੇ। ਸੋ ਚਲੋ ਨਿਊਜ਼ ਹੈ ਇਹਦੇ ਬਾਰੇ ਗੱਲਬਾਤ ਕਰਕੇ ਦੇਖਦੇ ਹਾਂ। ਪਰਸੈਂਟੇਜ ਲਗਾਤਾਰ ਵੱਧ ਰਹੀ ਹੈ ਭੰਗ ਪੀਣ ਵਾਲਿਆਂ ਦੀ ਤੇ ਗਾਂਜਾ ਪੀਣ ਵਾਲਿਆਂ ਦੀ। ਇਹ ਗੱਲ ਬੜੀ ਹੈਰਾਨੀਜਨਕ ਵੀ ਹੈ। ਹਾਸੋਹੀਣੀ ਗੱਲ ਇਹਦੇ ਵਿੱਚ ਹੈਗੇ ਵੀ ਪਤਾ ਕੌਣ, ਨਾਬਾਲਗ, ਜਿਹਦੇ ਵਿੱਚ 6 ਤੋਂ 18 ਸਾਲ ਦੇ ਥੱਲੀ ਉਮਰ ਦੇ ਹੈਗੇ ਬੱਚੇ, ਬਿਲਕੁਲ, ਜਿਹੜੇ ਸਕੂਲਾਂ ਕਾਲਜ 'ਚ ਬੈਠੇ ਆ। ਉੱਥੇ ਸਿਗਰਟ ਨੋਸ਼ੀ ਵੀ ਚੱਲ ਰਹੀ ਆ, ਉਹਦੇ ਵਿੱਚ ਗਾਂਜਾ ਔਰ ਉਹਦੇ ਵਿੱਚ ਭੰਗ ਜ਼ਿਆਦਾ। ਪਹਿਲੇ ਜ਼ਮਾਨੇ 'ਚ ਇੰਡੀਆ 'ਚ ਜਾਂ ਭਾਰਤ 'ਚ ਹੁੰਦਾ ਕਿ ਜਿੱਥੇ ਜੋਗੀਆਂ ਦੇ ਟਿੱਲੇ ਆ ਜਾਂ ਜਿੱਥੇ ਉਹਨਾਂ ਦੇ ਆਸ਼ਰਮ ਆ ਕਈ ਜਗ੍ਹਾ 'ਤੇ, ਉੱਥੇ ਜਿਹੜਾ ਇਹ ਭੰਗ ਦਾ ਚੱਲਦਾ ਸੀਗਾ। ਪਰ ਉਦੋਂ ਬਾਅਦ ਸਾਡੇ ਆਪਣੇ ਜਿਹੜੇ ਆ ਗੁਰੂ ਕੀ ਲਾਡਲੀ ਫੌਜ ਆ, ਨਿਹੰਗ ਜੀ, ਉਹ ਸਾਰੇ ਉਹਨਾਂ ਦੇ ਜਥੇ ਆ, ਉਹ ਤਾਂ ਲੈਂਦੇ ਆ ਜਿਹੜਾ ਸੁੱਖਾ ਜਾਂ ਭੰਗ ਆ ਉਹਨੂੰ ਘੋਟ ਕੇ ਜਾਂ ਉਹਦੇ 'ਚੋਂ ਲੈਂਦੇ ਆ। ਔਰ ਉਹਦੇ ਨਾਲ ਉਹ ਵੈਸੇ ਵੀ ਬੜੇ ਤਕੜੇ ਆ, ਖਾਂਦੇ ਪੀਂਦੇ ਬਹੁਤ ਸੋਹਣਾ ਹੈਗਾ, ਘੋੜਿਆਂ ਦੇ ਸਵਾਰੀ ਕਰਦੇ ਆ। ਇਹ ਹੈਗਾ ਆਪਣੇ ਪੰਜਾਬ 'ਚ, ਔਰ ਬਾਕੀ ਸੂਬਿਆਂ 'ਚ ਤਾਂ ਇੰਨਾ ਨਹੀਂ ਹੋਊਗਾ। ਅਤੇ ਜਿੱਥੇ ਇਹ ਗਿਆ, ਇਹ ਇਸ ਵੇਲੇ ਇਹ ਗੱਲ ਜਿਹੜੀ ਹੋਈ ਹੈ ਕਿ ਇਹਦੇ ਵਿੱਚ ਇਹਦੀ ਪਰਸੈਂਟੇਜ 243% ਤੱਕ ਚਲੇ ਗਈ ਆ। ਔਰ 19 ਸਟੇਟ ਜਿਹੜੇ ਉੱਥੇ ਤਾਂ ਫਰੀ ਆਫ ਗਾਂਜਾ, ਫਰੀ ਇਹਦਾ ਸਾਰਾ ਭੰਗ, ਕੋਈ ਉੱਥੇ ਰੋਕ ਟੋਕ ਨਹੀਂ ਗੀ। ਉਹਨਾਂ ਦੇ ਤਾਂ ਪੂਰੇ ਬਾਟੇ ਭਰ ਪੀ ਰਹੇ ਅਤੇ ਖਾ ਰਹੇ ਆ। ਔਰ ਇਹਦੇ ਨਾਲ ਬਾਕੀ ਇਹਦੇ ਨਾਲ ਜਿਹੜੀ ਅਪਰਾਧ ਆ, ਜਿਹੜੀ ਇਹ ਸਥਿਤੀ ਆ, ਅਪਰਾਧਕ ਸਥਿਤੀ, ਉਹ ਵੀ ਬੜੀ ਵਧੀ ਆ। ਇਸ ਕਰਕੇ ਕਿ ਨਸ਼ੇ ਦੇ ਵਿੱਚ ਇਹਨਾਂ ਨੇ ਕਈ ਕੁਛ ਕਰ ਜਾਂਦੇ ਆ। ਕਈ ਵਾਰੀ ਗਨ ਕਲਚਰ ਤਦ ਹੀ ਵੱਧਦਾ, ਉਹ ਨਸ਼ੇ ਦੇ ਉਹਦੇ ਪ੍ਰਭਾਵ ਥੱਲੇ ਹੁੰਦੇ ਆ, ਉਹਦੇ ਨਾਲ ਗੋਲੀ ਚਲਾਉਂਦੇ, ਉਹਦੇ ਨਾਲ ਲੋਕਾਂ ਨੂੰ ਮਾਰ ਦਿੰਦੇ, ਕਿਉਂਕਿ ਉਹਦਾ ਨਾਰਮਲ ਸਟੇਟਸ ਨਹੀਂ ਹੁੰਦਾ ਬੰਦੇ ਦਾ। ਬਿਲਕੁਲ ਸਹੀ। ਔਰ ਇਹਦੇ ਵਿੱਚ ਖਾਸ ਕਰਕੇ ਇਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਕੋਈ ਸਰਵੇ ਕੀਤਾ, ਉਹਨਾਂ ਸਕੂਲ ਕਾਲਜ ਜਿਹੜੇ ਆ ਉਹਨਾਂ ਵਿੱਚੋਂ ਬੱਚਿਆਂ ਨੂੰ ਉਹਨਾਂ ਨੇ ਛਾਂਟੀ ਕੀਤੀ ਆ ਕਿ ਕਿਹੜੇ ਬੱਚੇ ਜਿਹੜੇ ਆ ਨਸ਼ੇ ਦੇ ਵਿੱਚ ਪ੍ਰਭਾਵਿਤ ਹੋਏ ਆ। ਔਰ ਉਹਦੇ ਵਿੱਚ ਮਾਂ ਪਿਓ ਦਾ ਜਿਹੜਾ ਦਖਲਅੰਦਾਜ਼ੀ ਘੱਟ ਜਾਂਦੀ, ਕਿਉਂਕਿ ਉੱਥੇ ਤਾਂ ਉਹ ਇੱਕਦਮ 911 'ਤੇ ਫੋਨ ਕਰ ਦਿੰਦੇ ਆ।
ਉਹਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਕੰਪਲੇਂਟ ਕਰਦੇ ਆ 18 ਸਾਲ ਤੋਂ ਬਾਅਦ ਤਾਂ ਬੱਚੇ ਆਪਣੀ ਇੰਡੀਪੈਂਡੈਂਟ ਜਿੱਥੇ ਮਰਜ਼ੀ ਉਹਨਾਂ ਕੰਟਰੀਆਂ 'ਚ ਰਹਿ ਸਕਦੇ ਆ, ਆਪਣੇ ਫਲੈਟ 'ਚ ਰਹਿਣ, ਜਿੱਥੇ ਮਰਜ਼ੀ ਰਹਿਣ। ਇੰਡੀਆ ਦੀ ਜਿਹੜੀ ਹੈਗੀ ਆ ਪਾਪੂਲੇਸ਼ਨ ਵਿੱਚ ਜੁਆਇੰਟ ਫੈਮਿਲੀ ਆ, ਸੰਯੁਕਤ ਪਰਿਵਾਰ ਆ, ਵੱਡੇ ਦਾ ਕੰਟਰੋਲ ਹੁੰਦਾ। ਉੱਥੇ ਕੰਟਰੋਲ ਵਾਲਾ ਕੋਈ ਕੰਮ ਨਹੀਂ ਗਾ। ਔਰ ਜਦੋਂ ਕੰਟਰੋਲ ਨਹੀਂ ਰਹਿੰਦਾ, ਇਹ ਕੱਚੀ ਉਮਰ ਹੁੰਦੀ ਹੈ, ਛੋਟੀ ਉਮਰ ਹੁੰਦੀ ਹੈ, ਸਮਝ ਘੱਟ ਹੁੰਦੀ ਹੈ। ਇਸ ਉਮਰ 'ਚ ਕਈ ਤਰ੍ਹਾਂ ਦੀਆਂ ਲਾਹਨਤਾਂ, ਕਈ ਤਰ੍ਹਾਂ ਦੀਆਂ ਲੱਤ, ਕਈ ਤਰ੍ਹਾਂ ਦਾ ਆਦਤਾਂ ਬਣ ਜਾਂਦੀਆਂ। ਜਿਨ੍ਹਾਂ ਨੂੰ ਕੰਟਰੋਲ ਕੌਣ ਕਰਦਾ? ਮਾਂ ਪਿਓ, ਜਾਂ ਉਹਨਾਂ ਦੇ ਟੀਚਰ, ਜਾਂ ਉਹਨਾਂ ਦੇ ਨਾਲ ਬੈਠੇ ਜਿਹੜੇ ਕੁਝ ਸਿਆਣੇ ਸਟੂਡੈਂਟ ਬੱਚੇ ਆ। ਔਰ ਦੇਖ ਲਓ ਇਹੋ ਜਿਹੀਆਂ ਕੰਟਰੀਆਂ, ਜਿੰਨੀ ਕੰਟਰੀਆਂ ਅੱਗੇ ਨੂੰ ਵਧੀ ਜਾਂਦੀਆਂ, ਪਰ ਕਿਸ ਤਰ੍ਹਾਂ ਵਧ ਰਹੀਆਂ? ਜਨਰੇਸ਼ਨ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਟੈਂਦੀ ਕਲਾਂ ਵੱਲ ਜਾ ਰਹੀ ਆ, ਕਿਉਂਕਿ ਪੁਰਾਣੇ ਲੋਕ ਤਾਂ ਠੀਕ ਸੀਗੇ, ਸਿਆਣੇ ਸੀਗੇ। ਹੁਣ ਵਾਲੀ ਜਨਰੇਸ਼ਨ ਹੈ ਜਿਹੜੀ ਉਹ ਤਾਂ ਬਿਲਕੁਲ ਇਸ ਗੱਲ ਡਾਊਨਫਾਲ ਵਾਲੇ ਪਾਸੇ ਨੂੰ ਜਾ ਰਹੀ ਆ। ਇਹਦਾ ਮਤਲਬ ਇਹ ਹੈਗਾ ਕਿ ਉੱਥੇ ਕੰਟਰੋਲ ਜਿਹੜਾ ਇਹਨਾਂ ਨਹੀਂ ਰਿਹਾ। ਰੇਸ਼ੋ ਦੱਸ ਰਹੀ ਹੈ ਕਿ ਇੰਨੀ ਰੇਸ਼ੋ ਵੱਧ ਰਹੀ ਆ, ਜਿਹਦੇ 'ਚ ਯੰਗ ਏਜ 'ਚ ਇੱਕ ਤਾਂ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਨੰਬਰ 2 ਦਿਮਾਗ ਖਰਾਬ ਹੋ ਰਿਹਾ, ਨੰਬਰ 3 ਐਜੂਕੇਸ਼ਨ ਕੋਈ ਨਹੀਂ ਹੈਗੀ, ਚੌਥੀ ਹੈਗੀ ਹੈ ਸੋਸ਼ਲ ਜਿਹੜਾ ਤੁਹਾਡਾ ਭਾਈਚਾਰਕ ਸਾਂਝ ਆ ਵੀ ਟੁੱਟਦੀ ਜਾਂਦੀ ਹੈ। ਜਿਹੜਾ ਨਸ਼ੇੜੀ ਹੁੰਦਾ ਨਾ ਇਹ ਆਪਣੇ ਆਪ 'ਚ ਫਿਰ ਦੂਜਿਆਂ ਤੋਂ ਦੂਰ ਰਹਿੰਦਾ, ਇਸ ਕਰਕੇ ਦੂਰ ਰਹਿੰਦਾ ਕਿ ਥੋੜ੍ਹੀ ਜਿਹੀ ਇਨਫੀਰੀਟੀ ਆ ਜਾਂਦੀ ਹੈ ਇਹਦੇ ਵਿੱਚ। ਜਿਹੜਾ ਉਹ ਨਹੀਂ ਹੁੰਦਾ ਕਿ ਮੈਂ ਅੱਗੇ ਜਾ ਕੇ ਗੱਲ ਕਰਾਂ, ਕੌਨਫੀਡੈਂਸ ਵੀ ਲੂਜ਼ ਹੁੰਦਾ ਹੈ, ਨਾਲੇ ਦੂਜੇ ਵੀ ਪਸੰਦ ਨਹੀਂ ਕਰਦੇ। ਹਾਂ, ਸਾਹਮਣੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਨਸ਼ੇ 'ਚ ਕੌਣ ਪਸੰਦ ਕਰੇਗਾ। ਇਹ ਹਾਂ, ਇਸ ਕਰਕੇ ਵੀ ਦੇਖੋ ਨਸ਼ਾ ਕੋਈ ਵੀ ਹੋਵੇ ਮਾੜਾ ਹੈ। ਬਿਲਕੁਲ ਸਹੀ, ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ, ਚਾਹੇ ਉਹ ਭਾਰਤ ਦੀ ਧਰਤੀ ਹੋਵੇ, ਚਾਹੇ ਉਹ ਅਮਰੀਕਾ ਦੀ ਧਰਤੀ ਹੋਵੇ, ਦੁਨੀਆ ਦੀ ਕਿਸੇ ਵੀ ਥਾਂ ਦੇ ਉੱਤੇ ਨਸ਼ੇ ਹਮੇਸ਼ਾ ਮਾੜੇ ਨੇ। ਪਰ ਦੇਖੋ ਗਵਰਨਮੈਂਟ ਵੱਲੋਂ ਵੀ ਪਾਲਿਸੀਆਂ ਬਣੀਆਂ ਹੋਈਆਂ ਨੇ, ਵਿਕਦੇ ਪਏ ਨੇ, ਸਰੇਆਮ ਵਿਕਦੇ ਨੇ। ਤਾਂ ਸ਼ਰਾਬ ਸਰੇਆਮ ਵਿਕਦੀ ਹੈ, ਬਲਕਿ ਪੰਜਾਬ ਦੇ ਵਿੱਚ ਦੇਖੋ ਸ਼ਰਾਬ ਸਸਤੀ ਬਹੁਤ ਆਪਣੇ ਨਸ਼ੇ ਬਹੁਤ ਆ। ਨੌਜਵਾਨ ਇੱਧਰ ਹੀ ਗ੍ਰਸਤ ਹੋ ਗਏ ਇਸ ਨਸ਼ਿਆਂ ਦੇ ਵਿੱਚ। ਜਿੱਥੇ ਖਾਲੀ ਪਲਾਟ ਭੰਗ ਦੀ ਹਾਲ ਦੇਖ ਲਓ, ਜਿੱਥੇ ਖਾਲੀ ਪਲਾਟ ਨੇ ਪੰਜਾਬ ਦੇ ਵਿੱਚ ਲਾ ਰਹੇ ਆ, ਉੱਥੇ ਭੰਗ ਉੱਗਦੀ ਆ, ਕੁਦਰਤੀ ਤੌਰ ਤੇ ਉੱਗਦੀ ਹੈ। ਉਹ ਕੋਈ ਨਾ ਕੋਈ ਖੜਾ ਹੁੰਦਾ ਉੱਥੇ, ਉਹ ਤਰਾਤ ਕਰਦਾ ਹੁੰਦਾ ਆਪਣੀ ਸਿਗਰਟ ਔਰ ਆਪਣਾ ਜਿਸ ਤਰ੍ਹਾਂ ਵੀ ਉਹਨੇ ਪੀੜੀ ਹੁੰਦੀ ਆ। ਕਈ ਵਾਰ ਅਸੀਂ ਦੇਖਦੇ ਆ ਤੁਰੇ ਜਾਂਦੇ ਸਿਗਰਟ ਦੇ ਵਿੱਚ ਪਾਉਂਦੇ, ਕਈ ਵਾਰ ਅਸੀਂ ਦੇਖਦੇ ਹਾਂ, ਔਰ ਇਹ ਦੇਖ ਕੇ ਬੜਾ ਫੀਲ ਹੁੰਦਾ ਹੈ ਕਿ ਡਾਕਟਰਸ ਕਹਿੰਦੇ ਨੇ ਕਿ ਪੀਣ ਤੋਂ ਬਾਅਦ ਦਿਮਾਗ ਸੁੰਨ ਹੋ ਜਾਊਗਾ, ਇਹ ਬੰਦਾ ਸੁੱਤਾ ਹੀ ਰਹੂਗਾ, ਇਹਨੇ ਕੰਮ ਕੀ ਕਰਨਾ। ਔਰ ਬਜ਼ੁਰਗ ਹਮੇਸ਼ਾ ਕਹਿੰਦੇ ਨੇ, ਕਿਉਂਕਿ ਸ਼ੁਰੂ ਤੋਂ ਲੋਕ ਪੀਂਦੇ ਨੇ ਭੰਗ, ਤਾਂ ਬਜ਼ੁਰਗ ਹਮੇਸ਼ਾ ਕਹਿੰਦੇ ਨੇ ਪੀਓ ਭੰਗ ਤੇ ਸੋਵੋ ਬਾਗੀ, ਪਿਛਲੇ ਜੀਣਗੇ ਆਪਣੇ ਭਾਗੀ। ਵੀ ਤੁਸੀਂ ਸਮਝੋ ਆਪਣੀ ਲਾਪਰਵਾਹੀ ਦੇ ਨਾਲ ਬਾਗ 'ਚ ਜਾ ਕੇ ਸੁੱਤੇ ਹੋਏ ਹੋ ਤੇ ਪਿਛਲੇ ਆਪਣੇ ਭਾਗੇ ਜੀਓ ਜਾਣ, ਆਪੇ ਖਾਓ ਪੀਓ ਜੋ ਮਰਜ਼ੀ ਕਰਨ, ਵਿਚਾਰੇ ਫੈਮਿਲੀ ਰੁਲ ਗਈ, ਤੁਸੀਂ ਤੇ ਨਸ਼ੇ ਕਰਕੇ ਪਏ ਹੋਏ ਹੋ, ਆਪਣੀ ਲੋਰ 'ਚ ਪਏ ਹੋਏ ਹੋ। ਸੋ ਇਹ ਬੇਵਕੂਫਾਂ ਵਾਲੀਆਂ ਗੱਲਾਂ ਨੇ। ਤਾਂ ਇੱਥੋਂ ਖੁਦ ਹੀ ਬੰਦੇ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਹੀਰਾ ਜਨਮ ਮਿਲਿਆ ਮੈਨੂੰ, ਇੰਨਾ ਅਨਮੋਲ ਜੀਵਨ। ਇੱਕ ਹੋਰ ਵੀ ਹੈ, ਮੈਨੂੰ ਯਾਦ ਆਇਆ, ਉਹ ਅੱਗੇ ਆਂਦੇ ਨੇ ਕਿ ਖਾਣ ਵੀ ਹੈਗਾ, ਕਹਿੰਦੇ ਅਫੀਮ ਮੰਗਦੀ ਰੇਵੜੀਆਂ, ਅਫੀਮ ਦਾ ਨਸ਼ਾ ਖਾਂਦੇ ਤੇ ਰੇਵੜੀਆਂ ਖਾਣ ਨੂੰ ਦਿਲ ਕਰਦਾ ਉਹਦਾ ਕਿ ਮਿੱਠਾ ਖਾਵਾਂ ਹੋਰ ਚੜੇ, ਤੇ ਪੋਸਤ ਮੰਗਦਾ ਗੰਨੇ, ਤੇ ਭੰਗ ਵਿਚਾਰੀ ਆਲੀ ਪੋੜੀ ਜੋ ਆਵੇ ਸੋ ਬੰਨੇ। ਜਿਹਨੇ ਭੰਗ ਲੈ ਖਾਧੀ ਨਾ, ਜੋ ਖਾ ਲਿਆ, ਉਹਨੂੰ ਪਤਾ ਨਹੀਂ ਲੱਗਦਾ ਭੁੱਖ ਲੱਗੀ ਆ, ਕਿੰਨਾ ਕੁ ਮੇਰੇ ਢਿੱਡ 'ਚ ਗਿਆ, ਕੁਛ ਨਹੀਂ ਹੈਗਾ। ਇਹ ਜਿਹੜੇ ਨਿਹੰਗ ਸਿੰਘ ਨੇ ਜਾਂ ਗੁਰੂ ਕੀ ਲਾਡਲੀ ਫੌਜ, ਇਹਨਾਂ ਦੀ ਡਾਇਟ ਬੜੀ ਅੱਛੀ ਹੁੰਦੀ ਹੈ ਔਰ ਬੜੇ ਤਕੜੇ ਆ ਲੋਕ, ਖਾਂਦੇ ਪੀਂਦੇ ਬੜਾ ਵਧੀਆ। ਭੰਗ ਦੇ ਨਾਲ ਜਿਹੜੇ ਉਹ ਭੰਗ ਨਹਿਰ ਦੇ ਕਿਨਾਰੇ 'ਤੇ ਉਹਨੂੰ ਧੋ ਕੇ ਉਹਨੂੰ ਨਾ ਵਾਸ਼ ਪੂਰਾ ਬਣਾ ਕੇ ਸਾਫ਼ ਸੁਥਰਾ, ਫਿਰ ਉਹਦੀਆਂ ਪਿੰਨੀਆਂ ਜਿਹੀਆਂ ਵੱਟ ਕੇ ਮੁੜ ਕੇ ਉਹ ਖਾਂਦੇ ਆ। ਔਰ ਉਸ ਤੋਂ ਬਾਅਦ ਇੰਨਾ ਖਾਂਦੇ ਪੀਂਦੇ ਆ ਔਰ ਬਹੁਤ ਜ਼ਬਰਦਸਤ ਹੈਗੇ ਆ। ਘੋੜਸਵਾਰੀ ਦਾ ਵੀ ਬੜਾ ਉਹਨਾਂ ਨੂੰ ਸ਼ੌਕ ਆ। ਪਰ ਇੱਕ ਗੱਲ ਹੈ ਇਹ ਹੈ ਖੰਨਾ ਜੀ, ਜਿਸ ਤਰ੍ਹਾਂ ਆਪਾਂ ਨੇ ਕਿ ਪੰਜਾਬ 'ਚ ਜਿਹੜਾ ਹੁਣ ਨਸ਼ੇ ਦੀ ਲੱਤ ਆ ਗਈ ਲੋਕਾਂ ਨੂੰ, ਇਹ ਬੇਰੁਜ਼ਗਾਰੀ ਦਾ ਵੀ ਸਿੱਟਾ ਹੈਗਾ। ਬੇਰੁਜ਼ਗਾਰੀ ਹੈ, ਕੰਮ ਨਹੀਂ ਹੈਗਾ, ਐਨਰਜੀ ਉਹਨਾਂ ਦੀ ਜਿਹੜੀ ਵੇਸਟ ਜਾ ਰਹੀ ਹੈ, ਬੱਚੇ ਵਿਹਲੇ ਆ, ਵਿਹਲਾ ਮਨ ਸ਼ੈਤਾਨ ਦਾ ਚਰਖਾ ਬਣ ਜਾਂਦਾ। ਪਰ ਉੱਥੇ ਬੇਰੁਜ਼ਗਾਰੀ ਕੀ ਹੈਗੀ ਆ? ਜਿਹੜੀ ਅਮਰੀਕਾ ਦੇ ਲੋਕ ਬੱਚੇ ਇਸ ਪਾਸੇ ਵੱਲ ਨੂੰ ਉਤਸ਼ਾਹਿਤ ਹੋ ਗਏ ਆ, ਉਸ ਪਾਸੇ ਨੂੰ ਨਸ਼ਾ ਖਾਣ ਲੱਗ ਪਏ ਆ, ਤਾਂ ਇਹ ਉੱਥੇ ਕੀ ਹੈਗਾ? ਇਹਦਾ ਮਤਲਬ ਫਿਰ ਇਹ ਸ਼ੌਕ ਆ, ਇਹ ਹੌਬੀ ਆ, ਇਹ ਉਹਨਾਂ ਦੀ ਦੂਜੀ ਹੈ, ਲੱਤ ਹੈ, ਦੇਖਾ ਦੇਖੀ ਲੱਗਦੀ ਹੈ। ਦੋਸਤ ਯਾਰਾਂ ਦੇ ਵਿੱਚ ਬਹਿ ਕੇ ਉਹ ਪੀ ਰਿਹਾ, ਉਹ ਵੀ ਤੂੰ ਵੀ ਪੀ ਕੇ ਦੇਖ, ਤੂੰ ਵੀ ਇੱਕ ਸੂਟਾ ਖਿੱਚ ਕੇ ਦੇਖ, ਉਹ ਵੀ ਸ਼ੁਰੂ ਹੋ ਜਾਂਦੇ ਨੇ। ਸੋ ਇਹ ਲੱਤ ਬਹੁਤ ਮਾੜੀ ਹੈ। ਹਾਲਾਂਕਿ ਉਹ ਲਿਖਿਆ ਹੁੰਦਾ ਹੈ ਕਿ ਇੰਜੂਰੀਅਸ ਟੂ ਹੈਲਥ, ਜੋ ਵੀ ਨਸ਼ਾ ਲਓ, ਪਰ ਫਿਰ ਵੀ ਦਾਰੂ ਸ਼ਰਾਬ 'ਤੇ ਵੀ ਲਿਖਿਆ ਹੁੰਦਾ, ਬੋਤਲ 'ਤੇ ਸਿਹਤ ਲਈ ਹਾਨੀਕਾਰਕ ਆ, ਬਾਕੀਆਂ 'ਤੇ ਵੀ ਲਿਖਿਆ ਹੁੰਦਾ। ਪਰ ਲੋਕ ਕਿੱਥੋਂ ਟਲਦੇ ਆ? ਉਹਨਾਂ ਦਾ ਆਖਣਾ ਕੋਈ ਗੱਲ ਨਹੀਂ, ਇਹ ਲਿਖਿਆ ਰਿਹਾ। ਲੇਕਿਨ ਨਸ਼ਾ ਕੋਈ ਵੀ ਹੋਵੇ, ਕਈਆਂ ਨੂੰ ਇਹ ਨਸ਼ਾ ਹੈ, ਕਈਆਂ ਨੂੰ ਦੌਲਤ ਦਾ ਨਸ਼ਾ ਹੈ, ਕਈਆਂ ਨੂੰ ਹੁਸਨ ਦਾ ਨਸ਼ਾ ਹੈ, ਹੈ ਨਾ, ਸਭ ਨੂੰ ਨਸ਼ਾ ਹੈ। ਰੋਟੀ ਦਾ ਨਸ਼ਾ ਜਿਹੜਾ ਹੈ ਸਭ ਤੋਂ ਨਸ਼ਾ ਚੜਿਆ ਹੋਇਆ, ਕਿਸੇ ਨੂੰ ਅਹੰਕਾਰ ਦਾ ਨਸ਼ਾ ਹੈ। ਸਹੀ, ਕਈ ਤਰ੍ਹਾਂ ਦੇ ਅਹੰਕਾਰ ਦਾ, ਕਈ ਤਰ੍ਹਾਂ ਦੇ ਨੇ। ਸੋ ਆਪਾਂ ਅੱਗੇ ਵਧੀਏ ਜੀ, ਨਸ਼ਿਆਂ ਤੋਂ ਨਿਕਲੀਏ ਹੁਣ। ਹੁਣ ਆਪਾਂ ਅੱਗੇ ਵਧਦੇ ਹਾਂ। ਕਿਸਾਨਾਂ ਵੱਲੋਂ ਸੰਸਦ ਦੇ ਮੈਂਬਰਾਂ ਦੇ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਕਿਸਾਨ ਤਾਂ ਹੁਣ ਪੂਰਾ ਪ੍ਰੈਸ਼ਰ ਗਰੁੱਪ ਬਣ ਕੇ ਨਿਕਲ ਰਹੇ ਨੇ, ਕਿਉਂਕਿ ਸਰਕਾਰ ਇਹਨਾਂ ਨਾਲ ਪ੍ਰੋਮਿਸ ਕਰਦੀ ਆ, ਪ੍ਰੋਮਿਸ ਪੂਰੇ ਨਹੀਂ ਕਰਦੀ। ਹੁਣ ਪੂਰੇ ਗੁੱਸੇ 'ਚ ਨੇ
ਹੁਣ ਇਹ ਘਰਾਓ ਹੋ ਰਹੇ ਨੇ, ਧਰਨੇ ਹੋ ਰਹੇ ਨੇ, ਲਗਾਤਾਰ ਚੇਤਾਵਨੀਆਂ ਹੋ ਰਹੀਆਂ। ਟੋਲ ਪਲਾਜ਼ੇ ਦੀ ਵੀ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਇਸ ਦੇ ਉੱਤੇ ਗੱਲ ਕਰੀਏ। ਹਾਂ, ਇਹ ਗੱਲ ਹੈਗੀ ਕਿ ਜਿਹਦੇ 'ਚ ਇਹਨਾਂ ਸੰਸਦ ਮੈਂਬਰਾਂ ਨੂੰ ਘੇਰਨ ਦਾ, ਉਹਨਾਂ ਨੂੰ ਦੱਸਣ ਦਾ ਸਾਰਾ ਕੁਝ ਕੀਤਾ, ਔਰ ਉਹਦੀ ਚਿੱਠੀ ਬਣਾ ਕੇ ਇਹਨਾਂ ਨੇ ਰਾਸ਼ਟਰਪਤੀ ਨੂੰ ਵੀ ਦੇ ਦਿੱਤੀ ਹੈ ਕਿਸਾਨਾਂ ਨੇ। ਉਹਨਾਂ ਨੇ ਕਹਿਤਾ ਕਿ ਸਾਡੀਆਂ ਜਿਹੜੀਆਂ ਲਟਕਦੀਆਂ ਮੰਗਾਂ ਵਾਂ, ਜੇ ਇਹਨਾਂ ਨਹੀਂ ਪੂਰਾ ਕੀਤਾ ਤਾਂ ਅਸੀਂ ਸੰਘਰਸ਼ ਕਰਾਂਗੇ, ਅਸੀਂ ਪਿੱਛੇ ਨਹੀਂ ਹਟਣ ਵਾਲੇ। ਉਹਨਾਂ ਨੇ ਕਿਹਾ ਕਿ ਅਸੀਂ 1.5 ਸਾਲ ਤੱਕ ਅੱਗੇ ਸੜਕਾਂ 'ਤੇ ਰੁਲ ਗਏ ਹਾਂ, ਤੋਂ ਉਹਦੇ ਬਾਅਦ ਜੋ ਕੁਛ ਸਾਨੂੰ ਦਿੱਤਾ ਵਾ ਉਹ ਪੂਰਾ ਨਹੀਂ ਸੀਗਾ। ਬਾਕੀ ਜਿਹੜੇ ਸਾਡੇ ਮਸਲੇ ਉਸੇ ਤਰ੍ਹਾਂ ਲਟਕ ਰਹੇ ਆ, ਜੇ ਉਹਨਾਂ ਨੂੰ ਨਹੀਂ ਪੂਰਾ ਕਰਨਗੇ ਤਾਂ ਅਸੀਂ ਪੂਰਾ ਹਿੰਦੁਸਤਾਨ ਨੂੰ ਹਿਲਾਵਾਂਗੇ। ਅੱਜ ਇਹ ਜਿਹੜਾ ਮਸਲਾ ਖੜਾ ਹੋਇਆ ਇਹ ਰਾਸ਼ਟਰਪਤੀ ਦੇ ਧਿਆਨ ਗੋਚਰੇ ਕਰ ਦਿੱਤਾ। ਦੂਜੀ ਗੱਲ, ਇਹਨਾਂ ਨੇ ਇਹ ਜਿਹੜਾ ਇਸ ਵੇਲੇ ਮਿਨੀ ਸੈਕਟਰੀਏਟ ਆ ਉਹਨੂੰ ਵੀ ਘੇਰਾ ਪਾ ਲਿਆ। ਉਹਦੇ ਵਿੱਚ ਵੀ ਹੈਗਾ ਕਿਰਤੀ ਮਜ਼ਦੂਰ, ਕਿਸਾਨ, ਸੰਯੁਕਤ ਮੋਰਚਾ, ਸਾਰੇ ਕੁਝ ਇਕੱਠੇ ਹੋ ਗਏ ਆ। ਉਹ 'ਚ ਕਿਸਾਨ ਬੀਬੀਆਂ ਵੀ ਚਲੇ ਗਈਆਂ ਔਰ ਸਾਰੇ ਬਜ਼ੁਰਗ ਜਿਹੜੇ ਕਿਸਾਨ ਉਹ ਵੀ ਇਕੱਠੇ ਹੋ ਕੇ ਚਲੇ ਗਏ ਆ। ਇਸ ਵੇਲੇ ਉਹਨਾਂ ਨੇ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਬਿਲਕੁਲ ਸੂਚਿਤ ਕਰ ਦਿੱਤਾ ਕਿ ਜੇ ਤੁਸੀਂ ਵਿਦਨ ਡੇਜ਼ ਇਹ ਸਾਡਾ ਨਹੀਂ ਕੰਮ ਪੂਰਾ ਕਰੋਗੇ, ਫਿਰ ਅਸੀਂ ਵਾਰ-ਵਾਰ ਧਰਨੇ ਨਹੀਂ ਲਾਵਾਂਗੇ, ਅਸੀਂ ਤੋੜ ਭੰਨ ਵੀ ਕਰਾਂਗੇ, ਬੜਾ ਕੁਛ ਅੱਗੇ ਸ਼ਾਂਤੀਪੂਰਵਕ ਗਏ ਇਹਨਾਂ ਦੇ। ਐਤਕੀ ਇਹਨਾਂ ਨੇ ਅਲਰਟ ਕਰ ਦਿੱਤਾ ਇਹਨਾਂ ਨੂੰ ਕਿ ਅਸੀਂ ਹੋ ਸਕਦਾ ਕੋਈ ਨੁਕਸਾਨ ਵੀ ਪਹੁੰਚਾਈਏ ਉਸ ਪ੍ਰਾਪਰਟੀ ਨੂੰ, ਕਿਉਂਕਿ MP ਜਿਹੜੇ ਨੇ, ਸੰਸਦ ਨੇ, ਉਹਨਾਂ ਦਾ ਜਿਹੜੀ ਕਮੇਟੀ ਆ ਉਹਨੂੰ ਇਹ ਮੁਖਾਤਬ ਹੋਏ ਆ ਪਹਿਲੋਂ। ਉਹਦੇ ਰਾਹੀਂ, ਉਹਦੇ ਵਾਇਆ ਇਹਨਾਂ ਨੇ ਲੈਟਰ ਆਪਣੇ ਵੱਲੋਂ ਬਣਾ ਕੇ ਆਪਣੇ ਰਾਸ਼ਟਰਪਤੀ ਮੁਰਮੂ ਜੀ ਨੂੰ ਭੇਜ ਦਿੱਤਾ। ਤੇ ਅੱਜ ਵੀ ਜਿਹੜਾ ਇਹਨਾਂ ਦੀ ਪੰਜਾਬ ਗੌਰਮੈਂਟ ਦੀ ਜਿਹੜੀ ਕੈਬਨਿਟ ਮੀਟਿੰਗ ਹੈਗੀ ਆ, ਉਹਦੇ 'ਚ ਖਾਸ ਤੌਰ 'ਤੇ ਮਸਲਾ ਇਹ ਆਊਗਾ ਕਿ ਕਿਸਾਨ ਨਾਰਾਜ਼ ਹੋ ਗਏ ਆ, ਇਹਨਾਂ ਨੂੰ ਹੁਣ ਕਿਸ ਤਰੀਕੇ ਨਾਲ ਮਨਾਉਣਾ। ਪਹਿਲੋਂ ਵੀ ਡੱਲੇਵਾਲ ਜੀ, ਜਗਜੀਤ ਸਿੰਘ ਡੱਲੇਵਾਲ ਜੀ ਨੇ ਭੁੱਖ ਹੜਤਾਲ ਰੱਖੀ ਸੀ, ਮਰਨ ਵਰਤਨ ਵੀ ਰੱਖਿਆ ਸੀਗਾ। ਉਹਨੂੰ ਆਪਣੇ ਇੱਥੋਂ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਰਾਤੋਂ ਰਾਤ ਮਨਾ ਕੇ ਤੇ ਉਸ ਹੜਤਾਲ ਤੋਂ ਰੁਕਵਾ ਦਿੱਤਾ ਔਰ ਅੱਗੇ ਸ਼ਾਂਤੀ ਹੋ ਗਈ। ਪਰ ਇਹ ਮਸਲਾ ਅਜੇ ਤੱਕ ਪੂਰੀ ਤਰ੍ਹਾਂ ਸੁਲਝਿਆ ਨਹੀਂ ਗਿਆ, ਇਹ ਉਸੇ ਤਰ੍ਹਾਂ ਦਾ ਲਟਕ ਰਿਹਾ, ਨਾ ਇੱਧਰ ਆ ਤਾਂ ਨਾ ਉੱਧਰ ਆ। ਕਿਸਾਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ, ਜਦੋਂ ਕਿ ਚਾਹੁੰਦੇ ਆ ਕਿ MSP ਜਿਹੜੀ ਬਣਾਉਣੀ ਆ ਉਹਦੀ ਕਮੇਟੀ ਬਣਾਈ ਆ, ਉਹਦੇ 'ਚ ਸਾਡਾ ਨੁਮਾਇੰਦਾ ਵੀ ਲਓ। ਉਹ 'ਚ ਪਿਊਸ਼ ਗੋਇਲ ਸੀ, ਨਰਿੰਦਰ ਰਾਵਤ ਜੀ ਸੀ ਜਿਹੜੇ ਐਗਰੀਕਲਚਰ ਮਿਨਿਸਟਰ ਆ। ਉਹ ਕਮੇਟੀ ਬਣੀ ਦੀ ਬਣੀ ਰਹਿ ਗਈ, ਧਰੀ ਦੀ ਧਰਾਈ ਰਹਿ ਗਈ ਉੱਥੇ ਦੀ ਉੱਥੇ, ਤੇ ਇਹਨਾਂ ਦਾ ਮਸਲਾ ਠੰਡੇ ਬਸਤੇ 'ਚ ਪੈ ਗਿਆ, ਨਾ ਇੱਧਰ ਨਾ ਉੱਧਰ, ਹੈ ਨਾ। ਤਾਂ ਹੁਣ ਇਸ ਕਰਕੇ ਇਹਨਾਂ ਨੇ ਧਰਨਾ ਲਾ ਦਿੱਤਾ ਵੀ ਅਸੀਂ ਹੁਣ ਬੜੇ ਤਰੀਕੇ ਨਾਲ ਆਵਾਂ, ਕਿਉਂਕਿ ਹੁਣ ਯੂਨਾਈਟ ਪੂਰੇ ਦੇਸ਼ ਦਾ ਕਿਸਾਨ ਇਕੱਠਾ ਹੋ ਗਿਆ ਔਰ ਸਭ ਤੋਂ ਡੋਮੀਨੇਟਿੰਗ ਪੰਜਾਬ ਦੇ ਕਿਸਾਨ। ਐਗਜ਼ੈਕਟਲੀ। ਔਰ ਕਿਸਾਨਾਂ ਨੂੰ ਜਦੋਂ ਤੱਕ ਤੁਸੀਂ ਰਾਹਤ ਨਹੀਂ ਦਿਓਗੇ, ਕਿਸਾਨ ਤੁਹਾਨੂੰ ਵੀ ਨਹੀਂ ਚੈਨ ਨਾਲ ਬੈਠਣ ਦੇਣਗੇ, ਕਿਉਂਕਿ ਜੋ ਧਰਤੀ ਦੇ ਸੀਨੇ 'ਚੋਂ ਅਨਾਜ ਉਗਾਉਣਾ ਜਾਣਦੇ ਨੇ ਨਾ, ਜੋ ਸਖਤ ਮਿਹਨਤ ਕਰਨਾ ਜਾਣਦੇ ਨੇ, ਉਹ ਕਿਸੇ ਗੱਲ ਤੋਂ ਘਬਰਾਉਂਦੇ ਨਹੀਂ। ਉਹ ਹਰ ਤਰ੍ਹਾਂ ਦਾ ਮੌਸਮ, ਮੀਂਹ ਝੱਖੜ ਝੱਲ ਸਕਦੇ ਨੇ। ਸੋ ਧਰਨੇ ਵੀ ਲਗਾ ਦੇਣਗੇ ਔਰ ਤੁਹਾਨੂੰ ਘਿਰਾਓ ਵੀ ਕਰਨਗੇ। ਬਲਕਿ ਤੁਹਾਨੂੰ ਆਪ ਨੂੰ ਇਹ ਕਰਨਾ ਚਾਹੀਦਾ, ਕਿਸਾਨਾਂ ਨੂੰ ਤੁਸੀਂ ਉਹਨਾਂ ਦੇ ਹੱਕ ਬਣਦੇ ਦਿਓ, ਕਿਉਂ ਨਹੀਂ ਦਿੰਦੇ? ਕਾਰਪੋਰੇਟਸ ਦੇ ਜਿਹੜੇ ਵੱਡੇ ਕਰਜ਼ੇ ਮਾਫ ਹੋ ਜਾਂਦੇ ਨੇ ਹਜ਼ਾਰਾਂ ਕਰੋੜ ਦੇ, ਤੇ ਕਿਸਾਨਾਂ ਨੂੰ ਕੋਈ ਬੈਨੀਫਿਟ ਨਹੀਂ। ਜਿਹੜੇ ਅੰਨਦਾਤਾ ਨੇ ਸਾਨੂੰ ਜਿਉਂਦਾ ਰੱਖਣਾ, ਉਹ ਤੋਂ ਰੋਟੀ ਖਾਵਾਂਗੇ ਤੇ ਤਾਂ ਹੀ ਕੁਝ ਕਰਾਂਗੇ ਨਾ। ਇਹ ਵੱਡੇ ਵੱਡੇ ਇੰਡਸਟਰੀਲਿਸਟ, ਵੱਡੇ ਵੱਡੇ ਕਾਰਪੋਰੇਟ ਹਾਊਸਿਸ ਖਾਣਾ ਤਾਂ ਉਹ ਖਾਂਦੇ ਨੇ ਨਾ ਜਿਹੜੇ ਕਿਸਾਨ ਪੈਦਾ ਕਰਦੇ ਨੇ। ਸੋ ਵਿੱਚ ਵੀ ਬੜੇ ਲੂਪ ਹੋਲਸ ਨੇ, ਔਰ ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਚੱਲਦੇ ਰਹੇ, ਉਹੀ ਕਿਸਾਨ ਉਹਨਾਂ ਕਾਰਪੋਰੇਟਸ ਦੇ ਕੋਲ ਜਾ ਕੇ ਆਪਣੀਆਂ ਸਾਰੀਆਂ ਕਣਕ ਦੀਆਂ ਔਰ ਅਨਾਜ ਦੀਆਂ ਸਾਰੀਆਂ ਬੋਰੀਆਂ ਖਾਲੀਆਂ ਕਰਦੇ ਪਏ ਨੇ। ਉੱਥੇ ਵੀ ਗੱਲ ਤਾਂ ਫਿਰ ਉੱਥੇ ਹੁੰਦੀ ਪਈ ਹੈ। ਕਾਰਪੋਰੇਟਸ ਦਾ ਹਮੇਸ਼ਾ ਕਬਜ਼ਾ ਹੁੰਦਾ ਹੀ ਪਿਆ, ਹੌਲੀ ਹੌਲੀ ਕਰਕੇ ਹੁੰਦਾ ਹੀ ਪਿਆ। ਇਹ ਗੱਲ ਪਤਾ ਨਹੀਂ ਕਿੱਧਰ ਬਣਨੀ, ਕਿਹੜੀ ਕਹਾਣੀ ਬਣਨੀ ਹੈ। ਅੱਗੇ ਸੋਚਦੇ ਆਪਾਂ। ਕਿਸਾਨਾਂ ਨੇ ਇਹ ਵੀ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਨ ਲਈ ਧਰਨੇ ਲਗਾ ਵੀ ਰਹੇ ਨੇ, ਕਹਿੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਵਾ ਕੇ ਛੱਡਣੇ ਨੇ। ਮੈਂ ਇਹੀ ਕਹਿ ਰਿਹਾ, ਇਹ ਕਹਾਣੀ ਪਤਾ ਨਹੀਂ ਕਿੱਧਰ ਨੂੰ ਤੁਰੇਗੀ। ਪਰ ਇਹ ਜੋ ਵੀ ਹੋ ਰਿਹਾ ਨਾ, ਇਹ ਬੜਾ ਰਿਸਕੀ ਹੋ ਰਿਹਾ ਹੈ, ਸਭ ਕੁਝ ਬੜਾ ਰਿਸਕੀ ਹੁੰਦਾ ਜਾ ਰਿਹਾ। ਟੋਲ ਪਲਾਜ਼ੇ ਦਾ ਇੱਕ ਚੱਕਰ ਹੋਰ ਪੈ ਗਿਆ, ਜਿਹਦੇ 'ਚ ਪਤਾ ਕੀ ਆ, ਜਿਹਦੇ ਵਿੱਚ ਕਿਸਾਨਾਂ ਦੇ ਨਾਂ 'ਤੇ, ਉਹਨਾਂ ਦੀ ਜਥੇਬੰਦੀ ਦੇ ਨਾਂ 'ਤੇ ਕਾਰਡ ਬਣਾ ਕੇ ਆਪਣੇ, ਤੇ ਉਹ ਫਰੀ ਲੋਕ ਜਾ ਰਹੇ ਆ ਜਿਹੜੇ ਕਾਮਨ ਆਮ ਲੋਕ, ਰਜਿਸਟ੍ਰੇਸ਼ਨ ਕਾਰਡ ਜਿਹੜਾ ਹੈ ਨਾ ਉਹਦੇ ਵਾਸਤੇ ਯੂਜ਼ ਕਰਦੇ। ਉਹਨਾਂ ਨੇ ਇਹ ਰੋਕਾ ਲਾਇਆ ਕਿ ਜਿਹਦੇ ਵਿੱਚ ਇਹਨਾਂ ਨੇ ਕਿਸਾਨਾਂ ਤੇ ਵੈਸੇ ਕਹਿਤਾ ਕਿ ਹੁਣ ਪੰਜਾਬ ਦੇ ਵੈਸੇ ਟੋਲ ਪਲਾਜ਼ਾ ਵੈਸੇ ਬੰਦ ਕਰ ਦਿਓ ਜੀ। ਉਹਦਾ ਰੀਜ਼ਨ ਇਹਨਾਂ ਨੇ ਕਿਹਾ ਕਿ ਇਸ ਕਰਕੇ ਜਦੋਂ ਗੱਡੀ ਲੈਂਦਾ ਕਿਸਾਨ ਜਾਂ ਆਮ ਕਿਰਤੀ ਜਾਂ ਕੋਈ ਆਮ ਜੌਬ ਵਾਲਾ, ਉਹ ਤਾਂ ਪਹਿਲਾਂ ਦੇ ਦਿੰਦਾ, ਜਦੋਂ RC ਬਣਦੀ ਉਹਦਾ ਨੰਬਰ ਦਿੱਤਾ ਜਾਂਦਾ, ਕੰਪਨੀ ਵਾਲੇ ਪਹਿਲਾਂ ਪੈਸੇ ਉੱਥੇ ਧਰਾ ਲੈਂਦੇ ਆ। ਇੱਕ ਤਾਂ ਕਾਸਟ ਹੋ ਗਈ ਉਹਦੀ ਜਗ੍ਹਾ ਦੀ, ਟਾਇਰ ਪਾਏ ਕਿਹੜੇ ਪਾਉਣੇ ਆ, ਉਹ ਟਾਇਰਾਂ ਦਾ ਜਿਹੜਾ ਮੁੱਲ ਰੱਖਿਆ ਜਾਂਦਾ। ਨੰਬਰ 3 ਤੇ RC ਦਾ ਜਿਹੜਾ ਹੁੰਦਾ, ਉਹ ਟੂਲ ਜਿਹੜਾ ਟੈਕਸ ਆ ਸਾਰਾ ਪਹਿਲਾਂ ਇਹ ਬਟੋਰ ਲੈਂਦੇ ਆ। ਹੁਣ ਜਿਹੜਾ ਟੋਲ ਪਲਾਜ਼ਾ ਹੈ ਤੇ ਇਹਨਾਂ ਦੇ ਹੱਥ ਨਹੀਂ ਪੰਜਾਬ ਗੌਰਮੈਂਟ ਦੇ, ਤਾਂ ਸੈਂਟਰ ਗੌਰਮੈਂਟ ਦੇ ਹੈਗਾ, ਜਿਹੜੇ ਸੈਂਟਰ ਗੌਰਮੈਂਟ ਦੀ ਵਾਹਨ ਏਜੰਸੀ ਹੈ ਉਹਨਾਂ ਕੋਲ ਹੈ। ਔਰ ਇਹਦੇ ਵਿੱਚ ਪਹਿਲਾਂ ਤਾਂ ਕਿਸਾਨਾਂ ਨੇ 1.5 ਸਾਲ ਪੱਤਾ ਨਹੀਂ ਹਿੱਲਣ ਦਿੱਤਾ। ਸਾਰੇ ਟੋਲ ਪਲਾਜ਼ਾ 'ਤੇ ਇਹਨਾਂ ਦੇ ਆਪਣੇ ਧਰਨੇ ਸੀਗੇ, ਉਹ ਸਾਰੇ ਕਰਮਚਾਰੀ ਉਠਾ ਕੇ ਉੱਥੋਂ ਲੈ ਗਏ। ਉੱਥੇ ਸਿਰਫ ਇੱਕ ਡੱਕਾ ਜਿਹਾ ਲਗਾ ਕੇ ਵੀ ਉਹਨੂੰ ਰੋਕਣ ਲਈ ਕੋਈ ਗੱਡੀ ਨਹੀਂ ਰੁਕਦੀ, ਕਿਉਂਕਿ ਕਿਸਾਨ ਬੈਠੇ ਉੱਥੇ। ਜਿੰਨੀ ਦੇਰ ਇਹਨਾਂ ਦਾ ਧਰਨਾ ਚੱਲਦਾ ਰਿਹਾ, ਕੁਝ ਨਹੀਂ ਹੋਇਆ। ਉਦੋਂ ਬਾਅਦ ਇਹਨਾਂ ਕੀ ਕੀਤਾ, ਉਹ ਗੱਲ ਸਾਰੇ ਦਰਸ਼ਕਾਂ ਨੂੰ ਵੀ ਪਤਾ ਹੈ। ਜਦੋਂ ਟੋਲ ਪਲਾਜ਼ਾ ਵਾਲਿਆਂ ਨੇ ਜਦੋਂ ਇਹ ਖੋਲ੍ਹੇ, ਉਹਨਾਂ ਨੇ 1 ਮਿੰਟ 'ਚ ਡਬਲ ਕਰਤੇ। ਜਦੋਂ ਜਿੱਥੇ 35 ਰੁਪਏ ਲੱਗਦਾ 70 ਕਰਤਾ,
ਜਿੱਥੇ 300 ਉੱਥੇ 600 ਰੁਪਏ ਕਰਤਾ। ਫਿਰ ਸਿੰਗਲ 300 ਰੁਪਏ ਤੁਹਾਡੇ ਕੋਲ ਇੱਧਰ ਦੀ ਲਿਆ, 300 ਰੁਪਏ ਵਾਪਸੀ ਤੇ ਰਹਿਣਗੇ। ਅੱਗੇ ਤੁਹਾਡਾ ਡਬਲ ਹੁੰਦਾ ਸੀ, ਇੱਕ ਵਾਰੀ ਤੁਸੀਂ ਦਿੱਤੇ ਤਾਂ ਵਾਪਸੀ ਤੇ ਫ੍ਰੀ ਆ ਸਕਦੇ, ਪਰਚੀ ਕੋਡ ਰੱਖੋ। ਅੰਮ੍ਰਿਤਸਰ ਸਾਹਿਬ ਨੂੰ ਜਦੋਂ ਅਸੀਂ ਜਾਂਦੇ ਹਾਂ ਦਰਸ਼ਨਾਂ ਲਈ, ਉੱਥੇ ਜਾ ਕੇ ਪਹਿਲਾਂ ਤਾਂ ਜੰਡਿਆਲੇ ਦੇ ਨੇੜੇ ਇੱਕ ਲੱਗਾ, ਇੱਕ 10 ਕਿਲੋਮੀਟਰ ਨੇੜੇ ਹੋਰ ਲਾਤਾ। ਔਰ ਜਦੋਂ ਸ਼ਰਧਾਲੂ ਆਮ ਤੌਰ ਤੇ ਐਤਵਾਰ ਸ਼ਨੀਚਰਵਾਰ ਜਾਂ 7 ਦਿਨ ਜਾ ਕੇ ਨਤਮਸਤਕ ਹੁੰਦੇ ਆ, ਦਰਸ਼ਨ ਕਰਨ ਜਾਂਦੇ ਆ ਉੱਥੇ, ਔਰ ਰਾਤ ਵੀ ਰਹਿੰਦੇ ਆ, ਅਗਲੇ ਦਿਨ ਵੀ ਆਉਂਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨੇ ਉੱਥੇ ਟੂਲ ਪਲਾਜ਼ਾ ਦੇਣੇ ਪੈਂਦੇ। ਜਦੋਂ ਕਿ ਗਡਕਰੀ ਸਾਹਿਬ ਨੇ ਔਰ ਅਮਿਤ ਸ਼ਾਹ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਨੂੰ ਰੋਕ ਕੇ 60 ਕਿਲੋਮੀਟਰ ਦੀ ਰੇਂਜ 'ਚ ਜਿਹੜੇ ਹੈਗੇ ਆ ਉਹ ਮਾਫ ਕਰ ਦਾਂਗੇ, ਬਾਕੀ ਉਦੋਂ ਅੱਗੇ ਸ਼ੁਰੂ ਹੋਊਗਾ। ਮੰਨ ਲਓ ਇੱਕ ਪਿੰਡ ਤੋਂ ਗਿਆ, ਢਿਲਵਾਂ ਤੋਂ ਸ਼ੁਰੂ ਹੋਇਆ ਤਾਂ ਅੱਗੇ ਜੰਡਿਆਲੇ ਫਿਰ ਲੱਗ ਗਿਆ, ਉਹ ਅਗਲਾ ਇਹਨਾਂ ਨੇ ਕਿਹਾ ਕਿ ਇਨ ਬਿਟਵੀਨ ਜਿਹੜਾ 60 ਕਿਲੋਮੀਟਰ ਆਊਗਾ ਉਹਨੂੰ ਮਾਫ ਕਰ ਦਾਂਗੇ। ਪਰ ਹੁਣ ਇਹਨਾਂ ਨੇ ਉਸੇ ਤਰ੍ਹਾਂ ਦਾ ਪੈਂਤੜਾ ਰੱਖਿਆ। ਹੁਣ ਇਹਦੇ ਵਿੱਚ ਲੁੱਟਿਆ ਕੌਣ ਜਾ ਰਿਹਾ? ਪੰਜਾਬ ਦਾ ਵਸਨੀਕ, ਪੰਜਾਬ ਦੇ ਲੋਕ। ਕਿਸਾਨਾਂ ਨੇ ਜੇ ਹਾਮੀ ਭਰੀ ਆ, ਤੇ ਜਿਹੜੇ ਜਵਾਨ, ਜਿਹੜੀਆਂ ਯੂਥ ਹੈਗੀਆਂ ਸਾਡੀਆਂ ਏਜੰਸੀਆਂ, ਯੂਥ ਕਾਂਗਰਸ ਦੇ ਨੁਮਾਇੰਦੇ ਹੈਗੇ ਆ, ਅਕਾਲੀ ਦਲ ਦੇ ਯੂਥ ਵਿੰਗ ਹੈਗਾ, ਇਸ ਤਰ੍ਹਾਂ ਦੇ ਸਾਰੇ ਜਿਹੜੇ ਮੁੰਡੇ ਇਕੱਠੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਤਾਂ ਕਿ ਲੋਕਾਂ ਨੂੰ ਇਹਦਾ ਕੋਈ ਨਾ ਕੋਈ ਨਿਪਟਾਰਾ ਹੋਵੇ। ਇਹ ਬਹੁਤ ਵੱਡਾ ਮਸਲਾ ਜਿਹਨੂੰ ਨਾ ਤਾਂ ਕਦੀ ਕਿਸੇ ਪ੍ਰਿੰਟ ਮੀਡੀਆ ਨੇ ਗੱਲ ਕੀਤੀ ਹੈ, ਨਾ ਬਾਕੀ ਸੋਸ਼ਲ ਮੀਡੀਆ 'ਤੇ ਆਈ। ਸਾਡੇ ਇਸ ਚੈਨਲ ਤੋਂ ਬਹੁਤ ਵਾਰੀ ਇਹ ਗੱਲ ਗਈ ਹੈ, ਔਰ ਇਸ ਗੱਲ ਦਾ ਜਿਹੜਾ ਇਸ ਵੇਲੇ ਹਾਮੀ ਭਰ ਰਹੇ ਆ ਪੰਜਾਬ ਦੇ ਕਿਸਾਨ। ਔਰ ਇਹਨਾਂ ਨੇ ਕਹਿਤਾ ਕਿ ਜੇ ਨਹੀਂ ਬੰਦ ਹੋਊਗਾ ਫਿਰ ਸਾਡਾ ਸੰਘਰਸ਼ ਜਾਰੀ ਰਹੂਗਾ। ਇਹ 'ਚ ਕਿਰਤੀ ਕਿਸਾਨ ਹੈ, ਸੰਯੁਕਤ ਜਿਹੜਾ ਹੈਗਾ ਮੋਰਚਾ ਉਹ ਹੈਗਾ, ਸਾਰੇ ਲੋਕ ਇਕੱਠੇ ਹੋਏ ਆ। ਔਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਇਸ ਗੱਲ 'ਤੇ ਪੂਰੇ ਦਾ ਪੂਰਾ ਸੁਝਾਅ ਰੱਖੇ ਜਾਣ। ਔਰ ਗੌਰਮੈਂਟ, ਜਿਹੜੀ ਪੰਜਾਬ ਗੌਰਮੈਂਟ ਆ, ਭਗਵੰਤ ਮਾਨ ਜੀ ਨੂੰ ਇਹਦੇ 'ਤੇ ਧਿਆਨ ਦੇਣਾ ਚਾਹੀਦਾ। ਨਹੀਂ ਤਾਂ ਆਉਣ ਵਾਲੀ ਜਨਰੇਸ਼ਨ ਵਿਚਾਰੀ ਇਹ ਸੰਤਾਪ ਹੰਡਾਊ। ਪੈਸਾ ਤਾਂ ਅੱਗੇ ਨਹੀਂ ਲੋਕਾਂ ਕੋਲ, ਕਿੰਨਾ ਪੈਸਾ ਵਿਚਾਰੇ ਬਾਹਰੋਂ ਤੋਂ ਪੈਸਾ ਇਕੱਠਾ ਕਰਕੇ ਲਿਆਉਂਦੇ ਆ, ਇੱਥੇ ਲਿਆ ਕੇ ਪੰਜਾਬ 'ਚ ਨਹੀਂ ਰੁਕਦਾ। ਅੱਗੇ ਪਤਾ ਕੀ ਹੁੰਦਾ ਸੀ ਖੰਨਾ ਜੀ, ਅੱਗੇ ਸਟੇਟ ਟੂ ਸਟੇਟ ਹੁੰਦਾ ਹੈ ਟੂਲ ਪਲਾਜ਼ਾ। ਤੁਸੀਂ ਮੰਨ ਲਓ ਤੁਸੀਂ ਇੱਧਰੋਂ ਗਏ ਆ, ਅਗਲੇ ਪਾਸੇ ਨੂੰ ਵਾਲੇ ਤੋਂ ਅੱਗੇ ਨਿਕਲ ਗਏ ਹਰਿਆਣਾ ਆਉਂਦਾ, ਤੁਹਾਨੂੰ ਉੱਥੇ ਦੇਣਾ ਪਊਗਾ। ਡਲਹੌਜੀ ਤੋਂ ਅੱਗੇ ਨੂੰ ਗਏ ਤੁਸੀਂ ਹਿਮਾਚਲ ਆਇਆ, ਫਿਰ ਦੇਣਾ ਪਊ। ਸਟੇਟ ਟੂ ਸਟੇਟ ਹੁੰਦਾ। ਹੁਣ ਆਪਣੇ ਸਟੇਟ 'ਚ 15 ਜਗ੍ਹਾ 'ਤੇ ਤੁਹਾਡਾ ਹੈਗਾ, ਇਹ ਤਾਂ ਲੁੱਟ ਆ ਰਹੀ। ਇਸੇ ਕਰਕੇ ਕਿਸਾਨਾਂ ਨੇ ਇਸ ਵੇਲੇ ਇਹਦੀ ਹਾਮੀ ਭਰੀ ਆ, ਸੰਘਰਸ਼ ਕਰਨਗੇ ਔਰ ਉਹਨਾਂ ਨੇ ਪੂਰੇ ਦਾ ਪੂਰਾ ਕਰ ਦੇਣਾ ਕੰਮ। ਅੱਗੇ ਵੀ ਕੀਤਾ ਸੀ ਉਹਨਾਂ ਨੇ। ਬਿਲਕੁਲ ਇਸ ਵਕਤ ਸਖਤ ਹੋ ਗਏ ਨੇ, ਕਿਸਾਨ ਸਖਤ ਹੋ ਗਏ ਨੇ, ਬਿਲਕੁਲ ਸਖਤ ਹੋਣਾ ਬਣਦਾ। ਦੇਖੋ ਨਾ ਪਿੱਛੇ ਕਈ ਚੀਜ਼ਾਂ ਡੰਡੇ ਨਾਲ ਮਿਲਦੀਆਂ, ਭੁੱਖ ਹੜਤਾਲ ਤੇ ਵੀ ਬੈਠੇ ਨੇ। ਸੋ ਉਹ ਵੀ ਇੱਕ ਪ੍ਰੈਸ਼ਰ ਬਣਿਆ ਹੈ, ਕਿਉਂਕਿ ਹੁਣ ਅੰਦੋਲਨ ਭਖਦਾ ਪਿਆ। ਕਿਉਂਕਿ ਆਪਾਂ ਨੂੰ ਯਾਦ ਹੋਣਾ ਚਾਹੀਦਾ ਜਦੋਂ ਅੰਨਾ ਹਜ਼ਾਰੇ ਵੀ ਲੋਕਪਾਲ ਬਿੱਲ ਦੇ ਵਾਸਤੇ ਭੁੱਖ ਹੜਤਾਲ ਤੇ ਬੈਠੇ ਸੀ ਜੰਤਰ ਮੰਤਰ, ਉਸ ਤੋਂ ਬਾਅਦ ਰਾਮਲੀਲਾ ਗਰਾਊਂਡ, ਜਦੋਂ ਕੇਜਰੀਵਾਲ ਉੱਥੋਂ ਹੀ ਤਾਂ ਸਾਰੀ ਆਮ ਆਦਮੀ ਪਾਰਟੀ ਪੈਦਾ ਹੋਈ ਆ, ਉਦੋਂ ਵੀ ਇਹ ਭੁੱਖ ਹੜਤਾਲ ਤੇ ਸੀ ਤੇ ਇਹ ਸਭ ਉਸੇ ਤਰ੍ਹਾਂ ਹੀ ਅੰਦੋਲਨ ਚਲਾਇਆ ਗਿਆ ਸੀਗਾ। ਹੁਣ ਵੀ ਅੰਦੋਲਨ ਪੱਕੇ ਪੈਰੀ ਹੋ ਕੇ ਚਲਾਇਆ ਗਿਆ। ਹਾਂ, ਵਿੱਚ ਇੱਕ ਗਲਤੀ ਜ਼ਰੂਰ ਹੋਈ ਕਿਸਾਨਾਂ ਕੋਲੋਂ, ਜਿਹੜੀ ਇਹ ਇੱਕ ਰਾਜਨੀਤੀ ਦੀ ਪਾਰਟੀ ਬਣਾ ਲਈ, ਉਦੋਂ ਕਾਫੀ ਬਦਨਾਮੀ ਵੀ ਖੱਟਣੀ ਪਈ ਹੈ, ਕਿਉਂਕਿ ਆਮ ਆਦਮੀ ਪਾਰਟੀ ਨਾਲ ਜਿੱਦਾਂ ਗੱਲਬਾਤ ਚੱਲਦੀ ਰਹੀ ਆ। ਸੋ ਉਹ ਗੱਲਾਂ ਤੋਂ ਅਗਰ ਜੇ ਆਪਾਂ ਉਸ ਗੱਲ ਨੂੰ, ਉਸ ਚੈਪਟਰ ਨੂੰ ਕਲੋਜ਼ ਕਰ ਦਈਏ, ਤੇ ਬਾਕੀ ਤਾਂ ਸਭ ਸਿੱਧਾ ਚੱਲਦਾ ਪਿਆ। ਪਰ ਕਿਤੇ ਨਾ ਕਿਤੇ ਇਹਨਾਂ ਨੂੰ ਜਥੇਬੰਦੀਆਂ ਨੂੰ ਤੋੜਨ ਦੀ ਵੀ ਗੱਲ ਕੀਤੀ, ਦੋਫਾੜ ਕਰਨ ਦੀ ਵੀ ਗੱਲ ਕੀਤੀ। ਪਰ ਇੱਕ ਸਮਝਦਾਰੀ ਦੀ ਗੱਲ ਇਹ ਹੈ, ਅਕਲ ਵਾਲੀ ਗੱਲ ਇਹ ਹੈ ਕਿ ਸਮਝਦੇ ਪਏ ਆ ਸਭ ਜਗ੍ਹਾ ਕਿਹੜੀਆਂ ਸਮੱਸਿਆਵਾਂ ਨੇ, ਰਾਜਨੀਤੀ ਕਿਹੜਾ ਖੇਡ ਖੇਡਦੀ ਆ, ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਉਹ ਕੋਈ ਤਾਲਮੇਲ ਹੀ ਨਹੀਂ ਬਣਦਾ ਪਿਆ। ਆਮ ਆਦਮੀ ਦਾ, ਤੇ ਆਮ ਆਦਮੀ ਮੈਂ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਆਮ ਲੋਕਾਂ ਦੀ, ਕਾਮਨ ਮੈਨ, ਆਮ ਲੋਕਾਂ ਦੀ ਨਾਂ ਇਦਾਂ ਦਾ ਰੱਖਿਆ, ਉਹ ਮਿਕਸ ਹੋ ਜਾਂਦਾ। ਇਹ ਬੜੀ ਵੈਸੇ ਸੋਚੀ ਸਮਝੀ ਗੱਲ ਹੈ, ਆਮ ਆਦਮੀ ਕਾਮਨ ਗੱਲ ਹੈ। ਆਪਾਂ ਗੱਲ ਇਹ ਕਰਾਂਗੇ ਕਿ ਜਿਹੜੇ ਆਮ ਲੋਕ ਨੇ, ਆਮ ਲੋਕਾਂ ਦੀਆਂ ਸਮੱਸਿਆਵਾਂ ਦਾ, ਤੇ ਜਿਹੜੀਆਂ ਸੱਤਾ 'ਚ ਬੈਠੀਆਂ ਹੋਈਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਉਹਦਾ ਆਪਸ 'ਚ ਕੋਈ ਤਾਲਮੇਲ ਹੀ ਨਹੀਂ ਲੱਗਦਾ ਪਿਆ। ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ। ਠੀਕ ਹੈ ਨਾ। ਔਰ 75 ਸਾਲ ਦਾ ਇਤਿਹਾਸ ਦੇਖ ਕੇ ਦੇਖ ਲਓ, ਸ਼ੁਰੂ ਤੋਂ ਹੀ ਇੱਕ ਨਾਰਾ ਗਰੀਬੀ ਹਟਾਓ, ਗਰੀਬੀ ਹਟਾਓ। ਕਦੋਂ ਹਟਾਉਣੀ ਹੈ? 75 ਸਾਲ ਥੋੜੇ ਹੁੰਦੇ ਨੇ, 2 ਜਨਰੇਸ਼ਨਸ ਚਲੀਆਂ ਗਈਆਂ, ਤੀਜੀ ਜਨਰੇਸ਼ਨ ਜਾਣ ਨੂੰ ਤਿਆਰ। ਗਰੀਬੀ ਘਟਾਉਣੀ, ਗਰੀਬੀ ਵਧਾਓ, ਗਰੀਬੀ ਵਧਾਓ ਹੀ ਆ, ਘਟਾਉਂਦੇ ਤਾਂ ਹੈ ਹੀ ਨਹੀਂ। ਗਰੀਬੀ ਵਧੀ ਜਾਂਦੀ ਆ। ਨਾਰੇ ਇਕੱਲੇ ਫੋਕੇ ਹੁੰਦੇ ਆ, ਉਹਨਾਂ ਵਿੱਚ ਕੋਈ ਜਾਨ ਨਹੀਂ ਹੁੰਦੀ। ਨਾਰਾ ਹੁੰਦਾ ਰੌਲਾ ਹੈਗਾ। ਜਿਹੜਾ ਜਿਨ੍ਹਾਂ ਨੇ ਕੰਮ ਕਰਨਾ ਨਾਰੇ ਨਾਲ ਨਹੀਂ ਕਰਦੇ, ਉਹ ਲਿਖਤੀ ਤੌਰ ਤੇ ਕਰਦੇ ਆ, ਉਹ ਪ੍ਰੈਕਟੀਕਲੀ ਤੌਰ ਤੇ ਕਰਦੇ ਆ, ਉਹਦੇ ਵਿੱਚ ਉਹ ਸਿੱਟਾ ਕੱਢ ਕੇ ਸਾਹਮਣੇ ਫੜਾਉਂਦੇ ਆ। ਜੇ ਬਲਕਾਰ ਜੀ, ਪ੍ਰੋਬਲਮਸ ਉਹੀਓ ਨੇ ਜਿਹੜੀਆਂ ਆਜ਼ਾਦੀ ਵੇਲੇ ਸੀ ਜਾਂ ਆਜ਼ਾਦੀ ਤੋਂ ਪਹਿਲਾਂ ਸੀ, ਸਮੱਸਿਆਵਾਂ ਉਹੀਓ ਨੇ, ਉਹੀ ਹੋਣੀਆਂ, ਰੂਪ ਬਦਲਦੇ ਪਏ ਨੇ। ਵੇਖੋ, ਮਨੁੱਖ ਦੀਆਂ ਕੀ ਬੇਸਿਕ ਨੀਡ ਹੁੰਦੀਆਂ ਨੇ, ਜਿਹੜੀਆਂ ਉਹੀ ਹੁੰਦੀਆਂ। ਉਹ ਨੀਡ ਤਾਂ ਨਹੀਂ ਕੋਈ ਬਦਲ ਜਾਂਦੀਆਂ। ਜਿਹੜੀਆਂ ਆਮ ਸਹੂਲਤਾਂ ਹੈਗੀਆਂ, ਜਿਹੜਾ ਐਮੈਨਿਟੀਜ਼ ਹੈ ਉਹਨਾਂ ਦੀ ਬੇਸਿਕ, ਉਹ ਉਹੀ ਰਹਿਣਗੀਆਂ। ਪਾਣੀ ਹੈਗਾ, ਬਿਜਲੀ ਹੈਗੀ ਆ, ਹੈ ਨਾ, ਸੜਕਾਂ ਰਾਹ ਹੈਗੇ ਚੱਲਣ ਵਾਲੇ, ਹੈ ਨਾ, ਖਾਣ ਪੀਣ ਹੈਗਾ, ਕੱਪੜਾ ਲੱਤਾ ਤਾਂ ਘਰੋਂ ਪਾਉਂਦੇ ਆ, ਹੈ ਨਾ, ਖਾਣ ਪੀਣ ਤਾਂ ਉਹਨਾਂ ਨੇ ਆਪਣੇ ਆਪ ਬਣਾਉਣਾ, ਆਪ ਕਮਾਈ ਕਰਨੀ ਹੈ। ਜਿਹੜੀਆਂ ਬਾਕੀ ਸਹੂਲਤਾਂ ਜੇ ਉਹੀ ਗੌਰਮੈਂਟ ਨਹੀਂ ਦਿੰਦੀ, ਤਾਂ ਫਿਰ ਕਾਹਦੀ ਗੌਰਮੈਂਟ ਆ, ਕਾਹਦੇ ਲਈ ਬੈਠੀ ਉੱਥੇ? ਜੇ ਟੂਲ ਪਲਾਜ਼ੇ ਦੀ ਆਪਾਂ ਜਿੱਥੇ ਗੱਲ ਕਰ ਰਹੇ ਹਾਂ, ਜੇ ਤੁਸੀਂ ਗਾਹੇ ਬਗਾਏ ਪੈਸਿਆਂ ਨਾਲ ਰੋਜ਼ ਜਾਣਾ, ਮੁੰਡੇ ਪੜ੍ਹਨ ਜਾਣ ਕੇ ਗੱਡੀ ਲੈ ਕੇ ਜਾ ਰਿਹਾ, ਤਾਂ ਰੋਜ਼ ਪੈਸੇ ਦੇਊਗਾ ਜਿਹੜਾ ਗੱਡੀ ਲੈ ਕੇ ਜਾ ਰਿਹਾ। ਉਹਨੂੰ ਕਹਿੰਦੇ ਨੇ ਕਿ ਗਰੀਬੀ ਦੂਰ ਕਰਨਾ ਕੀ ਹੁੰਦਾ?
ਮਤਲਬ ਕਿਹਨੂੰ ਕਹਿੰਦੇ ਆ ਕਿ ਗਰੀਬ ਨਹੀਂ ਹੈਗਾ ਮੁਲਕ, ਕਿਹਨੂੰ ਕਹਿੰਦੇ ਆ ਕਿ ਮੁਲਕ ਅਮੀਰ ਹੈ। ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਜੀਵਨ ਜਿਉਣ ਵਾਸਤੇ, ਸਾਡੀ ਐਗਜ਼ਿਸਟੈਂਸ ਵਾਸਤੇ, ਸਾਡੀ ਹੋਂਦ ਵਾਸਤੇ, ਜਿਹੜੀਆਂ ਬੇਸਿਕ ਜ਼ਰੂਰਤਾਂ ਨੇ, ਮੁੱਢਲੀਆਂ ਜ਼ਰੂਰਤਾਂ, ਉਹ ਸਾਰੀਆਂ ਪੂਰੀਆਂ ਕਰ ਦਿਓ, ਹੋ ਗਈ ਗਰੀਬੀ ਦੂਰ। ਹੋਰ ਸਭ ਨੂੰ 1000 ਕਰੋੜ ਦੀ ਕੰਪਨੀ ਥੋੜਾ ਖੋਲ ਕੇ ਦੇਣੀ ਹੈ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੂੰ ਚਾਹੀਦਾ ਉਹ ਸੌਖਾ ਹੋ ਗਿਆ। ਉਹਦਾ ਇੱਕ ਖਾਕਾ ਤਾਂ ਬਣਿਆ, ਉਹ ਭਾਵੇਂ ਪ੍ਰਤਾਪ ਸਿੰਘ ਕੈਰੋਂ ਤੋਂ ਉਹਦੇ ਰਾਜਕਾਲ ਤੋਂ ਚੁੱਕ ਲੈਣ, ਜਾਂ ਬਾਦਲ ਸਾਹਿਬ ਦੇ ਚੁੱਕ ਲੈਣ, ਜਾਂ ਜਦੋਂ ਕੈਪਟਨ ਸਾਹਿਬ ਆਏ ਜਿੱਥੋਂ ਮਰਜ਼ੀ ਚੁੱਕ ਲਓ, ਸਹੂਲਤਾਂ ਤਾਂ ਉਹੀ ਹੈ। ਪਰ ਇਹਨਾਂ ਨੂੰ ਇਹ ਅੰਨੇ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਦਿਸਦਾ ਕੁਝ ਨਹੀਂ, ਅੱਗੇ ਧੁੰਦਾ ਨਜ਼ਰ ਨਹੀਂ ਆਉਂਦਾ, ਗੱਲਾਂ ਤਾਂ ਉਹੀ ਹੈ। ਇਹ ਪੰਜਾਬ 'ਚ ਹੈ, ਲੈਂਗੁਏਜ ਵੀ ਸੇਮ ਹੈਗੀ ਹੈ, ਕੋਈ ਭਾਸ਼ਾ ਪਸ਼ਤੋ ਨਹੀਂ ਬੋਲਦੇ ਕਿਸਾਨ, ਜਾਂ ਦੂਜੇ ਲੋਕ ਪਸ਼ਤੋ ਨਹੀਂ ਬੋਲ ਰਹੇ, ਜਾਂ ਦੂਜੀਆਂ ਭਾਸ਼ਾ ਬੋਲ ਰਹੇ, ਜਿਹੜੀਆਂ ਇਹਨਾਂ ਦੀ ਸਮਝ ਤੋਂ ਬਾਹਰ ਹੋ ਰਹੀ ਹੈ। ਵੋਟਾਂ ਲੈਣ ਲੱਗੇ ਤੁਹਾਡੀ ਗੱਲ ਸੁਣੋ, ਉਹਦਾ ਤਾਂ ਸੇਵਾ ਕਰਨੀ, ਉਹਦਾ ਅਸੀਂ ਤੁਹਾਡੇ ਉੱਤੋਂ ਦੀ ਵਾਰ ਦਾਂਗੇ ਸਾਰਾ ਕੁਝ, ਅਸੀਂ ਤੁਹਾਨੂੰ ਕੋਈ ਦੁਖੀ ਨਹੀਂ ਹੋਣ ਦੇਵਾਂਗੇ। ਤੇ ਹੁਣ ਮੁੜ ਕੇ ਆਪ ਥੱਲੋਂ ਨਿਕਲ ਕੇ ਪਾਸੇ ਭੱਜ ਜਾਂਦੇ, ਫਿਰ ਤਖਤ ਤੇ ਬਹਿ ਕੇ ਤੂੰ ਕੌਣ ਤੇ ਮੈਂ ਕੌਣ। ਬਸ ਐਗਜ਼ੈਕਟਲੀ ਜਿਹੜੇ ਪੁਰਾਣੇ ਸੋਸ਼ਲ ਸਾਇੰਟਿਸਟ ਨੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਕਹਿੰਦੇ ਸ਼ੁਰੂਆਤ ਕਿੱਦਾਂ ਹੋਈ। ਸ਼ੁਰੂਆਤ ਹੋਈ ਕਿ ਇੱਕ ਦਰਖਤ ਹੈ, ਦਰਖਤ ਦੇ ਉੱਤੇ ਕੋਈ ਫਲ ਲੱਗੇ ਨੇ, ਤੁਸੀਂ ਵੀ ਖਾ ਰਹੇ ਹੋ, ਮੈਂ ਵੀ ਖਾ ਰਿਹਾ, ਹੋਰ ਵੀ ਸਭ ਖਾ ਰਹੇ ਨੇ। ਇੱਕ ਥਾਂ ਤੇ ਆ ਕੇ ਜਿਹੜਾ ਚਲਾਕ ਸੀ ਬੰਦਾ, ਉਹਨੇ ਕਿਹਾ ਯਾਰ ਫਲ ਖਰਾਬ ਵੀ ਤਾਂ ਹੋ ਜਾਂਦੇ ਨੇ, ਏਦਾਂ ਕਰਦੇ ਸਾਰੇ ਤੋੜ ਲੈਂਦੇ ਆ, ਮੈਂ ਸਟੋਰ ਕਰਕੇ ਰੱਖਾਂਗਾ, ਮੈਂ ਸਾਂਭ ਕੇ ਰੱਖਾਂਗਾ, ਤੁਸੀਂ ਤੋੜ ਕੇ ਲੈ ਕੇ ਆਈਓ, ਫਿਰ ਸਾਰੇ ਆਪਾਂ ਇਕੱਠੇ ਖਾਵਾਂਗੇ। ਉਹ ਜਦੋਂ ਸਾਂਭ ਕੇ ਰੱਖਣ ਵਾਲੀ ਗੱਲ ਹੋ ਗਈ ਨਾ, ਉਸ ਬੰਦੇ ਨੇ ਚਲਾਕੀ ਵਰਤਣੀ ਸ਼ੁਰੂ ਕਰ ਦਿੱਤੀ, ਆਪਣੇ ਵਾਸਤੇ ਜ਼ਿਆਦਾ ਸਾਂਭਣੇ ਸ਼ੁਰੂ ਕਰ ਦਿੱਤੇ ਤੇ ਬਾਕੀਆਂ ਵਾਸਤੇ ਘੱਟ ਸਾਂਭਣੇ ਸ਼ੁਰੂ ਕਰ ਦਿੱਤੇ। ਉਹ ਸਾਹੂਕਾਰ ਬਣ ਗਿਆ ਕਿਉਂਕਿ ਰੋਟੀ ਦੇ ਉੱਤੇ ਉਹਦਾ ਕਬਜ਼ਾ ਹੋ ਗਿਆ, ਫਲਾਂ ਦੇ ਉੱਤੇ ਉਹਦਾ ਕਬਜ਼ਾ ਹੋ ਗਿਆ, ਬਾਕੀ ਸਾਰੇ ਉਹਦੇ ਅੱਗੇ ਸਿਰ ਝੁਕਾਉਣ ਲੱਗ ਪਏ ਤਾਂ ਫਲ ਮਿਲਣਗੇ। ਉਹ ਐਸਾ ਚੱਕਰ ਚਲਾਇਆ ਕਿ ਮਿਹਨਤ ਤੁਸੀਂ ਕਰੋ, ਖਾਵਾਂਗਾ ਮੈਂ। ਚਾਬੀ ਉਹਦੇ ਕੋਲ ਆ ਗਈ ਨਾ, ਚਾਬੀ ਉਹਦੇ ਕੋਲ ਕਹਿੰਦੇ ਨੇ ਕਿ ਹੂ ਹੋਲਡ ਦਾ ਕੀ ਦੈਟ ਹੋਲਡ ਦਾ ਸਟੋਰ, ਸਾਰਾ ਖਜ਼ਾਨਾ ਉਹਦੇ ਕੋਲ ਆ ਗਿਆ, ਚਾਬੀ ਉਹਦੀ ਜੇਬ 'ਚ ਹੈਗੀ ਆ। ਉਹਨੇ ਕਹਿਣਾ ਜਾਓ ਜਿੱਥੇ ਮਰਜ਼ੀ ਮਤੇ ਪਕਾਓ, ਮੈਂ ਆਪਣੇ ਫਲ ਆਪਣੇ ਕੋਲ ਰੱਖੂੰਗਾ, ਤੁਸੀਂ ਹੁਣ ਮੰਗਦੇ ਫਿਰੋ ਜਿੱਧਰ ਜਾਣਾ। ਬਿਲਕੁਲ ਜੀ, ਲੱਗ ਗਿਆ ਤਾਲਾ, ਬੈਠ ਗਿਆ ਰਖਵਾਲਾ, ਹੋ ਗਿਆ ਕੰਮ ਸ਼ੁਰੂ। ਬਸ ਇੱਥੋਂ ਆ ਇਹ ਗੱਲ ਆ ਸ਼ੁਰੂ ਹੋ ਗਿਆ ਸਿਸਟਮ। ਇਹ ਸਿਸਟਮ ਬਸ ਆਹੀ ਸਿਸਟਮ ਹੈ। ਭੋਲੇ ਭਾਲੇ ਲੋਕ ਵਿਚਾਰੇ ਰਗੜੇ ਜਾਂਦੇ ਆ। ਔਰ ਜਿਹੜਾ ਉਹ ਤਾਲੇ ਵਾਲਾ ਹੈ ਰਖਵਾਲਾ, ਉਹਨੇ ਅੱਗੇ ਲਾਠੀਆਂ ਵਾਲੇ ਬੰਦੇ ਰੱਖ ਲਏ, ਲਠੈਰ ਭੰਨ ਸੁੱਟ ਜਿਹੜਾ ਮੇਰੇ ਖਿਲਾਫ ਬੋਲਦਾ, ਬਸ ਹੋ ਗਿਆ ਕੰਮ ਸ਼ੁਰੂ। ਇਹ ਹੈ, ਇਹੀ ਇੱਥੋਂ ਹੀ ਇਹ ਸੱਤਾ ਚੱਲੀ ਹੈ। ਔਰ ਅੱਜ ਉਹੀ ਸਾਡੇ ਲੀਡਰਸ ਨੇ, ਮਹਾਪੁਰਸ਼ ਜਿਹੜੇ ਸੱਤਾ 'ਚ ਬੈਠੇ ਹੋਏ ਨੇ, ਉਹ ਮਹਾਪੁਰਸ਼ ਸਾਡੇ ਲੀਡਰਸ, ਔਰ ਉਹੀ ਸਾਨੂੰ ਡਾਂਗ ਹੀ ਵਾਹੁੰਦੇ ਨੇ ਉੱਦਾਂ ਹੀ। ਔਰ ਪੁਲਿਸ, ਕਾਨੂੰਨ, ਸੰਵਿਧਾਨ, ਇਹ ਸਾਡੇ ਉੱਤੇ ਡਾਂਗ ਵਾਹੁਣ ਵਾਸਤੇ ਰੱਖਿਆ ਜਾਂਦਾ ਆਮ ਲੋਕਾਂ ਉੱਤੇ। ਤੇ ਇਹ ਲੋਕ ਜਿਵੇਂ ਮਰਜ਼ੀ ਛਿੱਕੇ ਟੰਗਦੇ ਨੇ, ਜਿਹੜੇ ਮਰਜ਼ੀ ਕਾਨੂੰਨ ਨੂੰ ਆਪਣੀਆਂ ਚੰਮਦੀਆਂ ਚਲਾਉਂਦੇ ਨੇ। ਬਸ ਇਹੀ ਕੁਝ ਚੱਲੀ ਜਾਂਦਾ। ਇਹ ਸ਼ੁਰੂਆਤ ਉੱਥੋਂ ਹੀ ਹੋਈ। ਆ ਦੇਖੋ ਹੁਣ ਕਿੱਥੇ ਕਿੱਥੇ ਜਾਂਦੀ ਪਈ ਹੈ। ਅੱਗੇ ਆਪਾਂ ਚੱਲਦੇ ਹਾਂ। ਅੱਗੇ ਜੀ ਤਰਨਤਾਰਨ ਜ਼ਿਲ੍ਹੇ ਦੇ ਸਮਾਲੀ ਪਿੰਡ ਦੇ ਥਾਣੇ ਤੇ ਗਰਨੇਡ ਦਾ ਹਮਲਾ ਹੋ ਗਿਆ। ਸਰਾਲੀ ਪਿੰਡ ਸਰਾਲੀ ਪਿੰਡ ਦੇ ਜਿਹੜੇ ਥਾਣੇ ਦੇ ਉੱਤੇ ਗਰਨੇਡ ਦਾ ਹਮਲਾ ਹੋਇਆ ਹੈ। ਤੇ ਹੁਣ ਉਹ ਲੱਗੇ ਹੋਏ ਨੇ ਜੀ, ਕਿਹਨੇ ਸੁੱਟਿਆ। ਕਈ ਵਾਰ ਕਹਿਣਗੇ ਵਿਦੇਸ਼ਾਂ ਤੋਂ ਤਾਰਾਂ ਨੇ, ਪਾਕਿਸਤਾਨ 'ਚ ਬੈਠੇ ਆ ਜੀ, ਉੱਥੋਂ ਆਏ ਨੇ, ਉਹ ਸੁੱਟਦੇ ਪਏ ਨੇ। ਸੋ ਇਹ ਤਮਾਮ ਗੱਲਾਂ ਹੁੰਦੀਆਂ ਨੇ। ਸੋ ਇੱਕ ਥਾਂ ਤੇ ਨਾ ਚਾਣਕੇ, ਬੜਾ ਤੁਸੀਂ ਜਾਣਦੇ ਹੋ, ਆਪਾਂ ਸਾਰੇ ਜਾਣਦੇ, ਚਾਣਕੇ ਬੜਾ ਤੇਜ਼ ਬੁੱਧੀ ਵਾਲਾ, ਕਹਿੰਦਾ ਜੇ ਤੁਹਾਨੂੰ ਕੋਈ ਧੋਖਾ ਦਿੰਦਾ ਤਾਂ ਕਸੂਰ ਤੁਹਾਡਾ ਹੈ। ਕਿੱਦਾਂ? ਤੁਸੀਂ ਇੰਨੇ ਸ਼ਾਤਿਰ ਹੋਣੇ ਚਾਹੀਦੇ ਹੋ ਕਿ ਉਹਦੇ ਧੋਖੇ ਨੂੰ ਪਛਾਣ ਜਾਓ। ਹੁਣ ਇੱਥੇ ਤੁਹਾਡਾ ਕੰਮ ਹੀ ਸਿਕਿਉਰਿਟੀ ਦਾ, ਫਿਰ ਵੀ ਤੁਹਾਡੇ ਉੱਤੇ ਹੀ ਆ ਕੇ ਕੋਈ ਗ੍ਰਨੇਡ ਸੁੱਟ ਜਾਂਦਾ ਤਾਂ ਦੱਸੋ ਫਿਰ ਬਾਕੀਆਂ ਦੀ ਰੱਖਿਆ ਕਿਵੇਂ ਕਰਨੀ ਹੈ। ਔਰ ਇੱਕ ਗੱਲ ਪਹਿਲਾਂ ਵੀ ਹੋ ਚੁੱਕੀ, ਮੋਹਾਲੀ ਦੇ ਵਿੱਚ ਵੀ ਗੱਲ ਹੋਇਆ ਨਾ, ਰਾਕਟ ਲਾਂਚਰ ਦਾ ਹਮਲਾ ਹੋਇਆ ਸੀ, ਉਹਨਾਂ ਦੇ ਵੀ ਹੋਇਆ, ਉੱਥੇ ਵੀ ਬਚੇ ਆ, ਉੱਥੇ ਵੀ ਸ਼ੀਸ਼ੇ ਟੁੱਟੇ ਆ, ਇੱਥੇ ਵੀ ਜਾਨੀ ਮਾਲ ਲਈ ਕੋਈ ਇੱਦਾਂ ਦਾ ਨੁਕਸਾਨ ਨਹੀਂ ਹੋਇਆ। ਪਰ ਇਹਦੇ ਵਿੱਚ ਇਹ ਹੈਗਾ ਕਿ ਜਦੋਂ ਧਮਕੀਆਂ ਮਿਲ ਰਹੀਆਂ ਜਾਂ ਜਦੋਂ ਉਹਦੇ ਵਿੱਚ ਇਹਨਾਂ ਨੂੰ ਚੱਲ ਪਿਆ ਦੌਰ, ਉਹਦੇ ਵਿੱਚ ਜਿਹੜੇ ਵੀ ਮੁੰਡੇ ਫੜੇ ਹੋਣਾ, ਹੋਰ ਮੁੰਡੇ ਇਹਨਾਂ ਨੇ ਫੜ ਕੇ ਅੰਦਰ ਕਰ ਲਏ ਆ। INA ਜਿਹੜੀ ਆਈ ਏਜੰਸੀ, ਨੈਸ਼ਨਲ ਏਜੰਸੀ, ਉਹਨੇ ਆ ਕੇ ਇੱਥੇ ਚੈੱਕ ਕੀਤਾ ਵਾ। ਉਹ ਜਿਹੜਾ ਗ੍ਰਨੇਡ ਸੀਗਾ ਉਹਨੂੰ ਵੀ ਨਕਾਰਾ ਕੀਤਾ, ਬਿਆਸ ਦਰਿਆ ਦੇ ਕੰਢੇ 'ਤੇ ਆ ਕੇ ਸਾਰਾ ਕੁਝ। ਪਰ ਇਹਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਕਿ ਹੁਣ ਉਹਨਾਂ ਨੇ SHO ਬਦਲਤੇ ਉੱਥੋਂ, ਜਿਹੜੇ ਛੋਟੇ ਥਾਣੇਦਾਰ ਵੀ ਸੀ, ਇੰਸਪੈਕਟਰ, ਸਬ ਇੰਸਪੈਕਟਰ, ਸਾਰੇ ਬਦਲਤੇ ਆ। ਹੋ ਸਕਦਾ ਕਿ ਕੋਈ ਉਹਨਾਂ ਦੀ ਗਿਣਮਤੀ ਚਾਲ ਜਾਂ ਕੀ ਕੁਛ ਹੈਗਾ, ਕਿਉਂਕਿ ਉੱਥੇ ਹੈ ਹੀ ਨਹੀਂ ਗੇ। ਉਦੋਂ ਥਾਣਾ ਵੀ ਖਾਲੀ ਹੈ, ਕੋਈ ਇੱਕ ਦੋ ਬੰਦਾ ਹੀ ਹੈਗਾ, ਥਾਣਾ ਖਾਲੀ ਹੈ ਅਤੇ ਟੁੱਟਾ ਕਿ ਸ਼ੀਸ਼ੇ ਅਤੇ ਸਾਰਾ ਕੁਛ ਹੈਗਾ। ਹੁਣ ਉਹ 'ਚ ਦਹਿਸ਼ਤ ਫੈਲ ਗਈ ਹੈ ਇਲਾਕੇ 'ਚ। ਇਹ ਤਰਨਤਾਰਨ ਦੇ ਜ਼ਿਲ੍ਹੇ ਦਾ ਬਹੁਤ ਵੱਡਾ ਕਸਬਾ ਸਰਿਆਲੀ, ਇੱਕ ਵੱਡੀ ਸਰਿਆਲੀ, ਛੋਟੀ ਸਰਿਆਲੀ ਆ, ਉਹਦੇ ਵਿੱਚ ਹੋਇਆ। ਉਹਦੇ ਵਿੱਚ ਇਹ ਕਰਕੇ ਕੀਤਾ ਕਿ ਜਦੋਂ ਧਮਕ ਪਈ ਆ, ਗ੍ਰਨੇਡ ਕੋਈ ਛੋਟੀ ਗੱਲ ਨਹੀਂ ਹੁੰਦੀ, ਧਰਤੀ ਕੰਬੀ ਆ, ਸਾਰਾ ਕੁਝ ਹੋਇਆ, ਲੋਕ ਵਿਚਾਰੇ ਅੰਦਰ ਹੀ ਵੜ ਗਏ ਆ, ਸਾਰਾ ਕੁਝ ਹੋਇਆ। ਲੋਕਾਂ ਨੂੰ ਪਤਾ ਲੱਗਾ ਵੀ ਇਹ ਸ਼ਾਇਦ ਬੜਾ ਕੁਝ ਇੱਥੇ ਮਾਰ ਕਾਟ ਹੋ ਜਾਣੀ ਆ, ਬਹੁਤ ਲੋਕ ਮਰੇ ਹੋਣਗੇ ਪੁਲਿਸ ਵਾਲੇ, ਪਰ ਉਹ ਕੋਈ ਇੱਦਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹਦੇ ਵਿੱਚ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਇਹੀ ਧਮਕੀਆਂ ਭਰੇ ਜਾਂਦੇ ਜਿਹੜੇ ਕਾਰਗੁਜ਼ਾਰੀ 'ਚੋਂ ਗੁਜ਼ਰਦੇ ਆ, ਜਾਂ ਜਿਹਦੇ ਵਿੱਚ ਇਹਨਾਂ ਦੇ ਉੱਥੇ ਬੰਬਾਰਮੈਂਟ ਹੁੰਦੀ ਆ, ਜਾਂ ਉੱਥੇ ਚੱਲਦਾ ਸਾਰਾ ਕੁਝ, ਗ੍ਰਨੇਡ ਚੱਲਦੇ ਆ, ਅਤੇ ਇਹ ਫਿਰ ਬਾਕੀਆਂ ਨੂੰ ਕਿੱਦਾਂ ਪਤਾ ਰੱਖਣਗੇ। ਹੁਣ ਜਿਹੜੇ ਮੁੰਡੇ ਜਿੱਧਰ ਦੀ ਆਏ ਆ, ਗਏ ਆ, ਉਹ ਸਾਰੇ ਜਾਣ ਤੋਂ ਬਾਅਦ ਜਾਂ ਮਾਰਨ ਤੋਂ ਬਾਅਦ
ਉਹਨਾਂ ਦਾ ਕੋਈ ਇਹਨਾਂ ਕੋਲ ਪੈੜਾਂ ਹੈਗੀਆਂ, ਕੋਈ ਉਹਨਾਂ 'ਤੇ ਉਹਦਾ ਖੁਰਾ ਖੋਜ ਹੈਗਾ ਵੀ ਕਿੱਧਰੋਂ ਆਏ ਤੇ ਕਿੱਧਰ ਗਏ। ਹੁਣ ਤੁਹਾਡੀ ਗੱਲ ਸਹੀ ਹੈ ਨਾ, ਪਾਕਿਸਤਾਨ ਦੇ ਨਾਂ 'ਤੇ ਲਾ ਦੇਣਾ। ਪਾਕਿਸਤਾਨ 'ਚ ਮੁੰਡੇ ਬੈਠੇ ਸਾਡੇ, ਉੱਧਰੋਂ ਹਥਿਆਰ ਆਏ, ਉੱਧਰੋਂ ਸਾਰਾ ਕੁਝ ਕਰ ਗਿਆ। ਜਦੋਂ ਇਹਨਾਂ ਦੇ ਹੱਥੋਂ ਨਿਕਲ ਗਿਆ ਤੀਰ, ਇਹਨਾਂ ਚਲਾ ਉੱਧਰ ਨੂੰ ਦੇਣਾ, ਉਹ ਫਰਵਾਗੇ ਬਾਰਡਰ ਤੋਂ ਉੱਧਰ ਸੁੱਟ ਦੇਣਾ ਤੀਰ। ਇਹ ਬਾਹਰ ਉੱਧਰ ਸੁੱਟ ਦਿੰਦੇ ਆ, ਉਹ ਇੱਧਰ ਨੂੰ ਸੁੱਟ ਦਿੰਦੇ ਆ। ਅਤੇ ਵਿਚਾਰੇ ਕੌਣ ਹੈਗੇ? ਭਲੇ ਮਾਨਸ ਲੋਕ, ਗਰੀਬ ਜਿਹੜੇ ਲੋਕ ਆ ਉਹ ਮਾਰੇ ਜਾਂਦੇ ਆ, ਜਿਹੜੇ ਵਿੱਚੋਂ ਬੈਠੇ ਉਹਨਾਂ ਪਿੰਡਾਂ 'ਚ। ਹਾਲਾਂਕਿ ਉਹ ਪਿੰਡ ਕਸਬਾ ਬੜਾ ਪੁਰਾਣਾ ਕਸਬਾ ਹੈਗਾ ਸਰਿਆਲੀ, ਔਰ ਸਰਿਆਲੀ ਦੇ ਵਿੱਚ ਬਹੁਤ ਲੋਕ ਬਾਹਰ ਵੀ ਬੈਠੇ ਮੁੰਡੇ। ਕੱਲ੍ਹ ਨੂੰ ਜਾਂ ਪਰਸੋਂ ਨੂੰ ਜੇ ਕੁਝ ਆ ਕੇ ਲੋਕ ਆ ਕੇ ਘਰਾਂ 'ਚ ਥ੍ਰੈਟਨਿੰਗ ਦੇਣਗੇ, ਪੈਸੇ ਦੇ ਦਿਓ, ਜਾਂ ਅੱਗੇ ਧਮਕੀਆਂ ਆ ਰਹੀਆਂ ਲੋਕਾਂ ਨੂੰ, ਜੇ ਆਪ ਹੀ ਸੁਰਖਰੂ ਨਹੀਂ, ਜੇ ਆਪ ਹੀ ਇਸ ਗੱਲ ਤੋਂ ਦੂਰ ਨਹੀਂ ਗਏ, ਤੇ ਫਿਰ ਬਾਕੀ ਲੋਕਾਂ ਦਾ ਕੀ ਹੋਊਗਾ? ਫਿਰ ਉਹਦਾ ਨਤੀਜਾ ਕੀ ਹੋਊਗਾ? ਗੱਲ ਇਹ ਹੈ ਕਿ ਜਿੱਥੇ ਕੋਈ ਹੱਲ ਨਾ ਮਿਲੇ, ਵਿਦੇਸ਼ੀ ਹੱਥ ਹੈ ਜੀ ਇਹਦੇ 'ਚ। ਬਸ ਕੁਝ ਕੈਨੇਡਾ 'ਚ ਬੈਠੇ ਹੋਏ ਨੇ, ਕੁਝ ਪਾਕਿਸਤਾਨ 'ਚ ਬੈਠੇ ਹੋਏ ਨੇ, ਜਾਂ ਕਿਸੇ ਹੋਰ ਧਰਤੀ ਤੇ ਬਿਠਾਏ ਦਿੰਦੇ ਨੇ ਉਹਨਾਂ ਨੂੰ, ਉੱਥੋਂ ਬਿਠਾ ਕੇ ਜੀ ਉਹ ਸੰਚਾਲਨ ਕਰਦੇ ਪਏ ਨੇ, ਕਿਉਂਕਿ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ, ਤੁਹਾਡੇ ਕੋਲ ਕੋਈ ਆਨਸਰ ਨਹੀਂ ਹੈ। ਹੁਣ ਇਹ ਵਿਦੇਸ਼ੀ ਹਰ ਮਸਲਾ ਜਿਹੜਾ ਵਿਦੇਸ਼ ਦੇ ਨਾਂ ਦੇ ਉੱਤੇ ਅਸੀਂ ਲਗਾ ਦਿੱਤਾ, ਉਹ ਕਿੰਨੇ ਕੁ ਮਿਸਟਰੀਆਂ ਸੋਲਵ ਕੀਤੀਆਂ ਨੇ, ਉਹ ਕਿੰਨੇ ਕੁ ਮਸਲੇ ਹੱਲ ਕੀਤੇ ਨੇ? ਨਹੀਂ ਹੱਲ ਹੋਏ, ਬਸ ਗੱਲ ਟਾਲਤੀ, ਮੀਡੀਆ ਛਪ ਗਿਆ, ਵਿਦੇਸ਼ੀ ਹੱਥ, ਦੈਟਸ ਆਲ। ਔਰ ਏਜੰਸੀਆਂ ਵੱਖ-ਵੱਖ ਬੈਠੀਆਂ, ਉਹਨਾਂ ਏਜੰਸੀਆਂ ਦਾ ਨਾਂ ਲੈ ਦਿਓ, ਉੱਥੇ ਜੀ ਉਹ ਬੈਠੇ ਨੇ, ਉੱਥੇ ਜੀ ਉਹ ਬੈਠੇ ਨੇ। ਸੋ ਗੱਲ ਇਹ ਆ ਕਿ ਤੁਸੀਂ ਖੁਦ ਕਿੰਨੇ ਕੁ ਅਲਰਟ ਹੋ। ਜੇ ਚੋਰ ਆਇਆ ਮੇਰੇ ਘਰ ਚੋਰੀ ਕਰਕੇ ਚਲਾ ਗਿਆ, ਤੇ ਇਹ ਮੇਰਾ ਕਸੂਰ ਹੈ ਕਿ ਮੈਂ ਇੰਨਾ ਤੇਜ਼ ਕਿਉਂ ਨਹੀਂ ਹੈਗਾ, ਮੈਂ ਪ੍ਰਬੰਧ ਕਿਉਂ ਨਹੀਂ ਕੀਤਾ ਹੋਇਆ, ਚੋਰ ਦੀ ਹਿੰਮਤ ਕਿਵੇਂ ਪੈ ਗਈ ਮੇਰੇ ਘਰ ਚੋਰੀ ਕਰਨ ਦੀ, ਉਹਦਾ ਦਾਅ ਕਿਵੇਂ ਲੱਗ ਗਿਆ ਮੇਰੇ ਘਰ ਚੋਰੀ ਕਰਨ ਦਾ। ਇਹਦਾ ਮਤਲਬ ਕਮਜ਼ੋਰੀ ਮੇਰੇ 'ਚ ਆ, ਮੈਂ ਆਪਣੀ ਕਮਜ਼ੋਰੀ ਕਿਉਂ ਨਹੀਂ ਦੂਰ ਕਰਦਾ। ਹੁਣ ਇਹ ਥੋੜਾ ਕਿ ਕਿਸੇ ਨੇ ਮੇਰੇ ਤੇ ਹਮਲਾ ਕਰਤਾ ਜੀ, ਉਹ ਤਾਂ ਜੀ ਉਹਦਾ ਕਸੂਰ ਹੈ, ਠੀਕ ਹੈ, ਇੱਕ ਹੱਦ ਤੱਕ ਕਸੂਰ ਹੈ, ਪਰ ਤੁਸੀਂ ਕਿਉਂ ਨਹੀਂ ਅਲਰਟ ਹੈਗੇ? ਕਹਿੰਦੇ ਜਦੋਂ ਚੋਰ ਤੇ ਕੁੱਤਾ ਰਲ ਜਾਣ, ਚੋਰੀ ਉਦੋਂ ਹੁੰਦੀ ਆ। ਜਦੋਂ ਚੋਰ ਆਇਆ ਤਾਂ ਕੁੱਤੇ ਨੇ ਅੱਗੇ ਬੋਲਣਾ ਨਾ, ਜਦੋਂ ਕੁੱਤਾ ਹੀ ਚੁੱਪ ਹੋ ਗਿਆ ਤੇ ਚੋਰ ਨੇ ਆਰਾਮ ਨਾਲ ਆਪਣਾ ਸਾਰਾ ਕੁਝ ਲਪੇਟ ਕੇ ਪੰਡਾ ਬੰਨ੍ਹ ਕੇ ਲੈ ਜਾਊਗਾ। ਔਰ ਜਿਸ ਤਰ੍ਹਾਂ ਹੁਣ ਇਹ ਰਾਖੀ ਕਰਨ ਵਾਲੇ ਕੌਣ ਨੇ? ਪੁਲਿਸ ਵਾਲੇ, ਪੰਜਾਬ ਪੁਲਿਸ ਆ ਰਾਖੀ ਕਰਨ ਵਾਲੀ, ਸਿਕਿਉਰਿਟੀ ਇਹ ਆ। ਪਰ ਜੇ ਇਹਨਾਂ ਦੇ ਘਰ ਨੂੰ ਤਾਲਾ ਲੱਗ ਗਿਆ, ਜਾਂ ਇਹਨਾਂ ਦੇ ਘਰ 'ਚੋਂ ਤਾਲਾ ਤੋੜ ਕੇ ਸਮਾਨ ਲੈ ਗਏ ਜਿੱਥੇ ਡਿਊਟੀ ਕਰਦੇ ਆ, ਤੇ ਫਿਰ ਉਹਦਾ ਵਾਲੀ ਵਾਰਸ ਕੌਣ ਹੋਗਾ? ਇਹ ਪਹਿਲਾਂ ਨਹੀਂ ਸੀ ਹੁੰਦਾ, ਅੱਜ ਤੋਂ 35-30 ਸਾਲ ਪਿੱਛੇ ਨੂੰ ਚੱਲ ਜਾਓ, ਕਦੀ ਪੁਲਿਸ ਦੇ ਥਾਣੇ 'ਚ ਕੋਈ ਨਹੀਂ ਸੀ ਹੁੰਦਾ, ਕਿਸੇ ਪਾਸੇ ਕੋਈ ਨਹੀਂ। ਉਹ ਲੋਕ ਆ ਸੁਰਖਰੂ ਮੰਨਦੇ ਪਏ ਆ, ਸਾਡਾ ਘਰ ਯਾਰ ਪੁਲਿਸ ਥਾਣੇ ਦੇ ਨੇੜੇ ਆ, ਤਾਂ ਹੁਣ ਨੇੜੇ ਬਣਾਉਣ ਤੋਂ ਲੋਕ ਗੁਰੇਜ਼ ਕਰਨਗੇ ਕਿ ਯਾਰ ਦੂਰ ਹੀ ਰਹੋ, ਇਹਨਾਂ ਦੇ ਤੇ ਗਰਨੇਡ ਚੱਲਦੇ ਤੇ ਅਸੀਂ ਵੀ ਨਾਲ ਮਾਰੇ ਜਾਵਾਂਗੇ, ਅਸੀਂ ਤਾਂ ਹੋਰ ਕਿਤੇ ਸ਼ਾਂਤੀ ਵਾਲੀ ਜਗ੍ਹਾ ਤੇ ਜਗ੍ਹਾ ਲਵਾਂਗੇ ਤੇ ਕਲੋਨੀਆਂ ਖਾਲੀ ਹੋਣਗੀਆਂ। ਇੱਕ ਪੁਰਾਣੀ ਕਹਾਣੀ ਹੈ, ਉਹਦੇ ਵਿੱਚ ਨਾ ਇੱਕ ਰਾਜੇ ਦਾ ਮੰਤਰੀ ਰਾਜੇ ਨੂੰ ਕਹਿੰਦਾ ਦੇਖ ਸਾਡੇ ਮੁਲਕ ਦੇ ਉੱਤੇ ਹਮਲਾ ਪਤਾ ਕਿਉਂ ਨਹੀਂ ਹੁੰਦਾ ਪਿਆ? ਕਿਉਂਕਿ ਸਾਡੇ ਜਿਹੜੇ ਪੜੋਸੀ ਰਾਜ ਦੇ ਲੋਕ ਨੇ ਨਾ, ਉਹ ਕਮਜ਼ੋਰ ਨੇ। ਇਹ ਨਹੀਂ ਕਿ ਅਸੀਂ ਮਜ਼ਬੂਤ ਹੈਗੇ ਤਾਂ ਉਹ ਡਰਦੇ ਨੇ, ਨਹੀਂ, ਉਹ ਵੀ ਕਮਜ਼ੋਰ ਨੇ ਜਿਵੇਂ ਦੇ ਅਸੀਂ ਕਮਜ਼ੋਰ ਆ। ਹੁਣ ਭੁੱਖੇ ਦੇ ਉੱਤੇ ਅਟੈਕ ਕਰੇਗਾ, ਕੀ ਲੱਭਣਾ? ਠੀਕ ਹੈ ਨਾ, ਇੱਕ ਤੁਹਾਡੀ ਵੀ ਜੇਬ ਖਾਲੀ ਤੇ ਮੇਰੀ ਵੀ ਜੇਬ ਖਾਲੀ, ਕੌਣ ਕਿਹਦੀ ਜੇਬ ਕੱਟੇ? ਦੱਸੋ, ਹੁਣ ਆਹ ਹਾਲ ਹੈਗਾ। ਸ਼ਾਇਦ ਆਪਾਂ ਅੱਗੇ ਵੀ ਗੱਲ ਕੀਤੀ, ਕੋਈ ਥਾਣੇ ਆ ਗਿਆ, ਥਾਣੇ SHO ਨੂੰ ਮਿਲਣਾ, ਉਹਨੇ ਅੱਗੇ ਲਾ ਕੇ ਉਹਨਾਂ ਆਪਣਾ ਬਾਹਰਲੀਆਂ ਬਰੂਹਾਂ ਤੇ ਸਾਈਕਲ ਤੇ ਅੰਦਰ ਆ ਗਿਆ, ਕਹਿੰਦਾ ਥਾਣੇਦਾਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਕਹਿੰਦਾ ਠੀਕ ਆ। ਕਹਿੰਦਾ ਜੀ ਤੁਹਾਡੇ ਅੱਜ ਅੰਦਰ ਤੁਸੀਂ ਇੱਥੇ ਟੇਕ ਓਵਰ ਕੀਤਾ ਨਾ, ਉਦੋਂ ਇੰਨਾ ਮਜ਼ਾ ਆ ਰਿਹਾ, ਤੁਹਾਡੇ ਤੋਂ ਕੋਈ ਇੱਥੇ ਚਿੜੀ ਨਹੀਂ ਫਟਕਦੀ, ਕੋਈ ਇੱਥੇ ਚੋਰੀ ਹੁੰਦੀ ਨਹੀਂ, ਔਰ ਅਸੀਂ ਇਸ ਕਰਕੇ ਬੜੇ ਸੁਰਖਰੂ ਹਾਂ। ਅੱਜ ਮੈਂ ਤੁਹਾਨੂੰ ਵਧਾਈ ਦੇਣਾ, ਮਜ਼ਾ ਆ ਗਿਆ ਜੀ, ਬਹੁਤ ਵਧੀਆ ਹੈਗਾ। ਉਹਦਾ ਬਹਿ ਜਾਓ, ਚਾਹ ਪੀਓ। ਆਂਦਾ ਚਾਹ ਤਾਂ ਕੋਈ ਨਹੀਂ ਪੀਂਦਾ, ਮੈਂ ਜਰਾ ਸਾਈਕਲ ਵੇਖਾਂ। ਜਦੋਂ ਗਿਆ ਸਾਈਕਲ ਵੇਖਣ, ਸਾਈਕਲ ਉੱਥੇ ਹੈ ਨਹੀਂ। ਉਹ ਮੁੜ ਕੇ ਆਂਦਾ ਥਾਣੇਦਾਰ ਸਾਹਿਬ ਮੈਂ ਤੁਹਾਨੂੰ ਕੁਝ ਕਹਿਣਾ ਗਾ, ਹੋ ਕੁਝ ਗਿਆ। ਆਂਦਾ ਤੁਹਾਡੇ ਥਾਣੇ ਤੋਂ ਸਾਈਕਲ ਲੈ ਗਏ। ਆਂਦਾ ਯਾਰ ਇਹ ਵੀ ਤਾਂ ਕਦੀ ਹੋਇਆ ਨਹੀਂ। ਆਂਦਾ ਨਹੀਂ ਅੱਜ ਹੋ ਗਿਆ ਮੇਰੇ ਨਾਲ। ਆਂਦਾ ਫਿਰ ਅਸੀਂ ਲੱਭਦੇ ਹਾਂ, ਲੈ ਲਿਖਾ ਆਪਣਾ ਨਾਂ ਤਾਂ ਲਿਆ, ਪਰਚਾ ਦਰਜ ਕਰਦੇ ਹਾਂ, ਤੈਨੂੰ ਕੀਤੇ ਸ਼ੱਕ ਹੈਗਾ। ਉਹ ਮੁੜ ਕੇ ਉਹ ਉਸ ਪਾਸੇ ਚਲੇ ਗਿਆ। ਉਹ ਮੁੜ ਕੇ ਸਾਰੇ ਲੋਕ ਹੱਸ ਕੇ ਨਿਕਲ ਆਏ ਵੀ ਥਾਣੇ 'ਚੋਂ ਜੇ ਚੋਰੀ ਹੁੰਦੀ ਹੈ ਤਾਂ ਬਾਕੀ ਜਗ੍ਹਾ 'ਤੇ ਕੌਣ ਰਖਵਾਲਾ ਹੈਗਾ? ਇਹ ਆ। ਚਲੋ ਦੇਖੋ ਹੁਣ ਅੱਗੇ ਕੀ ਬਣਦਾ ਹੈ। ਬਸ ਪੁਲਿਸ ਬਰਾਬਰ ਆਖਾ, ਇਹਨਾਂ ਨੂੰ ਵੀ ਥਾਣੇ ਵਾਲਿਆਂ ਨੂੰ ਵੀ ਸਿਕਿਉਰਿਟੀ ਤੇ ਬਾਕੀਆਂ ਨੂੰ ਸਿਕਿਉਰਿਟੀ ਦਿੰਦੇ ਨੇ, ਇਹਨਾਂ ਨੂੰ ਸਿਕਿਉਰਿਟੀ ਕੌਣ ਦੇਵੇ? ਇਹ ਹੁਣ ਸੋਚਣ ਵਾਲੀ ਗੱਲ ਹੈ। ਸਿਕਿਉਰਿਟੀ ਮੈਨ ਡਿਮਾਂਡ ਸਿਕਿਉਰਿਟੀ। ਚਲੋ ਆਪਾਂ ਅੱਗੇ ਵਧੀਏ। ਪੰਜਾਬੀ ਵਿੱਚ ਜੇ ਬੋਰਡ ਨਾ ਲਿਖਿਆ ਤਾਂ ਤੁਹਾਨੂੰ ਜੁਰਮਾਨਾ ਹੋ ਜਾਣਾ। ਔਰ ਐਕਸ਼ਨ ਹੋਏਗਾ। ਇਹ ਸਰਕਾਰ ਨੇ, ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਹੈ। ਮਾਂ ਬੋਲੀ ਪੰਜਾਬੀ ਨੂੰ ਹੁਣ ਤੁਸੀਂ ਪ੍ਰਮੋਟ ਕਿਵੇਂ ਕਰਨਾ, ਉਹ ਇਹ ਤਰੀਕਾ ਹੈ। ਵੈਸੇ ਗੱਲ ਤਾਂ ਠੀਕ ਹੈ। ਇਹ ਜਿਹੜੇ ਮੰਤਰੀ ਨੇ ਐਜੂਕੇਸ਼ਨ ਦੇ ਮੀਤ ਹੇਅਰ, ਉਹਨਾਂ ਨੇ ਵੀ ਮਸਲਾ ਚੁੱਕਿਆ, ਭਾਸ਼ਾ ਵਿਭਾਗ ਵੱਲੋਂ ਵੀ ਆਇਆ। ਜਦੋਂ ਕਿ ਅਸੀਂ ਪਹਿਲਾਂ ਇਹਨਾਂ ਨੇ ਕਿਹਾ ਕਚਹਿਰੀਆਂ 'ਚ ਵੀ ਜਿਹੜਾ ਸਾਰਾ ਕੁਝ ਪੰਜਾਬੀ ਦੇ ਨਾਲ ਹੀ ਹੋਵੇ। ਦੂਜਾ ਕੰਮ ਜਿਹੜਾ ਹੈਗਾ, ਸਾਡੇ ਸੀਚੇਵਾਲ ਸਾਹਿਬ, ਉਹਨਾਂ ਨੇ ਉੱਥੇ ਰਾਜ ਸਭਾ 'ਚ ਜਿਹੜੀਆਂ ਕਾਪੀਆਂ ਵੰਡੀਆਂ ਗਈਆਂ, ਜੋ ਕੁਝ ਕੀਤਾ ਪੰਜਾਬੀ ਸੀ, ਪੰਜਾਬੀ 'ਚ ਬੋਲੇ। ਉਹ ਕੇਂਦਰ 'ਚ ਜਾ ਕੇ, ਸੈਂਟਰ 'ਚ ਜਾ ਕੇ ਪੰਜਾਬੀ ਬੋਲੀ ਹੈ, ਜਦੋਂ ਕਿ ਉੱਥੇ ਹਿੰਦੀ ਬੋਲਣਾ ਲਾਜ਼ਮੀ ਹੈ। ਔਰ ਦੂਜਾ ਨੰਬਰ ਹੈਗਾ ਕਿ ਜਿਹਦੇ ਵਿੱਚ ਅਸੀਂ ਜਿਹੜੀ ਮਾਤਰ ਭਾਸ਼ਾ, ਸਾਡਾ ਫਸਟ ਲੈਂਗੁਏਜ ਪੰਜਾਬ 'ਚ ਇਹੀ ਹੈ। ਔਰ ਉਹਦੇ ਵਿੱਚ ਅਸੀਂ ਜਦੋਂ ਬੋਰਡਾਂ 'ਤੇ ਲਿਖਿਆ, ਜਿਹੜੇ ਮਹਿਕਮੇ 'ਚ ਲਿਖਿਆ, ਪਹਿਲਾਂ ਉੱਤੇ ਅੰਗਰੇਜ਼ੀ 'ਚ ਲਿਖਿਆ, ਫਿਰ ਪੰਜਾਬੀ 'ਚ ਲਿਖਿਆ। ਪੰਜਾਬੀ ਇਸ ਕਰਕੇ ਲਿਖਿਆ ਵੀ ਉਹਦਾ ਟਰਾਂਸਲੇਟ ਕਰ ਦਿੱਤਾ, ਗਵਰਨਮੈਂਟ ਹਾਈ ਸਕੂਲ, ਫਿਰ ਲਿਖਿਆ ਥੱਲੇ ਸਰਕਾਰੀ ਹਾਈ ਸਕੂਲ। ਔਰ ਇਸੇ ਤਰ੍ਹਾਂ ਬਾਕੀ ਵੀ ਮਹਿਕਮਿਆਂ 'ਚ ਤੁਸੀਂ ਜਾ ਕੇ ਪੜ੍ਹੋ, ਪੰਜਾਬੀ ਥੱਲੇ ਆ, ਅੰਗਰੇਜ਼ੀ ਉੱਤੇ ਆ,
ਤੇ ਬਾਕੀ ਜਿਹੜੀ ਬਾਕੀ ਹਿੰਦੀ ਵੱਜਦੀ ਹੈ, ਵੀ ਤੁਸੀਂ ਅੰਗਰੇਜ਼ੀ ਲਿਖਦੇ ਹਿੰਦੀ ਲਿਖ ਦਿਓ ਤਾਂ ਜ਼ਿਆਦਾ ਵਧੀਆ ਹੈਗੀ ਆ। ਹਿੰਦੀ ਤੇ ਪੰਜਾਬੀ ਦੋ ਭਾਸ਼ਾ, ਪੰਜਾਬੀ ਉੱਤੇ ਲਿਖੋ, ਜੇ ਲਿਖਣੀ ਹਿੰਦੀ ਲਿਖੋ, ਇਸ ਕਰਕੇ ਕਿ ਹਿੰਦੀ ਨੋਇੰਗ ਇੱਥੇ ਪੰਜਾਬ 'ਚ ਬਹੁਤ ਹੈ। ਕੋਈ ਮਾਈਗ੍ਰੇਟਰੀ ਲੇਬਰ ਆਇਆ, ਕੋਈ ਇੱਥੇ ਕੰਮ ਕਰਨ ਆਇਆ, ਕੋਈ ਆਰਟ ਨੂੰ ਪ੍ਰਫੁੱਲਤ ਕਰਨ ਆਇਆ, ਬਾਹਰਲੇ ਸੂਬਿਆਂ 'ਚੋਂ ਆਇਆ ਜਿਹੜੇ ਪੰਜਾਬੀ ਨੋਇੰਗ ਨਹੀਂ ਹੈਗੇ। ਤੁਸੀਂ ਕੈਨੇਡਾ ਚਲ ਜਾਓ, ਸਰੀ 'ਚ ਸਾਰੇ ਪੰਜਾਬੀ ਚੱਲਦੀ ਆ, ਉੱਥੇ ਚਾਚੇ ਦਾ ਢਾਬਾ, ਮਾਮੇ ਦਾ ਢਾਬਾ, ਸਾਰੇ ਉੱਥੇ ਉਹ ਚੱਲ ਰਿਹਾ ਸਾਰਾ ਕੰਮ। ਔਰ ਤੁਸੀਂ ਪਾਕਿਸਤਾਨ ਦੇ ਏਰੀਏ ਵਾਹਗਾ ਬਾਰਡਰ ਪਾਰ ਕਰੋ, ਤੁਹਾਨੂੰ ਪੰਜਾਬੀ ਦੇ ਬੋਰਡ ਨਜ਼ਰ ਆਉਣਗੇ ਜਿੱਥੇ ਵੀ ਜਾਓ, ਫੈਸਲਾਬਾਦ, ਜਿੱਥੇ ਕਰਾਚੀ, ਜਿੱਥੇ ਸਾਰਾ ਕੁਝ ਪੰਜਾਬੀ 'ਚ ਲਿਖਿਆ ਹੋਊਗਾ। ਔਰ ਇੱਥੇ ਆ ਕੇ ਇਹ ਕੰਮ ਹੋ ਜਾਂਦਾ ਕਿ ਇਹ ਭੁੱਲ ਜਾਂਦੇ ਆਪਣੀ ਮਾਤਰ ਭਾਸ਼ਾ ਨੂੰ। ਇਹ ਕਹਿੰਦੇ ਨੇ ਅੰਗਰੇਜ਼ੀ ਪੜ੍ਹੋ, ਸਾਰਾ ਕੁਝ ਹੋ ਜਾ, ਕਿਉਂ ਜੀ ਅਸੀਂ ਬਾਹਰ ਜਾਣਾਗਾ। ਕਮਲਿਓ, ਪੰਜਾਬੀ ਤਾਂ ਬਾਹਰ ਵੀ ਬੋਲੀ ਜਾਂਦੀ ਹੈ, ਕੈਨੇਡਾ ਸਾਰੇ ਪੰਜਾਬੀ ਬੋਲਦੇ ਆ, ਅਮਰੀਕਾ 'ਚ ਪੰਜਾਬੀ ਬੋਲਦੇ, ਸਾਡੇ ਪ੍ਰਵਾਸੀ ਭਾਰਤੀ ਉੱਥੇ ਬੈਠੇ ਆ, ਸਾਡੇ ਦਰਸ਼ਕ ਨੇ ਇਸ ਵੇਲੇ ਸੁਣ ਵੀ ਰਹੇ ਆ, ਖਾਸ ਤੌਰ 'ਤੇ ਪੰਜਾਬੀ ਬੋਲਦੇ ਆ। ਇਸ ਚੈਨਲ ਦੇ ਜਿਹੜੇ CEO ਨੇ ਉਹ ਵੀ ਆਪ ਪੰਜਾਬੀ ਬੋਲਦੇ, ਉਹਨਾਂ ਦੇ ਪ੍ਰੋਗਰਾਮ ਪੰਜਾਬੀ 'ਚ ਆਉਂਦੇ ਆ, ਤੇ ਫਿਰ ਰਹੀ ਕਿੱਥੇ ਗੱਲ, ਹੈ ਨਾ। ਜਤਿੰਦਰ ਰੰਧਾਵਾ ਜੀ ਆਪ ਪੰਜਾਬੀ ਬੋਲਦੇ, ਪੰਜਾਬੀ ਨੋਇੰਗ ਆ, ਬੜੀ ਅੱਛੀ ਖਾੜਕੂ ਪੰਜਾਬੀ ਉਹਨਾਂ ਦੀ, ਬੜੀ ਲੱਛੇਦਾਰ ਪੰਜਾਬੀ ਉਹਨਾਂ ਦੀ। ਔਰ ਜੇ ਅਸੀਂ ਇਹ ਗੱਲ ਨਿੱਕੀ ਗੱਲ ਕਰਾਂਗੇ ਜੀ, ਨਹੀਂ ਜੀ ਪੰਜਾਬੀ ਦੇ ਵਿੱਚ ਅਸੀਂ ਨਹੀਂ ਬੋਲਣਾ, ਇਹ ਤਾਂ ਸਿਰਫ ਪਿੰਡਾਂ ਦੀ ਭਾਸ਼ਾ ਹੈਗੀ ਆ, ਇਹ ਤਾਂ ਸਿਰਫ ਪਿੰਡਾਂ ਦੇ ਲੋਕ ਬੋਲਣਗੇ, ਸ਼ਹਿਰਾਂ 'ਚ ਵੀ ਲੋਕ ਹਿੰਦੀ ਬੋਲਦੇ ਇੱਥੇ, ਇਹ ਵੀ ਗੱਲ ਹੈਗੀ ਆ। ਬਾਕਾਇਦਾ ਤੌਰ ਤੇ ਜਦੋਂ ਸੈਂਸਸ ਹੋਈ ਸੀਗੀ 1984 ਦੇ ਵਿੱਚ, ਉਦੋਂ ਸਾਰਿਆਂ ਨੇ ਆਪਣੀ ਹਿੰਦੀ ਭਾਸ਼ਾ ਲਿਖਾਈ। ਔਰ ਇਸੇ ਕਰਕੇ ਹੁਣ ਸਰਕਾਰ ਨੇ ਥੋੜ੍ਹਾ ਜਿਹਾ ਇਹ ਦਮਰਦਾ ਮਾਰਿਆ, ਇਸ ਪ੍ਰਕਾਰ ਪਾਸੇ ਗੱਲ ਕੀਤੀ ਹੈ ਕਿ ਪੰਜਾਬੀ ਨੂੰ ਅੱਛਾ ਰੁਤਬਾ ਮਿਲੇ, ਜਿਹਦੇ ਨਾਲ ਪੰਜਾਬੀ ਦਾ ਸਟੇਟਸ ਬਣ ਜੇ। ਪੰਜਾਬੀ ਘੱਟੋ ਘੱਟ ਅਸੀਂ ਬੋਲਦੇ ਤਾਂ ਪੰਜਾਬੀ ਹੈ, ਤੇ ਲਿਖਾਉਣ ਲੱਗੇ ਨੇ ਸਾਡੀ ਭਾਸ਼ਾ ਹਿੰਦੀ ਹੈ, ਔਰ ਇਹ ਗੱਲ ਗਲਤ ਹੈ। ਲੋਕ ਸਾਡੇ ਬਜ਼ੁਰਗ ਇੱਥੋਂ ਤੱਕ ਕਿ ਮੇਰੇ ਮਾਤਾ ਜੀ ਵੀ ਕਈ ਵਾਰ ਕਹਿੰਦੇ ਨੇ, ਉਹ ਜੋ ਘਰ ਵਿੱਚ ਕੰਮ ਕਰਦੇ ਨੇ, ਆਉਂਦੇ ਨੇ ਸਾਰੇ ਹੈਲਪਰਸ, ਉਹ ਕਈ ਵਾਰ ਪੂਰਬੀ ਹੁੰਦੇ ਨੇ ਨਾ, ਉਹ ਹਿੰਦੀ ਬੋਲਣਗੇ, ਤੇ ਮਾਤਾ ਜੀ ਅੱਗੋਂ ਕਹਿਣਗੇ, ਮੈਨੂੰ ਕਹਿਣਗੇ, ਮੈਂ ਤੇ ਸਾਰਾ ਦਿਨ ਹਮਕੋ ਤੁਮਕੋ ਕਰਦੀ, ਉਹ ਥੱਕ ਜਾਂਦੀ, ਪੰਜਾਬੀ ਬੋਲਣ ਵਾਲਾ ਨਹੀਂ ਹੈਗਾ। ਇਹ ਪਤਾ ਕਰਦੇ ਆ ਆਪਣੇ ਜਿਹੜੇ ਲੋਕ ਇੱਥੇ ਮਾਤਾ ਨੇ ਜਾਂ ਬਜ਼ੁਰਗ, ਇਹ ਜਦੋਂ ਬਾਹਰ ਮਾਈਗ੍ਰੇਟਰੀ ਲੇਬਰ ਆਉਂਦੀ ਆ ਬੰਗਾਲ ਤੋਂ, ਮਦਰਾਸ ਤੋਂ, ਹੈ ਨਾ, ਬਿਹਾਰ ਤੋਂ, ਉਹਨਾਂ ਨਾਲ ਇਹ ਹਿੰਦੀ 'ਚ ਗੱਲ ਕਰਦੇ, ਅਤੇ ਹਿੰਦੀ ਵੀ ਐਸੀ ਹਿੰਦੀ ਹੈ ਵੀ ਤੁਸੀਂ ਉਹਨਾਂ ਨੂੰ ਤਾਂ ਪੰਜਾਬੀ ਸਿੱਖਣ ਦਿਓ। ਕੱਲ੍ਹ ਕਲੋਥੋਂ ਨੂੰ ਜੇ ਤੁਸੀਂ ਉੱਥੇ ਜਾਓਗੇ ਤਾਂ ਉਹ ਤੁਹਾਨੂੰ ਪੰਜਾਬੀ 'ਚ ਨਹੀਂ ਗੱਲ ਕਰਨਗੇ, ਉਹ ਕਹਿਣਗੇ ਕਿ ਤੁਸੀਂ ਇੱਥੇ ਹਿੰਦੀ ਸਿੱਖੋ। ਅਸੀਂ ਉਹਨਾਂ ਦੀ ਭਾਸ਼ਾ ਬੋਲਦੇ ਹਾਂ ਤਾਂ ਉਹਨਾਂ ਨੂੰ ਕਹਿੰਦੇ ਪੰਜਾਬੀ ਸਿੱਖੋ, ਜਦੋਂ ਕਿ ਉਹਨਾਂ ਨੇ ਇੱਥੇ ਦੇ ਰਿਹਾਇਸ਼ ਬਣਾ ਲਈ ਹੈ, ਵਸਨੀਕ ਬਣ ਗਏ ਇੱਥੋਂ ਦੇ, ਅਤੇ ਪੰਜਾਬੀ ਸਿੱਖਣੀ ਜ਼ਰੂਰਤ ਹੈ ਉਹਨਾਂ ਦੀ। ਜਦੋਂ ਉਹਨਾਂ ਨੂੰ ਇਹ ਇੱਕ ਹੱਕ ਦੇ ਦਿੱਤਾ ਕਿ ਤੁਸੀਂ ਇੱਥੇ ਜ਼ਮੀਨ ਖਰੀਦ ਸਕਦੇ ਔਰ ਤੁਸੀਂ ਜਾਇਦਾਦ ਬਣਾ ਸਕਦੇ ਜੇ, ਐਗਰੀਕਲਚਰ ਲੈਂਡ ਖਰੀਦ ਸਕਦੇ ਜੇ, ਅਤੇ ਕਿਉਂ ਨਹੀਂ ਪੰਜਾਬੀ ਸਿੱਖ ਸਕਦੇ ਇੱਥੇ, ਹੈ ਨਾ। ਜਦੋਂ ਕਿ ਪੰਜਾਬੀ ਗੁਰੂ ਸਾਹਿਬਾਨ ਨੇ ਪੰਜਾਬੀ ਪ੍ਰਫੁੱਲਤ ਕੀਤੀ ਆ, ਗੁਰੂ ਅੰਗਦ ਦੇਵ ਨੇ 35 ਅੱਖਰੀ ਸ਼ੁਰੂ ਕੀਤੀ ਆ, ਗੁਰੂ ਨਾਨਕ ਦੇਵ ਤੋਂ ਬਾਬਾ ਫਰੀਦ ਨੇ ਸਭ ਤੋਂ ਪਹਿਲਾਂ ਪੰਜਾਬੀ ਇੰਟਰੋਡਿਊਸ ਕੀਤੀ ਆ ਜਦੋਂ ਫਰੀਦਕੋਟ ਆਇਆ। ਔਰ ਉਦੋਂ ਤੋਂ ਲੈ ਕੇ ਉਹ ਦੇਖੋ ਕਿੱਥੋਂ ਚੱਲ ਕੇ, ਪਾਕਿਸਤਾਨ ਤੋਂ ਚੱਲ ਕੇ ਕਿੱਧਰ ਆ ਕੇ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਔਰ 35 ਅੱਖਰੀ ਬਣਾਈ। ਔਰ ਉਦੋਂ ਬਾਅਦ ਫਿਰ ਪੰਜਾਬੀ ਵਾਲੇ ਪਾਸੇ ਲੋਕਾਂ ਨੇ ਮੂੰਹ ਮੋੜ ਕੇ ਅੰਗਰੇਜ਼ੀ ਦੇ ਪਿੱਛੇ ਲੱਗ ਗਏ, ਦੂਜੀਆਂ ਭਾਸ਼ਾ ਬਣ ਗਈਆਂ। ਹੁਣ ਅਸੀਂ ਪਤਾ ਸਾਰਿਆਂ ਨੂੰ ਅਸੀਂ ਕਹਿੰਦੇ ਆਂਟੀ ਸਾਰਾ, ਅੱਗੇ ਤਾਈ, ਚਾਚੀ, ਭੈਣ, ਹੈ ਨਾ, ਵੱਡੀ ਭੈਣ, ਹੈ ਨਾ, ਉਹ ਸਾਰਿਆਂ ਨੂੰ ਕਹਿੰਦੇ ਸੀ, ਉਹ ਗੱਲਾਂ ਕਰਦੇ ਸੀ, ਭੂਆ, ਹੈ ਨਾ, ਸਾਰਾ। ਹੁਣ ਆਂਟੀ 'ਚ ਨਿਬੇੜਤਾ ਸਾਰਾ ਕੁਛ, ਹੈ ਨਾ, ਅੰਕਲ 'ਚ ਨਿਬੇੜਤਾ ਸਾਰਾ ਕੁਛ। ਪਤਾ ਲੱਗਦਾ ਵੀ ਇਹ ਕੀ ਲੱਗਦਾ ਇਹਦਾ। ਔਰ ਕਹਿੰਦੇ ਨੇ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਨਾ, ਇਹ ਲਚੀਲੀ ਬਹੁਤ ਹੈ, ਫਲੈਕਸੀਬਿਲਿਟੀ ਬਹੁਤ ਹੈ, ਹਾਜ਼ਮੇਦਾਰ ਆ। ਇਹਦੇ ਵਿੱਚ ਫਾਰਸੀ, ਅਰਬੀ, ਉਰਦੂ, ਤੁਸੀਂ ਜਿੰਨੀਆਂ ਭਾਸ਼ਾ ਇਹਦੇ ਵਿੱਚ ਮਿਕਸ ਹੋਈਆਂ। ਕਹਿੰਦੇ ਲਚੀਲੀ ਕਿੱਦਾਂ, ਕੋਈ ਉਦਾਹਰਨ ਦਿਓ। ਕਹਿੰਦੇ ਹੁਣ ਕਿਸੇ ਨੂੰ ਕਵਾਂਗੇ ਆਹ ਕੀ, ਕਹਿੰਦਾ ਢਿੱਡ, ਇਹ ਮੇਰਾ ਢਿੱਡ। ਨਿੱਕਾ ਜਿਹਾ ਬੱਚਾ ਹੋਏਗਾ ਉਹਨੂੰ ਕਹਾਂਗੇ ਇਹ ਢਿੱਡੀ, ਨਿੱਕੀ ਜੀ ਢਿੱਡੀ। ਤੇ ਕੋਈ ਮੋਟਾ ਹੋਏਗਾ ਇਹ ਢਿੱਡਲ ਜਿਹਾ ਕਰਦਾ ਕੀ ਹੈ, ਉਹਨੂੰ ਢਿੱਡਲ ਬਣਾਤਾ। ਸੋ ਢਿੱਡ ਨੂੰ ਕਿੱਦਾਂ ਐਕਸਪ੍ਰੈਸ ਕੀਤਾ। ਸੋ ਗੱਲ ਇਹ ਵਿਸ਼ੇਸ਼ਣ ਬਣਦੇ ਆ ਨਾ, ਵਿਸ਼ੇਸ਼ਣ। ਔਰ ਕਹਿੰਦੇ ਨੇ ਸਾਡੇ ਬਜ਼ੁਰਗ ਨਾ ਹਾਸੇ ਚ ਕਹਿੰਦੇ ਹੁੰਦੇ ਨੇ, ਬੜਾ ਹਸਾਉਂਦੇ ਨੇ, ਕਹਿੰਦੇ ਸਾਡੇ ਪੰਜਾਬੀਆਂ ਚ ਨਾ ਇੱਕ ਖੂਬੀ ਹੈ, ਅਸੀਂ ਦੂਜੇ ਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਾਂਗੇ। ਜੇ ਕੋਈ ਸਾਊਥ ਇੰਡੀਆ ਤੋਂ ਆ ਜਾਏਗਾ ਨਾ, ਉਹਦੀ ਭਾਸ਼ਾ 'ਚ ਉਹਨੂੰ ਉਹਦੀ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਸਾਨੂੰ ਨਹੀਂ ਵੀ ਆਉਂਦੀ ਹੋਏਗੀ। ਤੁਸੀਂ ਕੀ ਗੱਲ ਕਰਦੇ, 300 ਸਾਲ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ ਅਨੰਦਪੁਰ ਸਾਹਿਬ, ਤੇ ਸਾਰੇ ਕੀਰਤਨੀ ਜਥੇ ਅਮਰੀਕਾ ਤੋਂ ਪੰਜਾਬੀ ਨੋਇੰਗ, ਪੰਜਾਬੀ ਬੋਲਦੇ, ਪੰਜਾਬੀ ਗੱਲਾਂ ਕਰਦੇ, ਔਰ ਕੀਰਤਨ ਦਰਬਾਰ ਲੱਗਾ ਸੀ। ਉਹ 'ਚ ਬੀਬੀਆਂ ਵੀ ਅੰਗਰੇਜ਼ਣਾਂ 6-6 ਫੁੱਟ ਤੋਂ ਉੱਚੀਆਂ, ਔਰ ਅੰਗਰੇਜ਼ ਵੀ, ਅਮਰੀਕਨ ਔਰ ਇੰਗਲੈਂਡ ਤੋਂ ਵੀ ਲੋਕ ਆਏ, ਪੂਰੀ ਪੰਜਾਬੀ ਬੋਲ ਰਹੇ ਸੀ। ਅਤੇ ਸਾਡੇ ਲੋਕ ਉਹਨਾਂ ਨਾਲ ਅੰਗਰੇਜ਼ੀ, ਜਦੋਂ ਉਹਨਾਂ ਨਾਲ ਗੱਲ ਕਰਦੇ ਫਿਰ ਅੰਗਰੇਜ਼ੀ, ਵੀ ਉਹ ਦੱਸਦੇ ਵੀ ਸਾਨੂੰ ਵੀ ਤੁਹਾਡੀ ਭਾਸ਼ਾ ਆਉਂਦੀ ਹੈ। ਇੱਕ ਮੇਰਾ ਇੱਦਾਂ ਹੀ ਤੁਸੀਂ ਗੱਲ ਕਰ ਰਹੇ ਹੋ, ਇਹ ਮੇਰਾ ਆਪਣਾ ਐਕਸਪੀਰੀਅੰਸ ਆ ਜੀ। ਇੰਗਲੈਂਡ ਤੋਂ ਆਇਆ ਹੋਇਆ ਪਰਿਵਾਰ, ਕਿਸੇ ਬੀਜੀ ਸਾਡੇ ਗੁਆਂਢ 'ਚ ਰਹਿੰਦੇ, ਤੇ ਉਹਨਾਂ ਦੇ ਸਾਰੇ ਪਰਿਵਾਰ ਬਾਹਰ ਵਸਦੇ ਨੇ, ਜਿਹੜੇ ਬੱਚੇ ਉੱਥੇ ਪੈਦਾ ਹੁੰਦੇ ਨੇ, ਉਹ ਆਏ ਹੋਏ ਨੇ ਨਾਨੀ ਨੂੰ ਮਿਲਣ, ਦਾਦੀ ਨੂੰ ਮਿਲਣ। ਤੇ ਉਦੋਂ ਗੁਰਪੁਰਬ ਹੈ ਤੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ, ਤੇ ਉਹਨਾਂ ਨੇ ਆਪਣੇ ਘਰ ਵੀ ਪ੍ਰਭਾਤ ਫੇਰੀ, ਕਹਿੰਦੇ ਸਾਡੇ ਘਰ ਵੀ ਚਰਨ ਪਾਓ,
ਭਾਗਾਂ ਵਾਲਾ ਦਿਨ ਹੋਵੇ, ਭਾਗਾਂ ਵਾਲਾ ਸਾਡਾ ਘਰ ਹੋਵੇ, ਚਰਨ ਪਾਓ। ਪ੍ਰਭਾਤ ਫੇਰੀ ਨੂੰ ਉਹਨਾਂ ਨੇ ਸੱਦਾ ਦਿੱਤਾ ਤੇ ਪ੍ਰਭਾਤ ਫੇਰੀ ਆਈ। ਤੇ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਕੈਨੇਡਾ ਇੰਗਲੈਂਡ ਤੋਂ ਆਏ ਹੋਏ ਨੇ, ਉਹਨਾਂ ਨੂੰ ਨਹੀਂ ਨਾ ਪਤਾ, ਉਹਨਾਂ ਨੂੰ ਤਾਂ ਸਿਰਫ ਉਨਾ ਹੀ ਪਤਾ ਪ੍ਰਭਾਤ ਫੇਰੀ। ਉਹ ਸਾਨੂੰ ਸਭ ਨੂੰ ਆਪਸ 'ਚ ਹੈਲੋ ਹੈਪੀ ਪ੍ਰਭਾਤ ਫੇਰੀ, ਹੈਪੀ ਪ੍ਰਭਾਤ ਫੇਰੀ, ਉਹੀ ਉਹਨਾਂ ਕਹਿਣਾ ਜੋ ਚੱਲ ਰਿਹਾ, ਵਰਡ ਚੱਲ ਰਿਹਾ। ਸਾਰੇ ਉਹਨਾਂ ਨੂੰ ਫਿਰ ਇੱਕ ਤਾਂ ਹੱਸਣਗੇ, ਫਿਰ ਬਾਅਦ 'ਚ ਉਹਨਾਂ ਨੂੰ ਸਮਝਾਉਣ, ਪੁੱਤਰ ਏਦਾਂ ਨਹੀਂ ਕਹੀਦਾ, ਏਦਾਂ ਕਹੀਦਾ ਹੁੰਦਾ, ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ ਹੋਵੇ, ਏਦਾਂ ਕਹੀਦਾ ਹੁੰਦਾ। ਇਸੇ ਕਰਕੇ ਰੰਗਲਾ ਪੰਜਾਬ ਇਸੇ ਤਰ੍ਹਾਂ ਬਣਦਾ, ਭਾਸ਼ਾ ਨਾਲ, ਰਾਈਟ ਰਾਈਟ, ਹੈ ਨਾ, ਖਾਣਿਆਂ ਨਾਲ, ਜਿਹੜੇ ਕੱਪੜੇ ਲੱਤੇ ਪਾਉਂਦੇ ਉਹਨਾਂ ਨਾਲ ਰੰਗਲਾ ਪੰਜਾਬ ਬਣਦਾ। ਸਹੂਲਤਾਂ ਨਾਲ ਰੰਗਲਾ ਪੰਜਾਬ ਨਹੀਂ ਬਣਦਾ, ਕਲਚਰ ਨਾਲ ਰੰਗਲਾ। ਤੁਹਾਡੀ ਕਲਚਰ ਰਿਚੈਸਟ ਹੈ, ਟ੍ਰੈਡੀਸ਼ਨਲ ਹੈ, ਸੰਸਕਾਰ ਤੁਹਾਡੀ ਅੱਛੀ ਹੈ, ਤੁਹਾਡੇ ਬੋਲ ਚਾਲ ਹੈ, ਤੁਹਾਡਾ ਵਧੀਆ ਭਾਸ਼ਾ ਹੈ, ਤੁਹਾਡਾ ਲੋਕ ਸੰਗੀਤ ਬਹੁਤ ਅੱਛਾ ਵਾ, ਤੁਹਾਡੇ ਕੋਲ ਸੰਗੀਤ ਇੰਨਾ ਅੱਛਾ ਹੈ, ਉਹਦੇ ਨਾਲ ਰੰਗਲਾ ਪੰਜਾਬ ਬਣਦਾ। ਅੱਛਾ, ਇਹਦੇ ਵਿੱਚ ਸਾਡੇ ਲੀਡਰ ਨੇਤਾ ਉਹ ਰੰਗਲਾ ਪੰਜਾਬ ਅਸੀਂ ਸਹੂਲਤਾਂ ਦੇ ਦਾਂਗੇ ਜੀ, ਅਸੀਂ ਤੁਹਾਡੇ 'ਚ ਜੋ ਅਸੀਂ ਬਣਾਇਆ ਉਸ ਦੇ ਵਿੱਚ ਅਸੀਂ ਜੋ ਸਾਡਾ ਮਾਡਲ ਆ ਉਹ ਦੇਖੋ ਜੀ, ਅਸੀਂ ਐਜੂਕੇਸ਼ਨ ਨੂੰ ਇੱਧਰ ਲੈ ਜਾਵਾਂਗੇ, ਅਸੀਂ ਆਹ ਸਹੂਲਤਾਂ। ਰੰਗਲਾ ਪੰਜਾਬ ਉਹਦੇ ਨਾਲ ਨਹੀਂ ਬਣਦਾ। ਰੰਗਲਾ ਪੰਜਾਬ ਲੋਕਾਂ ਦੇ ਰਹਿਣ ਨਾਲ, ਤਰਾਤਰ ਨਾਲ, ਖਾਣ ਪੀਣ ਨਾਲ, ਉਹਨਾਂ ਦੇ ਸੋਹਣੇ ਕੱਪੜਿਆਂ ਨਾਲ, ਉਹਨਾਂ ਦੇ ਬਹਿਣ ਉੱਠਣ ਨਾਲ, ਉਹਦੇ ਨਾਲ ਰੰਗ। ਔਰ ਇੱਕ ਚੀਜ਼ ਹੈ ਜਿਹੜਾ ਪੰਜਾਬ ਵਾਸਤੇ ਬਣਿਆ ਹੋਇਆ ਨਾ, ਇੱਕ ਸਿੱਧੀ ਸ਼ਬਦ ਦੀ ਗੱਲ, ਉਹ ਬਾਲੀਵੁੱਡ ਵੀ ਬੰਬੇ ਦੇ ਵਿੱਚ, ਇੱਕ ਤਾਂ ਬੱਲੇ ਬੱਲੇ, ਇੱਕ ਟਿੰਗਲਿੰਗਲਿੰਗ, ਇੱਕ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਲੱਸੀ। ਉਹ ਯਾਰ ਪੰਜਾਬੀ ਸਾਰਾ ਦਿਨ ਲੱਸੀ ਉਹ ਪੀਂਦੇ ਰਹਿੰਦੇ ਨੇ, ਹੋਰ ਕੋਈ ਕੰਮ ਨਹੀਂ ਕਰਦੇ। ਪੰਜਾਬ ਬਹੁਤ ਵੱਡਾ ਆ, ਇਹ ਸਿਰਫ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਤੱਕ ਨਹੀਂ ਹੈਗਾ, ਬਹੁਤ ਵਿਸਤਾਰ ਹੈ ਇਹਦਾ ਪੰਜਾਬ ਦਾ। ਸੋ ਉਹ ਸਾਰੇ ਵਿਸਤਾਰ ਨੂੰ ਸਮਝੀਏ। ਸੋ ਆਪਾਂ ਵਿਸਤਾਰ ਤੋਂ ਅੱਗੇ ਤੁਰਦੇ ਹਾਂ। ਯਮੁਨਾ ਦੇ ਪਾਣੀ ਤੋਂ ਕੇਂਦਰ ਵੱਲੋਂ ਪੰਜਾਬ ਨੂੰ ਕੋਰੀ ਨਾ ਹੋ ਗਈ ਹੈ। ਇਹ ਪਾਣੀਆਂ ਦਾ ਮਸਲਾ ਪਤਾ ਨਹੀਂ ਕਿਵੇਂ ਹੱਲ ਹੋਣਾ। ਇਹ ਪਹਿਲੀ ਨਾ ਨਹੀਂ ਗੀ, ਅੱਗੇ ਨਾ ਤੁਹਾਨੂੰ ਪਤਾ ਹੈਗਾ, ਪਹਿਲਾਂ ਵੀ ਹੋਈ ਰੂਰਲ ਡਿਵੈਲਪਮੈਂਟ ਦਾ ਜਿਹੜਾ ਹੈਗਾ ਸੀਗਾ ਪੈਸਾ ਧੇਲਾ ਜੋ ਫੰਡਿੰਗ ਆਉਣੀ ਸੀ, ਪਹਿਲਾਂ ਤਾਂ ਉਹ ਉਹਨਾਂ ਨੇ ਬੰਦ ਕਰ ਇਮੀਡੀਏਟ। ਉਹ 2880 ਕਰੋੜ ਰੁਪਈਆ ਸੀ ਜਿਹੜਾ ਇਹਨਾਂ ਨੇ ਉੱਤੇ ਬੈਨ ਕਰਤਾ। ਫਿਰ ਉਹਦੋਂ ਬਾਅਦ ਆਪਣੇ ਭਗਵੰਤ ਮਾਨ ਜੀ ਗਏ ਉੱਥੇ, ਅਮਿਤ ਸ਼ਾਹ ਜੀ ਨਾਲ ਮਿਲੇ, ਔਰ ਉਹਦੇ ਨਾਲ ਪਿਊਸ਼ ਗੋਇਲ ਜਿਹੜੇ ਨਾਲ ਰਿਲੇਟਡ ਨੇ, 2 ਮੰਤਰੀਆਂ ਨੂੰ ਮਿਲੇ। ਹੁਣ ਉਹ ਅਜੇ ਠੰਡੇ ਬਸਤੇ 'ਚ ਉਹਦਾ ਤਾਂ ਕੁਛ ਅਜੇ ਤੱਕ ਕੋਈ ਸਰਗਰਮੀ ਨਹੀਂ ਆਈ। ਅਤੇ ਦੂਜਾ ਹੁਣ ਇਹ ਜਮਨਾ ਪਾਣੀ ਨੂੰ ਉਹਨਾਂ ਰੋਕ ਲਾ ਦਿੱਤੀ ਹੈ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪਾਣੀ ਜਿਹੜਾ ਹੈਗਾ ਹਿੰਦੁਸਤਾਨ, ਪੰਜਾਬ ਦੂਰ ਆ ਉਸ ਪਾਣੀ ਤੋਂ ਦੂਰ ਕਿੱਦਾਂ ਚਲੇ ਗਿਆ? ਹਿੰਦੁਸਤਾਨ ਦਾ ਹਿੱਸਾ ਪੰਜਾਬ ਹੈਗਾ, ਔਰ ਐਗਰੀਕਲਚਰ ਇੱਥੇ ਵੱਧ ਤੋਂ ਵੱਧ ਹੋ ਰਹੀ ਹੈ। ਇੱਥੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈਗੀ ਆ। ਟਿੱਬਿਆਂ 'ਤੇ ਪਾਣੀ ਚੜਾਉਣ ਦੀ ਲੋੜ ਨਹੀਂ, ਜਿਹੜਾ ਪਲੇਨ ਏਰੀਆ ਉੱਥੇ ਤਾਂ ਪਾਣੀ ਦਿਓ, ਨਹਿਰਾਂ 'ਚ ਪਾਣੀ ਆਵੇ। ਪਾਣੀ ਜਿਹਦਾ ਨਹਿਰਾਂ ਦੇ ਵਿੱਚੋਂ ਸਤਲੁਜ ਅਤੇ ਇਹਦੇ ਨਾਲ ਬਿਆਸ ਨਾਲ ਪਾਣੀ ਨਾਲ ਪੂਰੀ ਨਹੀਂ ਫਟੀ। ਔਰ SYL ਦਾ ਮੁੱਦਾ ਜੇ ਉੱਥੇ ਦਾ ਉੱਥੇ ਹੀ ਆ। ਜਦੋਂ ਕਿ ਭਗਵੰਤ ਮਾਨ ਅਤੇ ਖੱਟਰ ਜੀ ਦੀ ਉੱਥੇ ਡਿਸਕਸ ਹੋਇਆ ਇਹਨਾਂ ਦੇ ਨਾਲ, ਉਦੋਂ ਇਹ ਮਸਲਾ ਤੀਜਾ ਮਸਲਾ ਆ ਗਿਆ। ਹੁਣ ਇਹਦੇ ਵਿੱਚ ਇਹਨਾਂ ਨੇ ਦੂਜੇ ਪਾਸੇ ਰੋਕ ਲਾਤੀ ਹੈ। ਕੇਂਦਰ ਦਾ ਥੋੜ੍ਹਾ ਜਿਹਾ ਪੰਜਾਬ ਲਈ ਜਿਹੜਾ ਇਹਦਾ ਵਿਕਾਸ ਆ, ਜਾਂ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਫੰਡਿੰਗ ਕਰਨੀ ਹੈ, ਜੋ ਜਾਂ ਇਹਨਾਂ ਦੇ ਸਹੂਲਤਾਂ, ਉੱਥੇ ਥੋੜ੍ਹੀ ਜਿਹੀ ਕਾਣੀ ਮੰਡ ਵੱਲ ਧਿਆਨ ਹੁੰਦਾ ਕਿ ਪੰਜਾਬ ਨੂੰ ਇਹ ਚੀਜ਼ ਨਾ ਚਲੇ ਜਾਵੇ। ਔਰ ਇਹ ਤੁਹਾਡੇ ਸਾਹਮਣੇ ਹੈਗਾ, ਇਹ ਮੀਡੀਆ ਜਾਂ ਅਸੀਂ ਨਹੀਂ ਕਹਿ ਰਹੇ, ਕੋਈ ਵਿਅਕਤੀਗਤ ਤੌਰ 'ਤੇ ਕੋਈ ਇੰਪਰੈਸ਼ਨ ਨਹੀਂ ਹੈਗਾ, ਖਾਸ ਤੌਰ 'ਤੇ ਹੈਗਾ ਕਿ ਪੰਜਾਬ ਨੂੰ ਇਸ ਗੱਲ ਦੇ ਲਈ ਫਾਡੀ ਬਣਾਇਆ ਜਾਂਦਾ ਹੈ, ਪਿੱਛੇ ਰਹਿ ਜਾਂਦਾ। ਅਤੇ ਮੋਹਰੀ ਕੌਣ ਬਣਦਾ? ਨਾਲ ਦੇ ਪ੍ਰਦੇਸ਼, ਜਿਹੜਾ ਹਿਮਾਚਲ ਆ, ਹਰਿਆਣਾ ਅੱਗੇ ਹੋ ਜਾਂਦੇ ਆ, ਜਿੱਥੇ ਕਿਸਾਨ ਮੈਦਾਨੀ ਇਲਾਕਾ ਵਾ, ਜਿੱਥੇ ਖੇਤਾਂ 'ਚ ਇੰਨੀਆਂ ਫਸਲਾਂ ਲਹਿਰਾਉਂਦੀਆਂ, ਜਿਹਦੇ 'ਚ ਮੱਕੀ, ਝੋਨਾ, ਕਣਕ, ਇੱਦਾਂ ਦੀਆਂ ਫਸਲਾਂ, ਜਿੱਥੇ ਸੈਂਟਰ ਨੂੰ 60 ਬੋਰੀਆਂ ਪੰਜਾਬ ਦੇ ਰਿਹਾ, ਅਤੇ ਪਾਣੀ ਕੌਣ ਦੇਊਗਾ? ਫਿਰ ਪਾਣੀ ਰੱਬ ਤਾਂ ਨਹੀਂ ਦੇਊਗਾ। ਮੇਰੇ ਦੇਸ਼ ਦਾ ਸਾਰਾ ਵਾਤਾਵਰਣ ਇੱਕੋ ਜਿਹਾ ਹੋਣਾ ਚਾਹੀਦਾ, ਪੂਰੀ ਖੁਸ਼ਹਾਲੀ। ਸਾਰੇ ਦੇਸ਼ ਦੇ ਸਾਰੇ ਸੂਬਿਆਂ ਵੱਲ ਧਿਆਨ ਦਿਓ। ਸੂਬਿਆਂ ਨਾਲ ਨਹੀਂ ਕਿ ਸੈਂਟਰ ਦੇ ਵਿੱਚ ਜੇ BJP ਦੀ ਸਰਕਾਰ ਹੈਗੀ ਤੇ ਜਿਹੜੇ ਸੂਬੇ 'ਚ BJP ਦੀ ਸਰਕਾਰ ਹੈ ਉੱਥੇ ਹੀ ਡਿਵੈਲਪਮੈਂਟ ਕਰਨੀ ਹੈ, ਬਾਕੀ ਥਾਂ ਤੇ ਤੇ ਨਰੋਲ ਗੱਲ ਕਹਿਤੀ। ਮੈਂ ਥੋੜਾ ਜਿਹਾ ਇਹਨੂੰ ਦੂਜੇ ਤਰੀਕੇ ਨਾਲ ਕਹਿ ਰਿਹਾ ਸੀਗਾ, ਤੁਸੀਂ ਸਿੱਧੇ ਤਰੀਕੇ ਸਿੱਧੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬੀਆਂ ਨੂੰ ਸਿੱਧੀ ਗੱਲ ਪਸੰਦ ਹੈ। ਉਹੀ ਇਹਨਾਂ ਨੇ ਕਹਿਤਾ ਵੀ ਜਿੱਥੇ ਸਾਡੀ ਸਰਕਾਰ ਨਹੀਂ, ਜਿੱਥੇ ਡਬਲ ਇੰਜਨ ਨਹੀਂ ਹੈ, ਉੱਥੇ ਸਿੰਗਲ ਜਿਹੜੀ ਡੋਰ ਹੈ, ਜਿੱਥੇ ਸਿੰਗਲ ਇੰਜਨ ਚੱਲ ਰਿਹਾ, ਅੱਗੇ ਸਵਾਰੀਆਂ ਲਿਜਾ ਕੇ ਕਰ ਰਿਹਾ ਹੈਗਾ ਉਹ ਕੰਮ, ਉਹਨੂੰ ਨਹੀਂ ਕੁਛ ਮਿਲੂਗਾ, ਦੂਜਿਆਂ ਨੂੰ ਮਿਲੂਗਾ। ਇਹ ਕਿੰਨੀ ਗਲਤ ਗੱਲ ਹੈ। ਬਿਲਕੁਲ, ਜਦ ਕਿ ਪੂਰੇ ਭਾਰਤ ਦਾ ਵਿਕਾਸ ਹੋਣਾ ਚਾਹੀਦਾ ਹੈ, ਮੇਰਾ ਦੇਸ਼ ਪ੍ਰਫੁੱਲਿਤ ਹੋਵੇ। ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ? ਉਹ ਫਿਰ ਨਾਅਰੇਬਾਜ਼ੀ, ਉਹ ਲੋਕਾਂ ਨੂੰ ਭਰਮਾਉਣ ਲਈ, ਲੋਕਾਂ ਨੂੰ ਪਿੱਛੇ ਲਾਉਣ ਲਈ, ਤੇ ਲੋਕਾਂ ਨੂੰ ਧੁੰਦਲਾ ਪਲ ਦਿਖਾਉਣ ਲਈ ਉਹ ਗੱਲ। ਹੁਣ ਅਗਲੀ ਗੱਲ ਲੈ ਲਓ, ਇਹ ਰਾਜਨੀਤੀ ਹੈ ਨਾ। ਹੁਣ ਆਖਰੀ ਗੱਲ ਕਰਕੇ ਫਿਰ ਆਪਾਂ ਚੁਣ ਕੇ ਲਿਆਉਂਦੇ ਚੱਲਦੇ ਹਾਂ। ਫਿਰ ਆਪਾਂ ਅਗਲੀ ਗੱਲ ਕਰਕੇ ਚਾਲੇ ਪਾਵਾਂਗੇ। ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਪਿਤਾ ਬਲਕੌਰ ਸਿੰਘ ਵੱਲੋਂ ਸਿਆਸਤ ਵਿੱਚ ਆਉਣ ਦੇ ਸੰਕੇਤ। ਇਹਦੇ ਵਿੱਚ ਪਤਾ ਲੱਗਾ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਗਨਮੈਨ ਸੀ, ਉਹਦੇ ਆਪੋ 'ਚ ਉਹਨੇ ਕਿਤੇ ਗੋਲੀ ਚਲਾਤੀ, ਨਵਜੋਤ ਆ ਉਹਦੇ ਗੋਲੀ ਲੱਗੀ, ਕਿਤੇ ਵਿਆਹ ਦੇ ਇਕੱਠੇ ਹੋਏ ਸੀਗੇ, ਉਹ ਇਹਦੇ ਸਿਕਿਉਰਿਟੀ ਗਾਰਡ ਸੀਗੇ। ਇੱਕ ਉਹ ਅੱਗੇ ਮਸਲਾ ਇਹਨਾਂ 'ਚ ਇਹਨਾਂ ਨਾਲ ਪੱਖ ਰਿਹਾ, ਕੋਈ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਅੱਗੇ ਉਹਨਾਂ ਨੂੰ ਅੱਗੇ ਵਿਚਾਰੇ ਤੰਗ ਆ, ਜਿਹੜੇ ਵੀ ਆ ਦਿਮਾਗੀ ਤੌਰ 'ਤੇ ਪਰੇਸ਼ਾਨ, ਉਹਨਾਂ ਦੇ ਮਦਰ ਫਾਦਰ ਦੋਨੇ ਹੀ। ਇੰਨਾ ਵੱਡਾ ਹਾਦਸਾ ਹੋ ਗਿਆ, ਇਹਨਾਂ ਦਾ ਘਰ ਹੀ ਪੂਰਾ ਉੱਜੜ ਗਿਆ। ਦੂਜੇ ਪਾਸੇ ਇੱਦਾਂ ਦੇ ਹਾਦਸੇ ਹੋ ਜਾਂਦੇ ਆ। ਇਹਨਾਂ ਨੇ ਕਿਹਾ ਕਿ ਇੱਕ ਸੰਕੇਤ ਕੀਤਾ ਇਹਨਾਂ ਨੇ ਕਿ ਜੇ ਮੈਨੂੰ ਇਹ ਕੁਛ ਇਹਦਾ ਕੋਈ ਇੱਕ ਪਾਸੇ ਨਾ ਕੁਛ ਲੱਗਿਆ ਜੋ ਮੈਂ ਮਸਲਾ ਚਾਹ ਰਿਹਾ,
नहीं तो फिर मैं सियासत वाले पासे आऊँगा, ये दूजा गेट दिता जाऊगा। नंबर 2, ਜਦੋਂ ਮਨਪ੍ਰੀਤ ਔਲਖ ਮਨਕੀਰਤ ਔਲਖ ਉਹਨਾਂ ਨੇ ਕਿਹਾ ਕਿ ਮੇਰੇ ਤੇ ਇੱਕ ਦੋਸ਼ ਮੜਿਆ ਗਿਆ, ਜਦੋਂ ਕਿ ਮੇਰੇ ਨਾਲ ਇਹ ਮੇਰੇ ਕਲਾਸਮੇਟ ਰਹੇ ਆ, ਮੈਂ ਇਹਦੇ ਨਾਲ ਕੋਈ ਮੈਨੂੰ ਗੁੱਸਾ ਗਿਲਾ ਨਹੀਂ ਸੀਗਾ, ਨਾ ਕੋਈ ਇੱਦਾਂ ਦਾ ਰਹੀ ਗੱਲ। ਮੇਰਾ ਭਰਾ ਸੀਗਾ, ਮੈਂ ਇਸ ਪਾਸੇ ਕਦੀ ਨਹੀਂ ਆ ਸਕਦਾ, ਮੈਂ ਇਹਨਾਂ ਨੂੰ ਘਰ ਵੀ ਮਿਲਣ ਗਿਆ, ਉਹਨਾਂ 'ਤੇ ਵੀ ਇਹ ਦੋਸ਼ ਮੜਿਆ ਜਾ ਰਿਹਾ ਇਹਨਾਂ ਦੇ ਗਰੁੱਪ 'ਚੋਂ। ਨੰਬਰ 2 ਜਿਸ 'ਚ ਆਪਣੇ ਬੱਬੂ ਮਾਨ ਜੀ ਆਏ ਆ, ਉਹਨਾਂ 'ਤੇ ਵੀ ਸੀ, ਉਹਨਾਂ ਨੂੰ 2.5-3 ਘੰਟੇ ਇਹ ਗੱਲ 'ਤੇ ਪੁੱਛਿਆ ਗਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨਾਲ ਮੇਰਾ ਕੋਈ ਦੁੱਖ ਨਹੀਂ ਸੀ, ਕੋਈ ਲੜਾਈ ਨਹੀਂ ਸੀ, ਕੁਛ ਨਹੀਂ ਸੀ, ਸਾਡਾ ਸਿਰਫ ਗਾਇਕੀ ਤੋਂ ਮਾੜਾ ਮੋਟਾ ਸਟੇਜ 'ਤੇ ਹੁੰਦਾ ਸੀ, ਕੋਈ ਇੱਦਾਂ ਦਾ ਮਸਲਾ ਨਹੀਂ। ਉਹਨਾਂ ਨੇ ਵੀ ਕਿਹਾ, ਇਹਦੇ ਵਿੱਚ ਇਹਨਾਂ ਦੇ ਫਾਦਰ ਨੇ ਕਿਹਾ ਬਲਕੌਰ ਸਿੰਘ ਨੇ ਕਿ ਇਹਦੇ ਵਿੱਚ ਪੌਣ ਛਾਣ ਤਾਂ ਹੋਊਗੀ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਹਿੰਦੇ ਜਿਹੜਾ ਮਿਊਜ਼ਿਕ ਇੰਡਸਟਰੀ ਹੈ ਇਹਦੇ ਵਿੱਚੋਂ ਹੀ ਸਾਰਾ ਕੁਝ ਉਛਾਲਾ ਹੋਇਆ, ਇਹਦੇ ਵਿੱਚੋਂ ਸਾਰਾ ਕੁਝ ਗੁੰਦੀਆਂ ਗਈਆਂ। ਇਹ ਚੀਜ਼ਾਂ ਦੇ ਨਾਲ ਹੀ ਮੇਰਾ ਪੁੱਤਰ ਨੂੰ ਇਸ ਜਹਾਨ ਤੋਂ ਸਦਾ ਲਈ ਵਿਛੋੜ ਦਿੱਤਾ ਮੇਰੇ ਨਾਲੋਂ, ਉਹਨਾਂ ਨੇ ਕਿਹਾ। ਅਤੇ ਦੂਜਾ ਉਹਨਾਂ ਨੇ ਕਿਹਾ ਕਿ ਸਿਆਸਤ ਵਿੱਚ ਮੇਰਾ ਆਉਣ ਦਾ ਸੰਭਾਵਨਾ ਹੈ ਕਿ ਜੇ ਤੱਕ ਮੈਨੂੰ ਅਜੇ ਤੱਕ ਇੰਨਾ ਦੁੱਖ ਪਹੁੰਚਿਆ ਜਿਹਦਾ ਕੋਈ ਨਾ ਪੰਜਾਬ ਪੁਲਿਸ ਕੋਲ ਕੋਈ ਸਿੱਟਾ ਨਿਕਲਿਆ, ਨਾ ਸੈਂਟਰ ਕੋਲ ਨਿਕਲਿਆ, ਨਾ ਹੋਮ ਮਿਨਿਸਟਰੀ ਨੇ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕੀਤੀ ਆ। ਫਿਰ ਉਹਨਾਂ ਨੇ ਗੁੱਸੇ ਨਾਲ ਇਹ ਗੱਲ ਕਹੀ ਹੈ ਕਿ ਮੈਨੂੰ ਸ਼ਾਇਦ ਇਸ ਪਾਸੇ ਨਾ ਆਉਣਾ ਪਵੇ। ਅੱਗੇ ਅਲਟੀਮੇਟਮ ਦਿੱਤਾ ਹੈ, ਤੁਹਾਨੂੰ ਯਾਦ ਹੋਣਾ ਕਿ ਉਹਨਾਂ ਨੇ ਕਿਹਾ ਸੀ ਕਿ 25 ਨਵੰਬਰ ਨੂੰ ਮੈਂ ਇੱਥੋਂ ਚਲੇ ਜਾਊਂਗਾ, ਨਹੀਂ ਛੱਡ ਕੇ ਸਾਰਾ ਕੁਝ, ਜੇ ਨਾ ਇਹਨਾਂ ਨੇ ਕੁਝ ਕੀਤਾ। ਪਰ ਇਹਨਾਂ ਨੇ 2-4 ਮੁੰਡੇ ਫੜੇ ਆ, ਪਰ ਕਿਸੇ 'ਤੇ ਵੀ ਹੁਣ ਲਾਰੈਂਸ ਬਿਸ਼ਨੋਈ ਵਾਲੇ 'ਤੇ ਕੀ ਕੀਤਾ ਇਹਨਾਂ ਨੇ, ਕੁਛ ਵੀ ਨਹੀਂ ਨਾ ਹੋ ਸਕਦਾ ਉੱਤੇ, ਕਿਉਂਕਿ ਉਹ ਤਾਂ ਤਿਹਾੜ ਜੇਲ੍ਹ ਸੀ ਜਦੋਂ ਮਰਡਰ ਹੋਇਆ, ਜਦੋਂ ਕਤਲਕਾਂਡ ਹੋਇਆ। ਉਹਨਾਂ ਤਾਂ ਉਹ ਵੀ ਮੁੰਡਾ ਵਕੀਲ ਆ, ਉਹਨੇ LLB ਕੀਤੀ ਆ, ਉਹ ਵੀ ਅਜੇ ਆਪਣਾ ਪੱਲਾ ਨਹੀਂ ਫੜਾ ਰਿਹਾ। ਖਾਸ ਤੌਰ 'ਤੇ ਇਹਨਾਂ ਨੂੰ ਅਜੇ ਤੱਕ ਕੋਈ ਵੀ ਇੱਦਾਂ ਦਾ ਜਿਹੜਾ ਨਹੀਂ ਮਿਲਿਆ ਜਿਹਦੇ 'ਤੇ ਦੋਸ਼ ਮੜਿਆ ਜਾਵੇ। ਕਦੋਂ ਦਾ ਦੇਖੋ ਕੀ ਕੁਛ ਹੋ ਗਿਆ, ਔਰ ਜਦੋਂ ਸਾਲ ਪੂਰਾ ਹੋ ਗਿਆ ਉਦੋਂ ਤੱਕ ਵੀ ਨਹੀਂ ਕੁਛ ਹੋਣਾ। ਤਾਂ ਪੰਜਾਬ ਪੁਲਿਸ ਨੇ ਇਹਦੇ ਵਿੱਚੋਂ ਕੀ ਲੱਭ ਲੈਣਾ ਫਿਰ, ਜਿਹਦੇ ਤੱਕ ਹੌਲੀ ਮਸਲਾ ਲੰਬਾ ਹੁੰਦਾ ਜਾ ਰਿਹਾ। ਫਿਰ ਇਹਦੇ ਫਾਦਰ ਨੇ ਇਹ ਗੱਲ ਕਹਿਤੀ ਹੈ ਕਿ ਜੇ ਖਾਸ ਤੌਰ 'ਤੇ ਜਿਸ ਗੱਲ ਦਾ ਮੈਨੂੰ ਧਿਆਨ ਦਵਾਇਆ ਜਾ ਰਿਹਾ ਮੈਂ ਗੌਰਮੈਂਟ ਨੂੰ, ਜੇ ਉਹਨਾਂ ਨਹੀਂ ਕੀਤਾ ਤਾਂ ਫਿਰ ਮੈਂ ਹੋ ਸਕਦਾ ਕਿ ਮੈਂ ਵੀ ਸਿਆਸਤ ਵਾਲੇ ਪਾਸੇ ਆ ਜਾਵਾਂ। ਦੇਖੋ, ਵੈਸੇ ਮੇਰੀ ਆਪਣੀ ਜੋ ਸੋਚ ਹੈ ਸਿਆਸਤ ਵਿੱਚ ਆਉਣਾ ਬਲਕੌਰ ਸਿੰਘ ਜੀ ਦਾ, ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਕਦਮ ਹੋਏਗਾ। ਕਿਸੇ ਹੋਰ ਤਰੀਕੇ ਨਾਲ ਇਨਵੋਲਵ ਰਹਿਣ, ਕੋਈ NGO ਆਪਣੇ ਬੇਟੇ ਦੇ ਨਾਂ 'ਤੇ ਬਣਾਉਣ, ਹੈ ਨਾ, ਕੋਈ ਹੋਰ ਪ੍ਰੈਸ਼ਰ ਗਰੁੱਪ ਆਪਣੇ ਬੱਚੇ ਦੇ ਨਾਂ 'ਤੇ ਬਣਾਉਣ, ਕੋਈ ਹੋਰ ਇਦਾਂ ਦੀ ਐਕਟੀਵਿਟੀ ਕਰਨ ਜਿਹਨਾਂ ਨੂੰ ਸੰਕੇਤ ਹੀ ਉਹਨੇ ਦਿੱਤਾ। ਤੁਹਾਡੀ ਗੱਲ ਸਹੀ ਹੈ, ਪਰ ਉਹਨਾਂ ਨੇ ਇਹ ਤਾਂ ਨਹੀਂ ਕੀਤਾ ਕਿ ਮੈਂ ਆ ਜਾਊਗਾ, ਜਦੋਂ ਨਹੀਂ, ਇਹ ਗੱਲ ਪੋਲਿਟਿਕਸ ਇਜ਼ ਨਾਟ ਹਿਜ਼ ਕੱਪ ਆਫ ਟੀ। ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਇੱਕ ਸਾਫ਼ ਸੁਥਰੇ ਫੌਜੀ ਬੰਦੇ ਨੂੰ ਪੋਲਿਟਿਕਸ ਦੇ ਵਿੱਚ ਕੀ ਉਤਰਨਾ ਚਾਹੀਦਾ। ਪਰ ਇਹਦੇ ਵਿੱਚ ਤੁਹਾਨੂੰ ਦੱਸਾਂ, ਜਿਹੜੀਆਂ ਪਾਰਟੀਆਂ ਨਾ, ਇਹ ਜਦੋਂ ਕੋਈ ਮਸਲਾ ਇੱਦਾਂ ਦਾ ਉਲਝ ਜਾਂਦਾ ਨਾ, ਤੁਸੀਂ ਕਾਲਜ ਦੇ ਵਿੱਚ ਚੱਲ ਜਾਓ, ਸਟੂਡੈਂਟਸ ਆਪਸ ਵਿੱਚ ਲੜ ਪੈਂਦੇ, ਕੁਛ ਹੁੰਦਾ ਤਾਂ ਉਹ 'ਚ ਪੋਲੀਟੀਕਲ ਪਾਰਟੀਆਂ ਐਂਟਰੀ ਮਾਰ ਜਾਂਦੀਆਂ। ਕਿਸੇ ਪਾਸੇ ਚੋਰੀ ਹੋ ਗਈ, ਮੁਹੱਲੇ 'ਚ ਕੁਛ ਹੋ ਗਿਆ, 'ਚ ਪੋਲੀਟੀਕਲ ਪਾਰਟੀਆਂ ਆ ਜਾਂਦੀਆਂ। ਉਹਦੇ ਨਾਲ ਇਹ ਹੁੰਦਾ ਕਿ ਪਾਰਟੀਆਂ ਫਿਰ ਆਪਣੇ ਵੱਲ ਆਪਣੇ ਗਰੁੱਪ ਬਣਾਉਂਦੀਆਂ, ਉਹਨਾਂ ਵਿੱਚ ਆਪਣੀ ਵੋਟ ਬੈਂਕ ਬਣਾਉਂਦੀਆਂ। ਇਹ ਮਸਲਾ ਇਹੀ ਹੁੰਦਾ। ਜਦੋਂ ਕਿ ਸਿੱਧੂ ਮੂਸੇਵਾਲੇ ਨੂੰ ਵੀ ਇਹਨਾਂ ਨੇ ਜਦੋਂ ਇੰਨਾ ਪਾਪੂਲਰ ਹੋ ਗਿਆ, ਜਦੋਂ ਉਹਦੇ 'ਤੇ ਲੱਗਿਆ ਕਿ ਇੰਨੇ ਮਿਲੀਅਨ ਬਿਲੀਅਨ ਲੋਕ ਇਹਦੇ ਪਿੱਛੇ ਲੱਗੇ ਆ, ਫੇਸਬੁੱਕ ਤੋਂ ਪਤਾ ਲੱਗਾ, ਔਰ ਨਵਜੋਤ ਸਿੱਧੂ ਨੇ ਉਹਨਾਂ ਨਾਲ ਲਿਆ ਕੇ ਟਿਕਟ ਦੀ, ਜਦੋਂ ਉਹਨਾਂ ਨੇ ਕਿਹਾ ਕਿ ਟਿਕਟ ਤੁਸੀਂ ਲਓ ਔਰ ਇਲੈਕਸ਼ਨ ਲੜੋ, ਉਹਦੇ ਵਿੱਚ ਉਹਨਾਂ ਨੇ ਮੰਨ ਵੀ ਲਿਆ। ਪਰ ਸਿਆਸਤ 'ਚ ਆਉਣਾ, ਜਿਹੜਾ ਤੁਹਾਡੀ ਗੱਲ ਸਹੀ ਆ, ਨਹੀਂ ਆਉਣਾ ਚਾਹੀਦਾ, ਜਦੋਂ ਕਿ ਇੰਨੇ ਪਾਪੂਲਰਿਟੀ ਉਹਨਾਂ ਨੂੰ ਗੇਨ ਹੋ ਚੁੱਕੀ ਆ ਪਹਿਲੋਂ ਐਜ਼ ਏ ਨੇਤਾ ਲੀਡਰ ਤਾਂ ਕੋਈ ਮਤਲਬ ਨਹੀਂ। ਹੁਣ ਇਹਨਾਂ ਦੇ ਫਾਦਰ ਬਲਕੌਰ ਸਿੰਘ ਨੇ ਬੜੇ ਇਮਾਨਦਾਰ ਔਰ ਬੜੇ ਧਿਆਨ ਗੋਚਰ ਗੱਲਾਂ ਕਰਦੇ ਆ, ਧਿਆਨ ਤਰੀਕੇ ਨਾਲ ਕਰਦੇ ਆ, ਔਰ ਮੇਰਾ ਖਿਆਲ ਨਹੀਂ ਆਉਣਗੇ ਉਹ ਤਾਂ। ਚਲੋ ਇੱਕ ਵਾਰੀ ਹੁਣ ਥੋੜਾ ਜਿਹਾ ਡਰਾਵਾ ਵੀ ਇਮੋਸ਼ਨਲ ਹੋ ਕੇ ਗੱਲ ਹੋ ਜਾਂਦੀ ਹੈ। ਮਤਲਬ ਇੱਕ ਸਾਫ਼ ਸੁਥਰੇ ਬੰਦੇ ਦਾ ਅੱਜ ਕੱਲ ਦੀ ਜੋ ਸਿਆਸਤ ਅਸੀਂ ਸਾਰੇ ਜਾਣਦੇ ਹਾਂ, ਜੋ ਹਾਲਤ ਬਣੀ ਪਈ ਹੈ ਸਿਆਸਤ ਦੀ, ਗੱਪੀ ਚਾਹੀਦੀ ਆ, ਲੜਾਕੂ ਚਾਹੀਦੇ ਆ, ਝੂਠੇ ਚਾਹੀਦੇ ਆ, ਕਈ ਤਰ੍ਹਾਂ ਦੇ ਹੁੰਦੇ, ਉਹ ਉਹਨਾਂ 'ਚ ਗੁਣ ਨਹੀਂ ਹੈਗੇ, ਔਗਣ ਨਹੀਂ ਹੈ। ਔਰ ਉਹਨਾਂ ਦੀ ਜੋ ਇੱਜ਼ਤ ਬਣੀ ਹੋਈ ਹੈ ਉਹ ਤਾਂ ਬੜੇ ਸਿਆਣੇ ਉਹਦੇ ਮੁਤਾਬਿਕ ਉਹਨਾਂ ਨੂੰ ਕੋਈ NGO ਜਾਂ ਕੋਈ ਇਦਾਂ ਦਾ ਗਰੁੱਪ, ਕੋਈ ਇਦਾਂ ਦੀ ਐਕਟੀਵਿਟੀ ਆਪਣੇ ਬੇਟੇ ਦੇ ਨਾਂ 'ਤੇ ਕਰਨੀ ਚਾਹੀਦੀ ਹੈ, ਤਾਂ ਕਿ ਉਹ ਆਪਣੇ ਜਿਹੜੇ ਮੁਹਿੰਮ ਨੂੰ ਜਾਂ ਆਪਣੇ ਕਾਜ਼ ਨੂੰ ਲੈ ਕੇ ਅੱਗੇ ਵੱਧ ਸਕਣ। ਸਹੀ ਗੱਲ, ਬਿਲਕੁਲ ਸਹੀ ਗੱਲ। ਸੋ ਆਪਾਂ ਚੱਲੀਏ ਜੀ। ਹਾਂ, ਆਪਾਂ ਆਪਣੇ ਦਰਸ਼ਕਾਂ ਨੂੰ ਅਲਵਿਦਾ ਕਹੀਏ। ਅਲਵਿਦਾ ਤੋਂ ਪਹਿਲਾਂ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।